ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਅਤੇ ਅਸੀਂ ਹਾਜ਼ਰ ਅੱਜ ਦਾ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਲੈ ਕੇ ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੋਇਆ ਕਰਦੇ ਹਾਂ। ਔਰ ਇਸ ਪ੍ਰੋਗਰਾਮ ਦਾ ਜੋ ਸਮਾਂ ਹੁੰਦਾ ਉਹ 7 ਤੋਂ 8 ਹੁੰਦਾ ਔਰ ਜ਼ਰੂਰ ਪ੍ਰੋਗਰਾਮ ਦੇਖਿਆ ਕਰੋ ਔਰ ਸਾਨੂੰ ਫੀਡਬੈਕ ਦਿਆ ਕਰੋ। ਪ੍ਰੋਗਰਾਮ ਦੇ ਦੌਰਾਨ ਜੇ ਤੁਸੀਂ ਕੋਈ ਕਾਲ ਕਰਨੀ ਚਾਹੁੰਦੇ ਹੋ 905 790 9099 905 790 9099 ਸਟੂਡੀਓ ਦਾ ਨੰਬਰ ਹੈ। ਇਹੀ ਨੰਬਰ ਜਿਹੜਾ ਸਕਰੀਨ ਦੇ ਉੱਪਰ ਵੀ ਫਲੈਸ਼ ਹੋ ਰਿਹਾ ਹੈ ਔਰ ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ ਆਪਣੇ ਟੀਵੀ ਸੈੱਟ ਉੱਪਰ ਦੇਖ ਰਹੇ ਹੋ ਨਾਲ ਦੀ ਨਾਲ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਤੁਸੀਂ ਫੇਸਬੁੱਕ ਤੇ ਵੀ ਦੇਖ ਸਕਦੇ ਹੋ। ਔਰ ਫੇਸਬੁੱਕ ਦੇ ਉੱਪਰ ਜਾ ਕੇ ਲਾਈਵ ਤੁਸੀਂ ਪ੍ਰੋਗਰਾਮ ਦੇਖਣ ਦੇ ਲਈ ਕੀ ਕਰਨਾ, ਫੇਸਬੁੱਕ ਦੇ ਸਰਚ ਬਾਰ ਦੇ ਵਿੱਚ ਲਿਖੋ ਵਿਜ਼ਨ ਪੰਜਾਬ ਟੀਵੀ ਕੈਨੇਡਾ ਔਰ ਸਾਰੇ ਦੇ ਸਾਰੇ ਪ੍ਰੋਗਰਾਮ ਜਿਹੜੇ ਵੀ ਇੱਥੇ ਲਾਈਵ ਹੋ ਚੁੱਕੇ ਆ ਜਾਂ ਲਾਈਵ ਹੋ ਰਹੇ ਆ ਔਰ ਉਸ ਤੋਂ ਬਾਅਦ ਜਿਹੜੇ ਰਿਕਾਰਡਡ ਪ੍ਰੋਗਰਾਮ ਵੀ ਸਾਰੇ ਦੇ ਸਾਰੇ ਲਿੰਕ ਉੱਥੇ ਮੌਜੂਦ ਆ। ਜ਼ਰੂਰ ਵਾਚ ਕਰਿਆ ਕਰੋ, ਸਾਨੂੰ ਫੀਡਬੈਕ ਦਿਆ ਕਰੋ ਔਰ ਅਸੀਂ ਹਮੇਸ਼ਾ ਕੋਸ਼ਿਸ਼ ਕਰਾਂਗੇ ਕੁਝ ਨਵਾਂ ਵਿਲੱਖਣ ਔਰ ਆਥੈਂਟਿਕ ਜਾਣਕਾਰੀ ਭਰਿਆ ਤੁਹਾਡੇ ਤੱਕ ਪਹੁੰਚਦਾ ਕਰ ਸਕੀਏ। ਔਰ ਅੱਜ ਇੱਕ ਅਜਿਹੇ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਦੇ ਲਈ ਅਸੀਂ ਅੱਜ ਮੁੱਦਾ ਲਿਆਂਦਾ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਪ੍ਰਵਾਸੀ ਪੰਜਾਬੀ ਜਾਂ ਪ੍ਰਵਾਸੀ ਭਾਰਤੀਆਂ ਦੀ ਜਦੋਂ ਕੈਨੇਡਾ ਦੇ ਵਿੱਚ ਜਦੋਂ ਆਪਾਂ ਕਹਿੰਦੇ ਹਾਂ ਵੀ ਸਾਡਾ ਭਾਈਚਾਰਾ ਰਹਿ ਰਿਹਾ, ਹੁਣ ਭਾਰਤੀ ਪਰੰਪਰਾ ਦੇ ਅਨੁਸਾਰ ਜਿਹੜਾ ਸੰਸਕਾਰ ਹੁੰਦੇ ਨੇ, ਇੱਕ ਤਾਂ ਸੰਸਕਾਰ ਹੁੰਦੇ ਨੇ ਸਾਡੇ ਰਹਿਣ ਸਹਿਣ ਬਹਿਣ ਦਾ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜਿਹੜੇ ਫਿਊਨਰਲ ਦੀ ਗੱਲ ਕਰੀਏ, ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਆ, ਫਿਊਨਰਲ ਤੋਂ ਬਾਅਦ ਕੈਨੇਡਾ ਦੇ ਵਿੱਚ ਗੱਲ ਕਰ ਰਹੇ ਹਾਂ ਕਿ ਫਿਊਨਰਲ ਤੋਂ ਬਾਅਦ ਜਿਹੜੀਆਂ ਸਾਡੇ ਜ਼ਿਹਨ 'ਚ ਹੁੰਦਾ ਹੈ ਕਿ ਵੀ ਅਸੀਂ ਆਪਣੇ ਬਜ਼ੁਰਗਾਂ ਦੀਆਂ ਜਾਂ ਜਿਹੜਾ ਵੀ ਸਾਡਾ ਕੋਈ ਨਜ਼ਦੀਕੀ ਜਾਂ ਪਿਆਰਾ ਸੀ ਉਹਦੀਆਂ ਅਸਥੀਆਂ ਨੂੰ ਅਸੀਂ ਪੰਜਾਬ ਦੇ ਵਿੱਚ ਜਾ ਕੇ ਕੀਰਤਪੁਰ ਸਾਹਿਬ, ਜਿਹਨੂੰ ਆਪਾਂ ਕੀਰਤਨਪੁਰ ਸਾਹਿਬ ਵੀ ਕਹਿੰਦੇ ਆ, ਉੱਥੇ ਜਲ ਪ੍ਰਵਾਹ ਕਰਾਂਗੇ। ਪਰ ਇੱਕ ਤੁਸੀਂ ਇਸ ਚੀਜ਼ ਦੀ ਖੁਸ਼ੀ ਵੀ ਹੈ ਔਰ ਇਸ ਚੀਜ਼ ਦਾ ਮਾਣ ਵੀ ਮੈਂ ਹਾਸਲ ਕਰ ਰਿਹਾ ਔਰ ਓਨਟਾਰੀਓ ਖਾਲਸਾ ਦਰਬਾਰ ਹੈ ਜਿਹੜਾ, ਜਿਹਨੂੰ ਆਪਾਂ ਡਿਕਸੀ ਗੁਰਦੁਆਰਾ ਨਾਮ ਦੇ ਨਾਲ ਵੀ ਜਾਣਦੇ ਹਾਂ, ਉਹਨਾਂ ਦੇ ਕਮੇਟੀ ਵੱਲੋਂ, ਉਹਨਾਂ ਦੇ ਪ੍ਰਧਾਨ, ਉਹਨਾਂ ਦੇ ਜਿਹੜੀ ਵੀ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਇੱਕ ਕੀਰਤਪੁਰ ਸਾਹਿਬ ਪਾਰਕ ਦਾ ਨੀਂਹ ਪੱਥਰ ਪਿਛਲੇ ਦਿਨੀ ਰੱਖਿਆ ਗਿਆ ਹੈ। ਉਸ ਕੀਰਤਪੁਰ ਸਾਹਿਬ ਦੇ ਵਿੱਚ ਜਿਵੇਂ ਤੁਸੀਂ ਪੰਜਾਬ ਦੇ ਵਿੱਚ ਜਾ ਕੇ ਅਸਥੀਆਂ ਪਾਉਣੀਆਂ, ਜਲ ਪ੍ਰਵਾਹ ਕਰਦੇ ਆ, ਬਿਲਕੁਲ ਉਸੇ ਦੀ ਤਰਜ਼ ਤੇ ਜਿਹੜਾ ਕੀਰਤਪੁਰ ਸਾਹਿਬ ਪਾਰਕ ਜਿਹੜਾ ਬਣਾਇਆ ਜਾਣਾ ਹੈ ਔਰ ਜਿਹਦਾ ਜਿਵੇਂ ਹੁਣ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਹੈ ਉਹਨਾਂ ਦੇ ਜੇ ਆਪਾਂ ਗੱਲ ਕਰੀਏ ਕਿ ਉਹਨਾਂ ਨੂੰ ਨਹੀਂ ਪਤਾ ਲੱਗਣਾ ਕਿ ਵੀ ਕੀਰਤਪੁਰ ਸਾਹਿਬ ਜਾ ਕੇ ਜਲ ਪ੍ਰਵਾਹ ਕਰਨੀਆਂ ਅਸਥੀਆਂ, ਪਰ ਉਹ ਇੱਥੇ ਜਿਹੜੇ ਸਾਡੇ ਰਹੁ ਰੀਤੀ ਰਿਵਾਜ ਨੇ ਜਾਂ ਸਾਡੀਆਂ ਪਰੰਪਰਾਵਾਂ ਨੇ ਉਹਨਾਂ ਨੂੰ ਵੀ ਨਿਭਾਇਆ ਜਾ ਸਕਦਾ ਹੈ। ਕੈਨੇਡਾ ਦੇ ਵਿੱਚ ਖਾਸ ਕਰਕੇ ਟੋਰਾਂਟੋ ਦੀ ਗੱਲ ਕਰਾਂ, ਟੋਰਾਂਟੋ ਦੇ ਵਿੱਚ ਡਿਕਸੀ ਗੁਰਦੁਆਰਾ ਵਿਖੇ ਕੀਰਤਪੁਰ ਸਾਹਿਬ ਪਾਰਕ ਜਿਹੜਾ ਉਹਦਾ ਉਦਘਾਟਨ ਕੀਤਾ ਗਿਆ, ਨੀਂਹ ਪੱਥਰ ਰੱਖਿਆ ਗਿਆ। ਉਹਦੇ ਬਾਰੇ ਚਰਚਾ ਕਰਾਂਗੇ। ਹੋਰ ਵੀ ਬਹੁਤ ਸਾਰੇ ਸਵਾਲ ਹੈ ਜਿਨ੍ਹਾਂ ਦੇ ਵਿੱਚ ਕੈਨੇਡਾ ਦੇ ਖਾਸ ਕਰਕੇ ਜੇ ਨਾਰਥ ਅਮਰੀਕਾ ਦੇ ਗੁਰਦੁਆਰਿਆਂ ਦੇ ਵਿੱਚ ਜਿਹੜੀਆਂ ਪ੍ਰਧਾਨਗੀ ਨੂੰ ਲੈ ਕੇ ਹੁੰਦੀਆਂ ਲੜਾਈਆਂ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਲੜਾਈਆਂ ਦੇ ਵਿੱਚ ਆਪਾਂ ਕਹਿ ਲਈਏ ਵੀ ਮਿਲੀਅਨਸ ਆਫ ਡਾਲਰ ਵੀ ਜਿਹੜਾ ਖਰਚ ਕੀਤਾ ਜਾਂਦਾ, ਚਾਹੇ ਉਹ ਵਕੀਲਾਂ ਦੀਆਂ ਫੀਸਾਂ ਹੋਣ ਤੇ ਚਾਹੇ ਹੋਰ ਕਿਸੇ ਕਿਸਮ ਦੇ ਖਰਚੇ ਹੋਣ, ਉਸ ਮੁੱਦੇ ਦੇ ਉੱਪਰ ਵੀ ਚਰਚਾ ਕਰਾਂਗੇ। ਸੋ ਅੱਜ ਉਚੇਚੇ ਤੌਰ ਤੇ ਸਾਡੇ ਸੱਦੇ ਦੇ ਉੱਪਰ ਡਿਕਸੀ ਗੁਰਦੁਆਰਾ ਜਿਹੜੇ ਕਮੇਟੀ ਦੇ ਪ੍ਰਧਾਨ ਨੇ ਗੁਰਪ੍ਰੀਤ ਸਿੰਘ ਬੱਲ, ਉਹ ਸਾਡੇ ਸਟੂਡੀਓ ਦੇ ਵਿੱਚ ਆਏ। ਆਓ ਸਵਾਗਤ ਕਰਦੇ ਹਾਂ ਤੇ ਸਵਾਲਾਂ ਦੇ ਜਵਾਬ ਵੀ ਪ੍ਰਾਪਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਬੱਲ ਸਾਹਿਬ। ਰਮਨ ਜੀ ਆਪ ਜੀ ਨੂੰ ਤੇ ਵਿਜ਼ਨ ਪੰਜਾਬ ਟੀਵੀ ਦੇਖਦੀ ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਕਿਉਂਕਿ ਸਾਨੂੰ ਇਸ ਚੀਜ਼ ਦੀ ਖੁਸ਼ੀ ਵੀ ਆ ਔਰ ਜਿਹੜਾ ਇਹ ਉਪਰਾਲਾ ਤੁਸੀਂ ਕਰਨ ਜਾ ਰਹੇ ਹੋ, ਜਿਹੜਾ ਨੀਂਹ ਪੱਥਰ ਪਿਛਲੇ ਦਿਨੀ ਗੁਰਦੁਆਰੇ ਦੇ ਵਿੱਚ ਰੱਖਿਆ ਗਿਆ ਕੀਰਤਪੁਰ ਸਾਹਿਬ ਪਾਰਕ ਦਾ, ਉਹਦੇ ਬਾਰੇ ਮੈਂ ਸੰਖੇਪ ਦੇ ਵਿੱਚ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਕਿਉਂਕਿ ਫਿਰ ਆਉਂਦੇ ਸਮੇਂ ਸਿਰ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ, ਅਪਡੇਟ ਜਿਹੜੀ ਵੀ ਹੋਊ ਆਪਾਂ ਸੰਗਤਾਂ ਤੱਕ ਪਹੁੰਚਾਉਂਦੇ ਰਹਾਂਗੇ। ਫਿਰ ਹੋਰ ਜਿਹੜੀਆਂ ਗੁਰਦੁਆਰਾ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ, ਚਾਹੇ ਨਾਰਥ ਅਮਰੀਕਾ ਦੀ ਗੱਲ ਕਰੀਏ, ਆਪਾਂ ਕੈਨੇਡਾ ਦੀ ਗੱਲ ਕਰੀਏ, ਤਾਂ ਉਹਨਾਂ ਵਿੱਚ ਜਿਹੜੀ ਖਿੱਚੋਤਾਣ ਦਾ ਮਸਲੇ ਜਾਂ ਉਹਦੇ ਉੱਪਰ ਵੀ ਚਰਚਾ ਕਰਾਂਗੇ। ਪਹਿਲਾਂ ਕੀਰਤਪੁਰ ਸਾਹਿਬ ਪਾਰਕ ਆ ਜਿਹੜਾ ਡਿਕਸੀ ਗੁਰਦੁਆਰੇ ਦੇ ਵਿੱਚ ਨੀਂਹ ਪੱਥਰ ਰੱਖਿਆ ਗਿਆ, ਉਹਦੇ ਬਾਰੇ ਥੋੜਾ ਜਿਹਾ ਸੰਖੇਪ ਚਾਨਣਾ ਪਾਓ। ਮੈਂ ਜੀ ਮਾੜਾ ਜਿਹਾ ਪਹਿਲਾਂ ਗੁਰਦੁਆਰਾ ਸਾਹਿਬ ਦਾ ਪਿਛੋਕੜ ਇਤਿਹਾਸ ਜਿਹੜਾ ਉਹ ਦੱਸਦੇ ਜੀ। 1973 ਦੇ ਵਿੱਚ ਸਾਡੇ ਵਡੇਰਿਆਂ ਨੇ, ਬਜ਼ੁਰਗਾਂ ਨੇ ਇਸ ਮੁਲਕ 'ਚ ਆ ਕੇ ਬਹੁਤ ਘਾਲਣਾ ਘਾਲੀਆਂ। ਸਾਡੇ ਸਿੱਖ ਪਹਿਲੇ 1897 ਦੇ ਵਿੱਚ ਕੈਨੇਡਾ ਦੀ ਧਰਤੀ ਤੇ ਆਏ ਸੀ, ਵੈਨਕੂਵਰ ਦੀ ਦੇ। ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਸਟਰਗਲ ਕਰਨੀ ਪਈ ਆਪਣੀ ਪਹਿਚਾਣ ਬਣਾਉਣ ਲਈ, ਆਪਣੇ ਭਾਈਚਾਰੇ ਜਾਂ ਸਮਾਜ ਦਾ ਨਾਂ ਉੱਚਾ ਕਰਨ ਲਈ।
ਤੇ ਟੋਰਾਂਟੋ ਦੀ ਧਰਤੀ ਤੇ ਜਾਣੀ ਕਿ ਵੀ ਅਰਲੀ 1965 ਦੇ ਵਿੱਚ ਇੰਟੀਰੀਅਰ 'ਚ ਸਿੱਖ ਆਏ ਆ। ਤੇ ਉਸ ਤੋਂ ਬਾਅਦ ਚੱਲਦੇ ਚੱਲਦੇ ਤੇ ਜਦੋਂ ਟੋਰਾਂਟੋ ਦੀ ਧਰਤੀ ਤੇ ਸਨ, ਪਹਿਲਾਂ ਗੁਰਦੁਆਰੇ ਜਦੋਂ ਪੇਪ ਗੁਰਦੁਆਰਾ ਸੀਗਾ, ਫਿਰ ਵੈਸਟਰਨ ਇਦਾਂ, ਤੇ ਸਾਡੇ ਉਸ ਵੇਲੇ ਬਜ਼ੁਰਗ 5 ਜਿਹੜੇ ਸਾਡੇ ਸਤਿਕਾਰਯੋਗ, ਉਸ ਵੇਲੇ ਪਤਾ ਨਹੀਂ ਉਹਨਾਂ ਨੇ ਕੀ ਸੋਚਿਆ ਵੀ ਇੱਥੇ ਜੰਗਲ ਸੀ ਜੀ ਅੱਗੇ, ਡਿਕਸੀ ਡੈਰੀ ਦਾ ਕਾਰਨਰ, ਸਿੰਗਲ ਰੋਡ ਹੁੰਦੀ ਸੀ, ਡੈਰੀ ਰੋਡ, ਤੇ ਉਹਨਾਂ ਨੇ 1.8 ਏਕੜ ਜ਼ਮੀਨ ਤੇ ਛੋਟਾ ਜਿਹਾ ਘਰ, ਉਹ ਮੈਂ ਤੁਹਾਨੂੰ ਪਿਕਚਰ ਭੇਜ ਵੀ ਚੁੱਕਾ ਤੇ ਦਿਖਾਇਓ ਕਿਤੇ ਆਪਣੇ ਫੋਨ ਤੇ ਵੀ, ਤੇ ਉਹ ਜ਼ਮੀਨ ਲੈ ਲਈ ਜੀ। ਤੇ ਉਦੋਂ ਜਦੋਂ ਬਜ਼ੁਰਗਾਂ ਨੇ ਜ਼ਮੀਨ ਲਈ, ਕਦੀ ਇਹ ਨਹੀਂ ਸੀ ਸੋਚਿਆ ਵੀ ਇਹ ਜਿਹੜਾ ਅਸੀਂ ਇੱਕ ਛੋਟਾ ਜਿਹਾ ਗੁਰੂ ਦਾ ਦਰਬਾਰ ਲਿਆ ਵਾ, ਏਡਾ ਮਹਿਲ ਬਣੂ, ਇੱਥੇ ਇੰਨੇ ਗੁਰੂ ਦੇ ਰੰਗ ਲੱਗਣਗੇ ਜੀ। ਬਿਲਕੁਲ। ਤੇ ਉਸ ਤੋਂ ਬਾਅਦ ਜੀ 1979 23 ਸਤੰਬਰ ਨੂੰ ਪਹਿਲੀ ਵਾਰੀ ਨਿਸ਼ਾਨ ਸਾਹਿਬ ਚੜਾ ਕੇ ਤੇ ਸਤਿਗੁਰਾਂ ਦਾ ਪ੍ਰਕਾਸ਼ ਕੀਤਾ, ਤੇ ਜਿਹੜਾ ਗੁਰਦੁਆਰਾ ਉਦੋਂ ਲੱਗਾ ਜੀ। ਉਸ ਤੋਂ ਬਾਅਦ ਫਿਰ ਕੰਮ ਚੱਲਦਾ ਚੱਲਦਾ ਜੀ ਆ ਗਿਆ। ਤੇ ਜਦੋਂ ਪਹਿਲੀ ਬਿਲਡਿੰਗ ਬਣਾਈ, ਅੱਜ ਤੱਕ ਜਿੰਨੀਆਂ ਪ੍ਰਬੰਧਕ ਕਮੇਟੀਆਂ ਆਈਆਂ, ਗੱਲ ਉੱਥੇ ਜਿਹੜੀ ਤੁਸੀਂ ਸਵਾਲ ਕਈ ਕਰ ਚੁੱਕੇ ਆ ਸਟਾਰਟ ਦੇ ਵਿੱਚ ਹੀ, ਗੱਲ ਇਹ ਕਰਦੀ ਵੀ ਭਾਵਾਂ ਕਮੇਟੀਆਂ ਦੇ ਦੋ ਸਕੇ ਭਰਾ ਹੁਣ, ਉਹਨਾਂ ਦੇ ਵਿਚਾਰ ਨਹੀਂ ਚੱਲਦੇ, ਪਰ ਐਸ ਗੁਰੂ ਦੇ ਦਰਬਾਰ ਲਈ ਸਾਰੀਆਂ ਪ੍ਰਬੰਧਕ ਕਮੇਟੀਆਂ ਪੁਰਾਤਨ ਤੋਂ ਲੈ ਕੇ ਹੁਣ ਤੱਕ ਮੋਢੇ ਨਾਲ ਮੋਢਾ ਜੋੜ ਕੇ ਇਕੱਠੇ ਬੈਠ ਕੇ ਗੁਰਦੁਆਰੇ ਦੇ ਸਾਰੇ ਕਾਰਜ ਕੀਤੇ ਆ ਜੀ। ਇਹ ਕਮੇਟੀ ਜਦੋਂ ਅਸੀਂ ਆਏ ਆ ਜੀ 5 ਅਕਤੂਬਰ 2015 ਨੂੰ ਇਲੈਕਸ਼ਨ ਹੋਈ, ਠੀਕ ਹੈ, ਤੇ ਉਸ ਤੋਂ ਬਾਅਦ ਫਿਰ ਅਸੀਂ ਬੈਠ ਕੇ ਤੇ ਇਹ ਸਾਰੇ ਵਿਚਾਰ ਵਟਾਂਦਰੇ ਕੀਤੇ। ਇਹ ਫਿਰ ਮਸਲਾ ਇਹ ਵਿਚਾਰਦੀਨ ਲਿਆਂਦਾ ਵੀ ਆਪਾਂ ਦੇਖੋ ਗੱਲ ਉੱਥੇ ਆਉਂਦੀ ਹੈ ਰਮਨਵੀਰ, ਜਿਹੜਾ ਇਨਸਾਨ ਸਮੇਂ ਦਾ ਹਾਣੀ ਬਣ ਕੇ ਨਹੀਂ ਚੱਲਦਾ ਕਦੀ ਕਾਮਯਾਬ ਨਹੀਂ ਹੁੰਦਾ। ਬਿਲਕੁਲ ਸਹੀ। ਜੇ ਸਾਡੇ ਸਿੱਖ 1897 ਦੇ ਇੱਥੇ ਆਏ ਆ ਜੀ, ਇੱਥੇ ਆ ਕੇ ਤੇ ਅੱਜ ਜੇ ਆਪਾਂ ਜਦੋਂ ਉਹ ਆਏ ਸੀ ਅਸੀਂ ਯੰਗ ਸੀ, ਹੁਣ ਸਾਡੇ ਬੱਚਿਆਂ ਦੇ ਬੱਚੇ ਜਿਹੜੇ ਹੋ ਰਹੇ ਆ ਜੀ, ਆਪਾਂ ਜਿਹੜਾ ਇਹ ਜੀਵਨਾ ਮਰਨਾ ਤਾਂ ਬਣਿਆ ਹੀ ਆ ਜੀ। ਜਦੋਂ ਇੱਥੇ ਸੰਸਕਾਰ ਹੁੰਦਾ, ਆਪਾਂ ਸੀਗੇ ਉੱਥੋਂ ਵੀ ਰਿਸ਼ਤੇਦਾਰੀ ਖਿੱਚਦੀ ਸੀ ਵੀ ਉਹਨਾਂ ਦੇ ਫੁੱਲ ਇੱਥੇ ਲੈ ਕੇ ਆਓ, ਇੱਥੇ ਤਾਰਨੇ ਆ। ਬਿਲਕੁਲ। ਹੁਣ ਸਾਡੇ ਬੱਚੇ ਜਿਹੜੇ ਆ ਉਹ ਨਹੀਂ ਲੈ ਕੇ ਜਾਣਗੇ ਇੱਥੇ ਕਦੀ ਵੀ। ਬਿਲਕੁਲ ਸਹੀ ਹਾਂਜੀ, ਕਿਉਂਕਿ ਅਸੀਂ ਢਲਦੇ ਸੂਰਜ ਆ ਹੁਣ ਜੀ, ਤੇ ਉਹ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਕਿ ਜਾਣਾ ਕਿੱਥੇ ਆ, ਗੋਇੰਦਵਾਲ ਕਿੱਥੇ ਆ, ਕੀਰਤਪੁਰ ਸਾਹਿਬ ਕਿੱਥੇ, ਬਿਆਸ ਦਰਿਆ ਕਿੱਥੇ ਆ, ਤੇ ਹਰਿਦੁਆਰ ਕਿੱਥੇ ਆ ਜੀ। ਉਹ ਫਿਰ ਇੱਥੇ ਇਹ ਜਦੋਂ ਸੋਚੀ ਸਾਨੂੰ ਇੱਥੇ ਜੀ 3 ਸਾਲ ਲੱਗੇ। ਅੱਛਾ। ਇਸ ਪ੍ਰੋਜੈਕਟ ਨੂੰ ਇੱਥੇ ਨਿਪਰੇ ਚੜਨ ਤੱਕ, ਇੱਥੇ ਲਿਆਉਣ ਤੱਕ। ਇੱਥੇ ਡਿਪਾਰਟਮੈਂਟ ਬੜਿਆ ਜੀ, এনवायरमेंट ਆ, ਸੇਫਟੀ ਆ, ਹਰ ਤਰ੍ਹਾਂ ਦੀ ਉਹ ਦੇਖ ਕੇ ਅਖੀਰ ਉਹਨਾਂ ਨੇ ਫਿਰ ਸਾਨੂੰ ਇਹ ਮਹੀਨਾ 1.5 ਮਹੀਨਾ ਹੋਇਆ ਪਰਮਿਟ ਮਿਲ ਗਿਆ ਸਾਨੂੰ। ਤੇ ਇਹ ਟੱਕ ਜਿਹੜਾ ਆਪਾਂ ਲਾਇਆ 5 ਪੈਰਾਂ ਦੀ ਰਹਿਨਮਾਈ ਥੱਲੇ 30 ਅਗਸਤ ਨੂੰ, ਤੇ ਕੱਲ 31 ਅਗਸਤ ਨੂੰ ਉੱਥੇ ਜਿਹੜੀ ਕੰਸਟਰਕਸ਼ਨ ਸ਼ੁਰੂ ਹੋ ਚੁੱਕੀ ਹੈ ਜੀ। ਹਾਂਜੀ, ਤੇ ਇਸ ਦੀ ਬਹੁਤ ਲੋੜ ਸੀ। ਨਾਲ ਹੀ ਮੈਂ ਐਡ ਕਰਦਿਆਂ ਵੀ ਆਪਾਂ ਜਿਹੜੇ ਅਸਤੇ ਪੰਜਾਬ ਕਿਉਂ ਲੈ ਕੇ ਜਾਂਦੇ, ਹੁਣ ਆਪਣੇ ਭਾਈਚਾਰੇ ਦੇ ਵਿੱਚ ਫਿਊਨਲ ਹੋਮ ਕਿੰਨੇ ਖੁੱਲ ਗਏ ਆ। ਬਿਲਕੁਲ ਹਾਂਜੀ, ਕੈਲਗਰੀ ਲਾ ਲਓ, ਵੈਨਕੂਵਰ ਚ ਲਾ ਲਓ, ਕਿਚਨਰ ਲਾ ਲਓ, ਈਜੈਕਸ ਲਾ ਲਓ, ਟੋਰਾਂਟੋ ਬ੍ਰੈਂਟਨ ਏਰੀਆ ਚ ਲਾ ਲਓ। ਮੇਰੀ ਭਾਈ ਇੰਦਰ ਜੀ ਨਾਲ ਗੱਲਬਾਤ ਪਿਛਲੇ ਮਹੀਨੇ ਹੋਈ ਵੀ ਕੁਛ ਕਦੀ ਇਦਾਂ ਵੀ ਹੁੰਦਾ ਵੀ ਪਰਿਵਾਰ ਜਿਹੜੇ ਆ ਸੋਚੀ ਪੈ ਗਏ ਵੀ ਅਸੀਂ ਅਸਲ ਲੈ ਕਿੱਥੇ ਜਾਈਏ। ਉਹਨੇ ਜਿਹੜੀ ਮੈਨੂੰ ਗੱਲ ਦੱਸੀ ਮੈਂ ਆਪ ਹੈਰਾਨ ਹੋਇਆ। ਉਹ ਕਹਿੰਦੇ ਪਿਛਲੇ 4 ਸਾਲ ਤੋਂ ਬਹੁਤ ਅਸਤਰ ਆਪਣੇ ਉੱਥੇ ਜਿਹੜਾ ਸਟੋਰੇਜ ਰੂਮ ਹੈ, ਲਾਕਰ ਰੂਮ ਹੈ, ਉਹ ਚ ਪਏ ਆ। ਅੱਛਾ। ਉਹ ਬੱਚੇ ਕਹਿੰਦੇ ਵੀ ਅਸੀਂ ਜਾਈਏ ਕਿੱਥੇ ਹੈ ਜੀ। ਤੇ ਫਿਰ ਉਹਨਾਂ ਆਪਣੇ ਵੀ ਫੁੱਲਤਾਨ ਨਹੀਂ ਛੱਡੀ, ਕੋਰਟ 'ਚ ਜਾਣਾ ਪੈਂਦਾ, ਲੰਬੇ ਪ੍ਰੋਸੀਜਰ ਆ। ਤੇ ਹੁਣੇ ਮੈਂ ਕਹਿੰਦਾ ਵੀ ਇਹ ਜਿਹੜੀ ਸੇਵਾ ਜੋ ਵੀ ਕਾਰਜ ਹੈ, ਇਹ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਤੋਹਫਾ ਦਿੱਤਾ ਸੀ, ਜਿਹੜੀ ਅਟੀਬਕੋ ਕਰੀਬ ਗੁਰਦੁਆਰੇ ਦੀ ਪ੍ਰਾਪਰਟੀ ਦੇ ਵਿੱਚ। ਨਾਲ ਹੀ ਮੈਂ ਇੱਥੇ ਐਡ ਕਰਦੇ, ਜਦੋਂ ਇਹ 25 ਕਿੱਲੇ ਜ਼ਮੀਨ ਖਰੀਦੀ ਸੀ ਉਦੋਂ ਕਰੀਬ ਮੇਰੇ ਕੁਝ ਵੀਰ ਕਹਿੰਦੇ ਸੀਗੇ ਵੀ ਜਿਹੜੀ ਕਰੀਕ ਦੇ ਪਰਲੇ ਪਾਸੇ ਜ਼ਮੀਨ ਆਪਾਂ ਹੁਣ ਕੀ ਕਰਾਂਗੇ ਉਹਦਾ। ਅੱਛਾ। ਪਰ ਅੱਜ ਸਾਡਾ ਵੀ ਮਨ ਬੜਾ ਖੁਸ਼ ਹੁੰਦਾ ਵੀ ਕਰੀਕ ਦੇ ਪਰਲੇ ਪਾਸੇ ਵੀ ਗਰਾਊਂਡਾਂ ਬਣੀਆਂ, ਉਰਲੇ ਪਾਸੇ ਵੀ ਗਰਾਊਂਡਾਂ ਬਣੀਆਂ, ਤੇ ਸੈਂਟਰ 'ਚ ਕਰੀਕ ਨਾਲ ਜਿੱਥੇ ਅਸੀਂ ਆਪਣੇ ਵਡੇਰਿਆਂ ਦੀਆਂ ਉੱਥੇ ਫੁੱਲ ਤਾਰਨੇ ਆ। ਪਾਰਕ ਬਹੁਤ ਵਧੀਆ ਬਣ ਰਿਹਾ, ਕੀਰਤਪੁਰ ਪਾਰਕ ਨਾਂ ਰੱਖਿਆ। ਉੱਥੇ ਬੈਠ ਕੇ ਤੁਸੀਂ ਕੀਰਤਨ ਜੋ ਅੰਦਰ ਚੱਲਦਾ, ਉੱਥੇ ਸਪੀਕਰ ਲੱਗੇ ਹੋਣਗੇ, ਉਹੀ ਚੱਲੂ। ਪਾਰਕ ਪਰਿਵਾਰ ਆਪਣੇ ਵਿਸ਼ੇ ਜੀ ਦੀ ਬੈਠ ਕੇ ਗੱਲਾਂ ਬਾਤਾਂ ਯਾਦਾਂ ਸਾਂਝੀਆਂ ਕਰ ਸਕਦਾ ਜੀ। ਇਹ ਆਪਣੀ ਜਿਹੜੀ ਆ ਗੁਰੂ ਕਿਰਪਾ ਕਰੇ 31 ਦਸੰਬਰ ਤੋਂ ਪਹਿਲੇ ਸਾਡਾ ਨਿਸ਼ਾਨਾ ਤਾਂ ਹਫ਼ਤੇ 'ਚ ਪੂਰਾ ਹੋਵੇ, ਪਰ এনवायरमेंट ਸਾਰਾ ਕੁਝ ਕੰਡੀਸ਼ਨਾਂ ਜੋ ਗਵਰਨਮੈਂਟ ਦੀਆਂ ਉਹ ਪੂਰੀਆਂ ਕਰਦੇ ਕਰਦੇ 2-3 ਮਹੀਨੇ ਤੱਕ ਪੂਰਾ ਹੋ ਜੂ। ਉਮੀਦ ਹੈ এনवायरमेंट ਦੇ ਮਾਪਦੰਡ ਆਪਣੇ ਹੁੰਦੇ ਨੇ, ਸੇਫਟੀ ਦੇ ਮਾਪਦੰਡ ਹੁੰਦੇ ਨੇ, ਉਹ ਸਾਰਾ ਕੁਝ ਮੱਦੇਨਜ਼ਰ ਰੱਖਦੇ ਹੋਏ ਜਿਵੇਂ ਕੈਨੇਡਾ ਦੇ ਜੋ ਰੂਲ ਐਂਡ ਰੈਗੂਲੇਸ਼ਨਸ ਹੈ ਉਹਨਾਂ ਨੂੰ ਵੀ ਅਸੀਂ ਧਿਆਨ 'ਚ ਰੱਖਣਾ ਜ਼ਰੂਰੀ ਹੈ। ਬਿਲਕੁਲ। ਪਰ ਜਿਹੜਾ ਕ੍ਰੀਕ ਦੇ ਵਿੱਚ ਜਿਵੇਂ ਆਪਾਂ ਤੁਸੀਂ ਦੱਸਿਆ ਕਿ ਇੱਕ ਕ੍ਰੀਕ ਲੰਘ ਰਹੀ, ਉਹਦੇ ਵਿੱਚ ਜਿਹੜੀ ਆਪਾਂ ਜਲ ਪ੍ਰਵਾਹ ਕਰ ਸਕਦੇ ਹਾਂ ਸਾਡੀਆਂ ਅਸਥੀਆਂ ਤਾਂ। ਹਾਂਜੀ। ਫਿਰ ਜਿਹੜਾ এনवायरमेंट ਕੈਨੇਡਾ ਦੀ ਗੱਲ ਕਰੀਏ ਤਾਂ ਉਹਨਾਂ ਨੇ ਤੁਹਾਨੂੰ ਇਹ ਹਰੀ ਝੰਡੀ ਦੇਤੀ ਹੈ ਕਿ ਤੁਸੀਂ ਇਹ ਕਰ ਸਕਦੇ ਹੋ। ਬਿਲਕੁਲ ਜੀ, ਸਾਰਾ
ਸਾਰਾ ਕੁਝ ਕਲੀਅਰ। ਪਰ ਇਹ ਵੀ ਤੁਹਾਨੂੰ ਦੱਸ ਦਿਆਂ ਵੀ ਇੱਥੇ ਜਲ ਪ੍ਰਵਾਹ ਅਸਥੀਆਂ ਪਿਛਲੇ 5 ਸਾਲ ਤੋਂ ਹੋ ਰਹੀਆਂ। ਅੱਛਾ। ਜਦੋਂ ਅਸੀਂ 15 ਚ ਕਮੇਟੀ ਚ ਆਏ ਵੀ ਸਾਨੂੰ ਪਤਾ ਲੱਗਾ ਵੀ ਇਹ ਕ੍ਰੀਕ ਪਾਸ ਆ ਆਲਰੇਡੀ ਵੀ ਤੁਸੀਂ ਆਪਣੇ ਅਸਥ ਜਿਹੜੇ ਜਲ ਪ੍ਰਵਾਹ ਕਰ ਸਕਦੇ ਇੱਥੇ। ਠੀਕ ਹੈ। ਤੇ ਕੈਨੇਡਾ ਚੋਂ, ਕੈਲੀਫੋਰਨੀਆ ਵੱਲੋਂ, ਵਿਨੀਪੈਗ ਵੱਲੋਂ, ਟੋਰਾਂਟੋ ਤੋਂ, ਇਹਦੇ ਵਿੱਚ ਇਕੱਲੇ ਸਿੱਖ ਨਹੀਂ, ਜਿਹੜੇ ਵੀ ਕੋਈ ਵੀ ਗੁਰੂ ਨਾਨਕ ਨਾਮ ਲੈਣ ਨੂੰ ਮੰਨਣ ਵਾਲਾ ਸੰਗਤ ਜਿਹੜੀ ਆ, ਚਾਹੇ ਉਹ ਹਿੰਦੂ ਆ, ਇਹ ਅੱਜ ਕੱਲ੍ਹ ਕ੍ਰਿਸਚਨ ਬੜੇ ਫਿਰੋ ਕਰਦੇ ਆ ਜੀ, ਸੰਸਕਾਰ ਕਰਦੇ ਆ, ਉਹ ਵੀ ਪੁੱਛਦੇ ਆ ਵੀ ਅਸੀਂ ਜੇ ਕਰਨਾ ਕੀ ਰੀਤ ਰਿਵਾਜ ਆ। ਉਹਨਾਂ ਨੂੰ ਜਿੰਨੇ ਆਪਣੇ ਪੰਜਾਬੀ ਫਿਲਮ ਹੋਮ ਵਾਲੇ ਉਹ ਸਾਰੇ ਗਾਈਡ ਕਰ ਰਹੇ ਆ। ਠੀਕ ਹੈ ਜੀ। ਤੇ ਉਹ ਵੀ ਤਾਰ ਨਾ ਸਕਦੇ ਜਿੱਥੇ ਇਕੱਲੇ ਜਿਹੜੇ ਇਕੱਲੇ ਸਿੱਖਾਂ ਲਈ ਆ, ਹਰ ਇਨਸਾਨ ਲਈ ਜਿਹੜਾ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਦਾ ਉਹਨੂੰ ਪਿਆਰ ਕਰਦਾ ਜੀ। ਸੋ ਮੈਂ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਦੱਸ ਦਵਾਂ ਕਿ ਜਦੋਂ ਆਪਾਂ ਕਹਿੰਦੇ ਆ ਕਿ ਵੀ ਅਸੀਂ ਆਪਣੇ ਬਜ਼ੁਰਗਾਂ ਦੇ, ਵਡੇਰਿਆਂ ਦੇ, ਜਾਂ ਸਾਡੇ ਜਿੰਨਾ ਵੀ ਕਿਸੇ ਦੀ ਮੌਤ ਹੋ ਗਈ ਹੈ, ਡੈਥ ਹੋ ਗਈ ਹੈ, ਤਾਂ ਉਹਨਾਂ ਦੀਆਂ ਅਸਥੀਆਂ ਜਿਨ੍ਹਾਂ ਨੂੰ ਆਪਾਂ ਫੁੱਲ ਕਹਿੰਦੇ ਆ ਵੀ ਫੁੱਲ ਤਾਰਨ ਚੱਲੇ ਆ, ਜਿਵੇਂ ਕੀਰਤਪੁਰ ਸਾਹਿਬ, ਹਰਿਦੁਆਰ, ਉਹ ਅੱਜ ਕੱਲ ਜਿਹੜਾ ਸੀ ਉਹ ਕੈਨੇਡਾ ਦੀ ਧਰਤੀ ਦੇ ਵਿੱਚ ਡਿਕਸੀ ਗੁਰਦੁਆਰਾ ਦੇ ਵਿੱਚ ਕੀਰਤਪੁਰ ਸਾਹਿਬ ਨਾਮ ਦਾ ਪਾਰਕ ਹੈ ਜਿਹੜਾ, ਉਹਦੀ ਨੀਂਹ ਪੱਥਰ ਰੱਖ ਦਿੱਤਾ ਗਿਆ। ਆਉਣ ਵਾਲੇ ਜਿਵੇਂ ਇਹਨਾਂ ਨੇ ਬਲ ਸਾਹਿਬ ਨੇ ਦੱਸਿਆ ਕਿ 31 ਦਸੰਬਰ ਤੱਕ ਉਹ ਬਿਲਕੁਲ ਓਪਨ ਕਰ ਦਿੱਤਾ ਜਾਵੇਗਾ ਸੰਗਤਾਂ ਦੇ ਲਈ। ਕਿਸੇ ਵੀ ਕੋਸ਼ਿਸ਼ ਹੈ ਜੀ, ਆਪਣੀ ਕੋਸ਼ਿਸ਼ ਜੀ, ਕੁਝ ਤਾਂ ਪਹਿਲੇ ਹੋ ਜੇ ਬਾਅਦ ਚ ਹੋ ਸਕਦਾ, ਪਰ ਸਾਡਾ ਟਾਰਗੇਟ ਜਿਹੜਾ 31 ਦਸੰਬਰ ਤੱਕ ਉਹਨਾਂ ਨੇ ਮਿਥਿਆ ਹੋਇਆ ਵੀ 31 ਦਸੰਬਰ ਤੱਕ ਜਿਹੜਾ ਹੋ ਸਕਦਾ। ਕਿਸੇ ਵੀ ਧਰਮ ਦਾ, ਜਿਵੇਂ ਕਿ ਕੋਈ ਹਿੰਦੂ ਜਿਹੜੇ ਵੀ ਇਸ ਸੰਸਕਾਰ ਦੇ ਵਿੱਚ ਵਿਸ਼ਵਾਸ ਰੱਖਦੇ ਆ, ਤਾਂ ਉਹ ਉਸ ਪਾਰਕ ਦੇ ਵਿੱਚ ਜਿਹੜੀ ਲੰਘ ਰਹੀ ਕਰੀਕ ਹੈ ਤਾਂ ਉਹ ਆਪਣੇ ਫੁੱਲ ਤਾਰਨ ਵਾਲੀ ਰੀਤ ਹੈ ਜਿਹੜੀ, ਜਾਂ ਅਸਥੀਆਂ ਜਲ ਪ੍ਰਵਾਹ ਕਰਨ ਵਾਲੀ ਰੀਤ ਆ, ਉਹ ਪੂਰੀ ਕਰ ਸਕਦੇ ਆ। ਸੋ ਪ੍ਰੋਗਰਾਮ ਦੇ ਵਿੱਚ ਔਰ ਦੌਰਾਨ ਕਿਸੇ ਕਿਸਮ ਦੀ ਕਾਲ ਜਾਂ ਤੁਸੀਂ ਕੋਈ ਨੰਬਰ ਲੈਣਾ ਚਾਹੁੰਦੇ ਆ 905 790 9099 ਤੇ ਡਿਕਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਡੇ ਕੋਲ ਨਾਲ ਅੱਜ ਗੁਰਪ੍ਰੀਤ ਬੱਲ ਜੀ ਨੇ, ਉਹਨਾਂ ਨਾਲ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ। ਔਰ ਇਹਨਾਂ ਦਾ ਨੰਬਰ ਵੀ ਤੁਸੀਂ ਲੈ ਸਕਦੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕਿਸੇ ਨੇ ਅਸਥੀਆਂ ਜਲ ਪ੍ਰਵਾਹ ਕਰਨਾ ਚਾਹੁੰਦੇ ਆ, ਆਪਣੇ ਵਡੇਰਿਆਂ ਦੀਆਂ ਅਸਥੀਆਂ ਪਈਆਂ, ਜਾਂ ਜਿਵੇਂ ਇਹਨਾਂ ਨੇ ਦੱਸਿਆ ਕਿ ਪਿਛਲੇ 4 ਸਾਲ ਤੋਂ ਫਿਊਨਰਲ ਹੋਮ ਦੇ ਵਿੱਚ ਅਸਥੀਆਂ ਪਈਆਂ ਨੇ, ਕੋਈ ਲੈ ਕੇ ਨਹੀਂ ਜਾ ਰਿਹਾ, ਤਾਂ ਇਹ ਕੀਰਤਪੁਰ ਸਾਹਿਬ ਪਾਰਕ ਦਾ ਨੀਂਹ ਪੱਥਰ ਇਸੇ ਹੀ ਕਨਸੈਪਟ ਨੂੰ ਨਜ਼ਰ 'ਚ ਰੱਖਦੇ ਹੋਏ ਬਣਾਇਆ ਗਿਆ। ਸੋ ਆਪਣੇ ਜਿਹੜੇ ਬਜ਼ੁਰਗਾਂ ਦੀਆਂ ਜਾਂ ਜਿਨ੍ਹਾਂ ਦੇ ਵੀ ਨਜ਼ਦੀਕੀ ਤੁਹਾਡੇ ਹੋਏ ਆ, ਉਹਨਾਂ ਦੀਆਂ ਤੁਸੀਂ ਅਸਥੀਆਂ ਤਾਰਨ ਲਈ ਇਹ ਕੀਰਤਪੁਰ ਸਾਹਿਬ ਪਾਰਕ ਹੈ ਜਿਹੜਾ ਡਿਕਸੀ ਗੁਰਦੁਆਰਾ ਟੋਰਾਂਟੋ ਹੈ, ਬਰੈਂਪਟਨ ਦੇ ਵਿੱਚ ਹੈ, ਉੱਥੇ ਤੁਸੀਂ ਆ ਸਕਦੇ ਹੋ। ਇੱਥੇ ਰਮਦੀ ਜੀ ਮੈਂ ਕੱਲ ਐਡ ਹੋਰ ਕਰ ਦਿਆਂ, ਜਿਹੜਾ ਪਾਰਕ ਬਣ ਗਿਆ ਨਾ ਜੀ, ਤੇ ਇੱਕ ਤਾਂ ਹਰ ਪੁਰਾਣੀ ਗੁਰਦੁਆਰਾ ਸਾਹਿਬ ਆਊ ਬਿਲਕੁਲ, ਤੇ ਮੱਥਾ ਟੇਕ ਕੇ ਆਪਣੇ ਵਿਛੜੇ ਪਰਿਵਾਰ ਦੇ ਜੀ ਦੀਆਂ ਅਰਦਾਸ ਬੇਨਤੀ, ਤੇ ਉੱਥੋਂ ਮੈਨੇਜਰ ਦਫ਼ਤਰ ਜਾ ਕੇ ਜਿਹੜਾ ਆਪਣਾ ਬੁਕਿੰਗ ਆਫਿਸ ਆ, ਉੱਥੋਂ ਭਾਈ ਸਾਹਿਬ ਨਾਲ ਲੈ ਕੇ ਉੱਥੇ ਇਹ ਵੀ ਤੁਸੀਂ ਬਾਹਰੋਂ ਆਏ ਤੇ ਉੱਥੇ ਜਲਪਾ ਕਰਕੇ, ਕਿਉਂਕਿ ਉਹ ਬਕਾਇਦਾ ਉੱਥੇ ਗੇਟ ਜਿਹੜਾ ਬਣਾ ਲੋਕ ਲੱਗਾ ਹੋਣਾ, ਅੰਦਰ ਜਾਣਗੇ, ਅੰਦਰੋਂ ਚਾਬੀ ਲੈ ਕੇ ਭਾਈ ਸਾਹਿਬ ਆਉਣਗੇ, ਉੱਥੇ ਉਹਨੇ ਘੰਟਾ 2 ਘੰਟੇ ਜਿੰਨੇ ਚਿਰ ਬੈਠਣਾ। ਉਸ ਤੋਂ ਬਾਅਦ ਤੇ ਨਾਲ ਮੈਂ ਬੇਨਤੀ ਕਰਦਾ, ਜਿੱਦਾਂ ਆਪਣੇ ਵਡੇਰੇ ਸਾਰੇ ਉੱਥੇ ਇੰਨੇ ਜਲ ਪ੍ਰਵਾਹ ਕਰਦੇ ਆ, ਹਰਿਦੁਆਰ ਵੀ ਜਾਂ ਹੋਰਨਾਂ ਤੇ ਜਾਂ ਕੀਰਤਪੁਰ ਸਾਹਿਬ ਆ, ਉੱਥੇ ਬੈਠੇ ਨੇ ਨਾ ਆਪਣੇ ਲਿਖਣ ਵਾਲੇ ਵੀ ਕੌਣ ਮਰਿਆ, ਕਿਹੜੀ ਫੈਮਿਲੀ ਦਾ, ਕਿਹੜਾ ਪਿੰਡ ਆ। ਇੱਥੇ ਮੇਰੀ ਚਰਨਾਂ 'ਚ ਬੇਨਤੀ ਹੈ ਸੰਗਤਾਂ ਦੇ ਵੀ ਤੁਸੀਂ ਆਓ, ਆਪਣਾ ਪਿੰਡ ਜਿਹੜਾ ਪੁਰਾਣੇ ਵਿਛੜ ਗਿਆ ਉਹਦਾ ਨਾਂ ਪਤਾ ਲਾ ਕੇ, ਅੱਜ ਤੋਂ 100 ਸਾਲ ਬਾਅਦ ਸਾਡੇ ਬੱਚਿਆਂ ਦੇ ਬੱਚੇ ਉਹ ਪੁੱਛਣ ਵੀ ਸਾਡਾ ਡਿਕਸੀ ਗੁਰਦੁਆਰਾ ਸਾਹਿਬ ਦੇ ਉੱਥੇ ਜਿਹੜਾ ਕੀਰਤਪੁਰ ਉੱਥੇ ਸੀ, ਉਹ ਅੱਜ ਕੱਲ੍ਹ ਤਾਂ ਕੰਪਿਊਟਰ ਦੇ ਵਿੱਚ ਕਿਹੜਾ ਹੱਥ ਨਾਲ ਲਿਖਣਾ, ਇੱਕ ਕਿਸਮ ਦੀ ਰਜਿਸਟ੍ਰੇਸ਼ਨ ਹੋ ਜਾਏਗੀ। ਹਾਂਜੀ, ਰਜਿਸਟ੍ਰੇਸ਼ਨ ਹੋ ਜਾਊਗੀ, ਨਾਲੇ ਪਤਾ ਯਾਦਾਂ ਰਹਿਣਗੀਆਂ ਵੀ ਇੱਥੇ ਹੋਇਆ ਜੀ। ਸੋ ਅੱਗੇ ਬਲ ਸਾਹਿਬ ਜਿਹੜੇ ਆਪਾਂ ਥੋੜਾ ਜਿਹਾ ਅੱਗੇ ਵਧੀਏ ਕਿ ਡਿਕਸੀ ਗੁਰਦੁਆਰਾ ਦੇ ਬਾਰੇ ਜਿਹੜੀਆਂ ਕਮੇਟੀਆਂ ਦਾ ਪਿਛਲੇ ਸਮੇਂ ਦੇ ਵਿੱਚ ਜੇ ਗੱਲ ਕਰੀਏ, ਬਹੁਤ ਸਾਰੀ ਲੜਾਈ ਝਗੜੇ ਹੁੰਦੇ ਰਹੇ ਆ, ਔਰ ਇਸ ਲੜਾਈ ਝਗੜਿਆਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਵੀ ਲੱਖਾਂ ਹੀ ਡਾਲਰ ਹੈ ਜਿਹੜੇ ਉਹ ਬਰਬਾਦ ਹੋ ਗਏ, ਚਾਹੇ ਵਕੀਲਾਂ ਦੀਆਂ ਫੀਸਾਂ ਹੋਣ ਤੇ ਚਾਹੇ ਕਿਸੇ ਹੋਰ ਕਿਸਮ ਦੇ ਖਰਚੇ ਹੋਣ, ਔਰ ਜਿਹਦੇ ਨਾਲ ਇੱਕ ਕਮਿਊਨਿਟੀ ਦੇ ਵਿੱਚ ਕਹਿ ਲਓ ਕਿ ਵੀ ਇੱਕ ਬਦਨਾਮੀ ਵਾਲਾ ਮਾਹੌਲ ਵੀ ਬਣਦਾ ਆ ਰਿਹਾ ਸੀ। ਤਾਂ ਇਹ ਸਾਰਾ ਮਾਜਰਾ ਅਸਲ 'ਚ ਹੈ ਕੀ ਸੀ ਤੇ ਕਿਉਂ ਹੋਇਆ, ਤੇ ਅੱਜ ਦੀ ਡੇਟ 'ਚ ਜੇ ਮੈਂ ਗੱਲ ਕਰਾਂ ਤਾਂ ਜਿਵੇਂ ਤੁਸੀਂ ਇਹ ਬਹੁਤ ਵਧੀਆ ਜਿਹੜਾ ਉਪਰਾਲਾ ਕਰ ਰਹੇ, ਤੇ ਜੇ ਉਹੀ ਪੈਸਾ ਜਿਹੜਾ ਵਕੀਲਾਂ ਨੂੰ ਦਿੱਤਾ ਗਿਆ, ਉਹੀ ਸਾਰਾ ਪੈਸਾ ਕਿਤੇ ਨਾ ਕਿਤੇ ਇਹੀ, ਕਿਉਂਕਿ ਉਹ ਸੰਗਤਾਂ ਦਾ ਇੱਕ ਡਾਲਰ, ਚਾਹੇ ਪੈਨੀ ਹੈ, ਡਾਲਰ ਹੈ, 5 ਡਾਲਰ ਹੈ, 2 ਡਾਲਰ ਹੈ, ਉਹ ਸੰਗਤਾਂ ਦਾ ਪੈਸਾ ਸੀ ਜਿਹੜਾ ਕਿ ਵਕੀਲਾਂ ਦੀਆਂ ਫੀਸਾਂ 'ਚ ਜਿਹੜਾ ਲੜਾਈ ਝਗੜਿਆਂ ਦੇ ਕਰਕੇ ਚਲਾ ਗਿਆ, ਤੇ ਜਾਂ ਫਿਰ ਹੋਰ ਸਾਰੇ ਜਿਹੜੇ ਮਸਲੇ ਜਿਨ੍ਹਾਂ 'ਚ ਖਰਚ ਹੋ ਗਿਆ, ਤੇ ਉਹੀ ਕਿਤੇ ਸੰਗਤਾਂ ਦੇ ਉੱਪਰ ਲਗਾਇਆ ਜਾਂਦਾ, ਜਾਂ ਇਸ ਤਰ੍ਹਾਂ ਦੇ ਪਾਰਕ ਹੈ ਜਿਹੜੇ ਉਹਨਾਂ ਉੱਪਰ ਲਗਾਇਆ ਜਾਂਦਾ, ਤਾਂ ਮੈਨੂੰ ਲੱਗਦਾ ਵੀ ਸਾਡੀ ਕਮਿਊਨਿਟੀ ਦਾ ਤੇ ਸਾਡੀ ਜਿਹੜੀ ਸਿੱਖ ਕੌਮ ਹੈ ਉਹਦਾ ਨਾਮ ਵੀ ਰੌਸ਼ਨ ਹੋਣਾ ਸੀ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੈਂ ਜੀ ਇਹਦੇ ਬਾਰੇ ਕੀ ਕਹਿ ਸਕਦਾ,
क्योंकि दास ने जो 2015 अक्तूबर च इलैक्शन हुई, संगतां ने सेवा बख्शी, तो असीं हफ्ते 10 दिन बाद जो चार्ज लिया तो सारा मीडिया बैठा सी, स्टेज ते दास बोलिया भी डिक्सी गुरद्वारे के इतिहास के 2006 तो लैके ते 5 अक्तूबर इलैक्शन होने तक 2015 वो एक काला इतिहास आ। पिछोकड़ सियाणप इसे जी आ भी उस ना भुल्लीए। मैं उदन संगत दे विच सतगुरां दी हजूरी च ये वादा कीता सी भी असीं इस गल दे धारनी आ, कल की होया उन्नू भुल्लीए ते कल नूं आपां की करना, अज ये अरदास करके तुरीए। सो वो असीं जो कुछ भी होया वो इतिहास गवाया। बिल्कुल किन्ने माड़ा काम किया, किन्ने चंगा किया, उस 10-12 सालों के सतगुर जाने जाने उन्होंने अपने आप सारिਆਂ ਨੂੰ सजा भी देनी है। हौमे जिहड़ा हौमे च रहूगा गुरु बख्शदा नहीं कदी। बिल्कुल सही। ते ना ही संगत उन्हें अपने गल लाउंदी है। सारा कुछ अपने सामने इतिहास सिख कौम का फूल के देख लो, समझदार समझ ठीक है। कुछ समय ली वो चढ़दी कला करेंगे अपने खरे भी असीं कौन आ जी, पर जिन्ना तुसीं निमरता नाल गुरु तो डर के रहोगे, संगतां दे चरणों च उन्होंने हर गल सुनोगे, उन्होंने अपनी गल ला के जिन्नी भी गल तुसीं करनी उन्होंने तो विचार लैके करोगे, तुहाडी जिहड़ी कामयाबी आ वो हमेशा फतेह सतगुर तुहाडी झोली पाउणगे। पर बल साहब जिहड़ी तुहाडे च हंबलनैस हलीमी आ, तुसीं जिस दी गल कर रहे हो, कि तुहाडी सारी कमेटी दे जिन्ने भी मैंबर साहबान आ सारिਆਂ च यही हलीमी है कि ਜਦੋਂ कोई गुरुद्वारे ਵਿੱਚ कोई नवां जिवें कोई नਵੇਂ इमीग्रेंट्स आउंदे ने ਜਾਂ स्टूडेंट्स आउंदे ने ਤਾਂ ਉਹਨਾਂ ਦੇ ਨਾਲ ਸੇਮ ਇਸ ਤਰ੍ਹਾਂ ਦਾ ਹੀ ਵਿਹਾਰ ਜਿਹੜਾ ਕੀਤਾ ਜਾਂਦਾ? हाँ जी बिल्कुल जी, हाँ जी। कोई भी स्टूडेंट आता, कोई भी नवा आता, आके मिलते हैं, बैठते हैं, तो वो सारे कमेटी वाले कहते जी साडे प्रधान साहब नाल गल कर लो। प्रधान तो कौन है जी, हौमे लिखा जी निमाणिए सेवादार है, दास 1984 का लगा जी, कभी कोई फोटो खिचाउण दा ना चमकाउण दा, कोई बाबे दे दाते ना चम गया, बहुत बड़भागे जी। एक गल होर जिहड़ी गुरबाणी दे विच भी आउंदी है कि सतगुरु धरती धर्म है, जिहा कोई बीजे तिहा फल पावे। हाँ जी, ये मैं तुहाडी गल नाल सहमत हां कि जिहड़ा जिहने बीजिया उहनूं फल हो जा मिल जाना। पर बल साहब ਇਹਦੇ ਨਾਲ ਵੀ ਕਿਤੇ ਨਾ ਕਿਤੇ ਤੁਸੀਂ ਇਹਦੇ ਸਹਿਮਤੀ ਪ੍ਰਗਟ ਕਰੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਾਲਾ ਇਤਿਹਾਸ ਜਿਹਦਾ ਤੁਸੀਂ ਜ਼ਿਕਰ ਕੀਤਾ, ਉਹ ਕਾਲਾ ਇਤਿਹਾਸ ਦੁਬਾਰਾ ਨਾ ਦੁਹਰਾਇਆ ਜਾਵੇ, ਉਹਦੇ ਲਈ ਕੁਝ ਨਾ ਕੁਝ ਇਸ ਤਰ੍ਹਾਂ ਦੇ ਸੋਲੂਸ਼ਨ ਕੱਢ ਚੱਲੀਏ ਕਿ ਅਸੀਂ ਗੋਲਕ ਦੀ ਜਿਹੜੀ ਰਾਜਨੀਤੀ ਹੈ ਜਾਂ ਗੋਲਕ ਦੀ ਰਾਜਨੀਤੀ ਦੇ ਵਿੱਚ ਆਪਣੇ ਭਾਈਚਾਰੇ ਦੀਆਂ ਇੱਕ ਦੂਜੇ ਦੀਆਂ ਪੱਗਾਂ ਲਾਉਣੇ ਆ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਤਾਂ ਉਸ ਚੀਜ਼ ਤੋਂ ਅਸੀਂ ਬਚਿਆ ਜਾ ਸਕੇ। ਮੈਂ ਇਹ ਤੁਹਾਡਾ ਓਪੀਨੀਅਨ ਜਾਣਨਾ ਚਾਹਣਾ ਕਿ ਵੀ ਤੁਸੀਂ ਕੋਈ ਇੱਕ ਮੈਸੇਜ ਦੇ ਤੌਰ ਤੇ ਇੱਕ ਦੱਸੋ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਹਾਡੇ ਤੋਂ ਬਾਅਦ ਵੀ ਕੋਈ ਪ੍ਰਧਾਨ ਜਾਂ ਕੋਈ ਕਮੇਟੀ ਬਣਦੀ ਹੈ ਤਾਂ ਉਦੋਂ ਝਗੜੇ ਲੜਾਈ ਝਗੜਿਆਂ ਦੀ ਬਜਾਏ ਸੰਗਤਾਂ ਦੇ ਨਾਲ ਪ੍ਰੇਮ ਮੁਹੱਬਤ ਤੇ ਸੰਗਤਾਂ ਦੇ ਨਾਲ ਹੀ ਨਹੀਂ, ਉਸ ਤੋਂ ਬਾਅਦ ਜੇ ਹੋਰਾਂ ਕਮਿਊਨਿਟੀਆਂ ਦੇ ਵਿੱਚ ਵੀ ਮੈਸੇਜ ਪਹੁੰਚਾਈਏ ਕਿ ਸਾਡੇ 'ਚ ਪਿਆਰ ਬਹੁਤ ਹੈ। देखो जी, पहली गल तो जिन्नियां भी साडियां धार्मिक संस्थावां जी नॉर्थ अमेरिका की दुनिया लभे तो गुरुद्वारा साहिब आ, हुण जिहड़ा डिक्सी गुरुद्वारा जी इत्थे संगत पूरा हक आ। जदों आपां कमेटियां अंदर बैठ के जी बनाउने आ, ग्रुप इकट्ठे हो गए, जो डिक्सी दे पिछोकड़ इतिहास च बनदा रहा, 2 इस ग्रुप दे 1 उस ग्रुप दा 3 उस ग्रुप दे पा लो, डेमोक्रेसी तरीका जिन्हें बनना डायरैक्टर बनना, प्रधान सैकटरी चाहिए बाद चो चुने जाते, पहले 11 डायरैक्टरी होंगे जी। संविधान दे विच बड़ा वधिया लिखिया, उहदे विच हर मैंबर नूं $1100 मैंबरशिप फीस है, लाइफ मैंबर, ठीक है। वो मैंबर गुरद्वारा साहिब दे जिन्ने हैगे आ उन्हां नूं वोट पाउण दा हक है। जिन्ने भी खलोना वो जो चोन कमीशन बनता वो अपना एप्लीकेशन भरते जी, तो संगतां उन्होंने चुनते हैं वोटां दे नाल जी। हाँ जी, ये सारा बेस्ट तरीका जी। बिल्कुल ठीक। हाँ जी, पर जदों आपां गल करदे हां कि भी एक छोटा जिहा बस फंडा है कि भी सानू प्रधान ਜਾਂ ਡਾਇਰੈਕਟਰਸ ਬੋਰਡ ਆਫ ਡਾਇਰੈਕਟਰਸ ਬਣਾਉਣ ਦੀ ਕਿਉਂ ਲੋੜ ਪੈਂਦੀ ਹੈ, ਜਿੱਥੇ ਕਿ ਜਦੋਂ ਆਪਾਂ ਗੁਰੂ ਸਾਹਿਬਾਨ ਦੇ ਇਤਿਹਾਸ ਦੀ ਗੱਲ ਕਰੀਏ ਜਾਂ ਉਦੋਂ ਸਾਡੇ ਕੋਲੇ ਸਿਰਫ ਇੱਕ ਸੇਵਾਦਾਰਾਂ ਵਾਲੀ ਗੱਲ ਹੁੰਦੀ ਸੀ ਕਿ ਸਾਡਾ ਵੀ ਇਹ ਸੇਵਾਦਾਰ ਹੈ ਔਰ ਇਹਦੀ ਡਿਊਟੀ ਹੈ, ਔਰ ਜਿਹੜਾ ਮੁੱਖ ਸੇਵਾਦਾਰ ਹੈ ਜਿਵੇਂ ਹੁਣ ਤੁਸੀਂ ਪ੍ਰਧਾਨ ਹੋ, ਮੈਨੂੰ ਇਹ ਲੱਗਦਾ ਕਿ ਵੀ ਜਿਹਨੂੰ ਇਹ ਡਿਊਟੀ ਸੰਭਾਲੀ ਜਾਂਦੀ ਹੈ ਜਾਂ ਦਿੱਤੀ ਜਾਂਦੀ ਹੈ ਉਹਦੇ ਗਲ ਇੱਕ ਉਸਤਰਿਆਂ ਦੀ ਮਾਲਾ ਪਾ ਦਿੱਤੀ ਜਾਂਦੀ ਹੈ। ਉਸਤਰੇ ਮਤਲਬ ਬਲੇਡ ਜਿਹੜੇ ਹੁੰਦੇ ਆ ਕਿ ਜੇ ਉਹ ਹਿੱਲ ਜੁਲ ਕਰੇ ਤਾਂ ਉਹਦੇ ਕੱਟ ਲੱਗਣਗੇ, ਇਸ ਤਰ੍ਹਾਂ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ। पर ਅੱਜ ਕੱਲ ਇਹ ਕਨਸੈਪਟ ਬਿਲਕੁਲ ਉਲਟਾ ਹੁੰਦਾ ਜਾ ਰਿਹਾ, ਅਸੀਂ ਪਦਵੀਆਂ ਸਮਝਣ ਲੱਗ ਗਏ। ਮੈਂ ਮਾਫ ਕਰਨਾ ਜੇ ਮੈਂ ਗਲਤ ਹੋਵਾਂ, ਪਰ ਤੁਸੀਂ ਇਹਦੇ ਬਾਰੇ ਕੀ ਕਹਿਣਾ? ਦੇਖੋ ਮੈਂ ਤੇ ਅਸੀਂ ਤਾਂ ਆਪਣੇ ਡਿਕਸ਼ੀ ਦਾ ਜੁਮਰ ਲਿਖਦੇ ਆ, ਬਾਕੀ ਦਾ ਜੁਮਰ ਦੇ ਕੋਈ ਲਾਈਨ ਕਰਦੇ ਜੀ ਕਿਸੇ ਦੀ ਵੀ। ਡਿਕਸ਼ੀ ਦੇ ਇਤਿਹਾਸ ਦੇ ਵਿੱਚ ਜੀ ਪਿਛੋਕੜ ਦੇ ਵਿੱਚ ਆਰਗੇਨਾਈਜੇਸ਼ਨ ਰਨ ਕਰਨ ਲਈ
ਸਿਸਟਮ ਦਾ ਬਣਾਉਣਾ ਪਊ ਆਪਾਂ ਨੂੰ ਜੀ। ਉਹਦਾ ਪ੍ਰੈਜ਼ੀਡੈਂਟ ਵੀ, ਟ੍ਰੇਜਰ ਵੀ, ਸੈਕਟਰੀ ਵੀ ਬਣਾਉਣਾ, ਡਾਇਰੈਕਟਰ ਵੀ ਬਣਨੇ ਆ। ਠੀਕ ਹੈ। ਗੁਰਦੁਆਰੇ ਦੇ ਕੰਮ ਰੇਖ ਦੇਖ ਕਰਨ ਵਾਸਤੇ ਸਬ ਕਮੇਟੀਆਂ ਕਹ ਲਓ, ਉਹ ਕਮੇਟੀ ਦੇ ਵਿੱਚੋਂ ਹੀ ਵੀ ਆ ਇਹਦਾ ਇੰਚਾਰਜ, ਇਹਦਾ ਇੰਚਾਰਜ ਆ। ਪਰ ਏਡੀ ਵੱਡੀ ਬੋਡੀ ਰਨ ਕਰ ਲਈ ਪ੍ਰੈਜ਼ੀਡੈਂਟ ਦੀ ਲੋੜ ਪੈਣੀ, ਕਿਉਂਕਿ ਜਿਸ ਮੁਲਕ 'ਚ ਆਪਾਂ ਰਹਿ ਰਹੇ ਹਾਂ ਇੱਥੇ ਇਹਨਾਂ ਸਿਸਟਮਾਂ ਦੀ ਲੋੜ ਪੈਣੀ ਆ। ਤੇ ਉਹ ਜਦੋਂ ਅਸੀਂ ਬਣੇ ਆ ਜਾਂ ਪਹਿਲਾਂ ਵੀ ਆ, ਠੀਕ ਹੈ, ਉਹ ਨਾਂ ਲੱਗ ਜਾਂਦਾ ਪ੍ਰਧਾਨ। ਹਾਂਜੀ, ਮੈਂ ਤਾਂ ਆਪਣੀ ਜ਼ਿੰਮੇਵਾਰੀ ਕਹਿ ਸਕਦਾ ਜੀ, ਕਮੇਟੀ ਦੇ ਵਿੱਚ ਬੈਠ ਕੇ ਗੁਰੂ ਦੀ ਹਜ਼ਾਰੀ 'ਚ ਬੈਠ ਕੇ ਗੱਲ ਕਹੀ ਸੀ, ਨਾ ਮੈਂ ਪ੍ਰਧਾਨ ਆ, ਨਾ ਸਾਡੀ ਕਮੇਟੀ ਸੈਕਟਰੀ ਆ, ਨਾ ਕੋਈ ਖਜ਼ਾਨਚੀ ਆ, ਸਾਰੇ ਪ੍ਰਧਾਨ ਆ, ਸਾਰੇ ਸੈਕਟਰੀ, ਸਾਰੇ ਖਜ਼ਾਨਚੀ ਆ। ਤੇ ਮੈਨੂੰ ਮਾਣ ਹੈ ਜੀ 2015 ਤੋਂ ਲੈ ਕੇ ਹੁਣ ਤੱਕ 11 ਡਾਇਰੈਕਟਰ ਪਹਿਲਾਂ ਸੀ, 11 ਹੋਣੇ ਜੀ। ਬਹੁਤ ਵਧੀਆ ਟੀਮ ਰਹੀ ਆ, ਕੰਮ ਕੀਤਾ, ਕੰਮ ਕਰ ਰਹੇ ਆ। ਇਹ ਸਾਰਾ ਕੰਮ ਤਾਂ ਹੋਣਾ ਹੋ ਰਿਹਾ ਜੇ ਸਤਿਗੁਰਾਂ ਦਾ ਆਸ਼ੀਰਵਾਦ ਹੈ ਤੇ ਸੰਗਤਾਂ ਦਾ ਸਹਿਯੋਗ ਹੈ। ਬਸ ਇਹ ਗੁਰੂ ਦੀ ਕਿਰਪਾ ਹੀ ਵਰਸਦੀ, ਉਹਦੀ ਕਿਰਪਾ ਜੀ, ਬਸ ਮੇਰੇ ਸਤਿਗੁਰਾਂ ਦੀ ਕਿਰਪਾ। ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਤੁਸੀਂ ਔਰ ਤੁਹਾਡੀ ਟੀਮ ਹੈ, ਜਿਹਨੂੰ ਆਪਾਂ ਕਹਿ ਲਏ ਕਿ ਸਾਰੀ ਜਿਹੜੀ ਕਮੇਟੀ ਬਣੀ ਹੋਈ ਹੈ, ਮੈਂਬਰ ਸਾਹਿਬਾਨ ਹੈ, ਔਰ ਕੋਈ ਸ਼ੱਕ ਨਹੀਂ ਹੈ ਕਿ ਤੁਸੀਂ ਕੰਮ ਜਿਹੜਾ ਨਹੀਂ ਕਰਕੇ ਦਿਖਾਇਆ ਔਰ ਕਰ ਵੀ ਰਹੇ ਆ। ਔਰ ਉਹਦਾ ਨਤੀਜਾ ਜਿਹੜਾ ਕੀਰਤਪੁਰ ਸਾਹਿਬ ਪਾਰਕ ਬਣ ਜਾ ਰਿਹਾ, ਜਿਹੜਾ ਕਿ ਮੈਨੂੰ ਲੱਗਦਾ ਵੀ ਇਹ ਭਾਰਤ ਤੋਂ ਬਾਹਰ ਜਿਹੜਾ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ, ਹਾਂਜੀ, ਇੰਡੀਆ ਤੋਂ ਬਾਹਰ ਜੀ, ਦੁਨੀਆ ਵਿੱਚ ਪਹਿਲਾ ਇਹ ਪਾਰਕ ਬਣੂਗਾ ਜੀ। ਤੇ ਮੈਨੂੰ ਬੜੇ ਵਿਸ਼ਵਾਸ ਨਾਲ ਮੈਂ ਕਹਿੰਦਾ, ਇਹ ਵਿਸ਼ਵਾਸ ਤਾਂ ਆਇਆ ਜੇ ਮੇਰੇ ਬਾਪੂ ਦਾ ਆਸ਼ੀਰਵਾਦ ਹੈ, ਸੰਗਤਾਂ ਦਾ ਸਹਿਯੋਗ ਹੈ। ਦਿਲ ਦੀ ਤਮੰਨਾ ਸੀ ਵੀ ਪਾਰਕ ਦੁਨੀਆ ਦੇਖਣ ਆਵੇ, ਵੀ ਕੋਈ ਚੀਜ਼ ਬਣੀ ਇੱਥੇ, ਤੇ ਬਣਾਵਾਂਗੇ ਜੀ। ਸੰਗਤਾਂ ਦਾ ਸਾਥ ਰਿਹਾ ਨਾ ਜੀ, ਸਾਰੇ ਸੁਪਨੇ ਪੂਰੇ ਹੋਣਗੇ ਜੀ। ਔਰ ਅਸੀਂ ਆਸ ਕਰਦੇ ਹਾਂ ਕਿ ਔਰ ਸੰਗਤਾਂ ਦਾ ਸਾਥ ਵੀ ਰਹੇਗਾ, ਔਰ ਸਾਰਾ ਜੋ ਵੀ ਤੁਹਾਡੀ ਕਮੇਟੀ ਜਾਂ ਤੁਹਾਡੇ ਕਨਸੈਪਟ ਹੈ ਉਹ ਉਸੇ ਤਰੀਕੇ ਨਾਲ ਚੱਲਦੇ ਰਹਿਣਗੇ। ਪਰ ਇੱਕ ਗੱਲ ਹੋਰ ਜਿਹੜੀ ਮੈਂ ਪੁੱਛਣਾ ਚਾਹਣਾ, ਤੁਸੀਂ ਉਹਦੇ ਬਾਰੇ ਵੀ ਆਪਣਾ ਵਿਚਾਰ ਜ਼ਰੂਰ ਪ੍ਰਗਟ ਕਰਿਓ ਕਿ ਵੀ ਜਿਹੜੇ ਕੈਨੇਡਾ ਵਾਈਡ ਜੇ ਆਪਾਂ ਗੱਲ ਕਰੀਏ ਕਿ ਜਿਹੜੇ ਏਰੀਆਜ਼ ਦੇ ਵਿੱਚ ਜਾਂ ਏਰੀਆ ਜਿਵੇਂ ਆਪਾਂ ਕਹ ਲਓ ਕਿ ਵੀ ਜਿਵੇਂ ਟੋਰਾਂਟੋ ਤੋਂ ਬਾਹਰ ਛੋਟੇ ਸ਼ਹਿਰ, ਵੱਡੇ ਸ਼ਹਿਰ, ਜੋ ਵੀ ਹੈ ਤੁਸੀਂ ਕਹਿ ਸਕਦੇ ਹੋ, ਬਿਲਕੁਲ ਉਸ ਏਰੀਆ ਦੇ ਵਿੱਚ ਜਿੱਥੇ ਘੱਟ ਵਸੋਂ ਹੁੰਦੀ ਆ ਜਾਂ ਆਪਾਂ ਕਹ ਲਓ ਆਪਣਾ ਭਾਈਚਾਰਾ ਘੱਟ ਹੁੰਦਾ, ਉੱਥੇ ਜੇ ਕੋਈ ਗੁਰਦੁਆਰਾ ਬਣਦਾ ਹੈ ਜਾਂ ਗੁਰਦੁਆਰੇ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦਾ, ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਂਦਾ, ਤਾਂ ਉੱਥੇ ਇਹ ਪ੍ਰਧਾਨਗੀ ਨੂੰ ਲੈ ਕੇ ਲੜਾਈਆਂ ਬਹੁਤ ਘੱਟ ਹੁੰਦੀਆਂ। ਮੈਨੂੰ ਇਹ ਲੱਗਦਾ ਕਿ ਵੀ ਉੱਥੇ ਸ਼ਾਇਦ ਜਿਹੜੀ ਗੋਲਕ ਦੀ ਰਾਜਨੀਤੀ ਹੈ, ਜਿਹਨੂੰ ਆਪਾਂ ਕਹਿੰਦੇ ਆ ਕਿ ਉੱਥੇ ਜਿਹੜੇ ਡਾਲਰ ਜਾਂ ਜਿਹੜਾ ਇਹ ਮੱਥਾ ਟੇਕਣਾ ਜਾਂ ਚੜਾਵਾ ਘੱਟ ਚੜਦਾ, ਸ਼ਾਇਦ ਉਹ ਮਾਇਆ ਘੱਟ ਹੋਣ ਕਰਕੇ ਉੱਥੇ ਲੜਾਈ ਝਗੜੇ ਵੀ ਘੱਟ ਹੁੰਦੇ ਨੇ। ਇਹਦੇ ਬਾਰੇ ਤੁਹਾਡਾ ਕੀ ਵਿਚਾਰ? ਨਹੀਂ, ਲੜਾਈ ਝਗੜੇ ਤਾਂ ਜਿਹੜੇ ਆ ਨਾ ਜੀ, ਇਹ ਮੈਂ ਪਹਿਲਾਂ ਮਾਫੀ ਮੰਗਲਾਂ ਵੀ ਕੋਈ ਗੁੱਸਾ ਨਾ ਕਰਿਓ, ਕਿਉਂਕਿ ਜੇ ਅੱਜ ਆਪਾਂ ਸੰਗਤ ਦੀ ਕਚਹਿਰੀ 'ਚ ਬੈਠੇ ਆ ਵਿਜ਼ਨ ਪੰਜਾਬ ਦੇ ਥਰੂ, ਆਪਾਂ ਕੁਝ ਸੱਚ ਦੱਸੀਏ, ਸੱਚ ਗੱਲਾਂ ਕਰੀਏ, ਜਿਹਦੇ ਚੋਂ ਆਪਾਂ ਕੁਝ ਆਪਣੇ ਆਉਣ ਵਾਲੀ ਜਨਰੇਸ਼ਨ ਵਾਸਤੇ ਛੱਡ ਕੇ ਜਾਈਏ। ਨਾ ਕਿ ਉਹ ਕਹਿਣ ਵੀ ਸਾਡੇ ਜਿਹੜੇ ਬੁੜੇ ਆਏ ਸੀ ਕਮਲੇ ਸੀਗੇ, ਲੜਦੇ ਸੀਗੇ, ਹਉਮੈ ਪਿੱਛੇ, ਚੌਧਰ ਪਿੱਛੇ। ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਗੀ। ਪਿਛੋਕੜ 'ਚ ਬਹੁਤ ਗੁਰਦਿਆਂ ਦੇ ਵਿੱਚ ਮਿਸਅੰਡਰਸਟੈਂਡਿੰਗ, ਲੜਾਈਆਂ, ਧੜੇਬਾਜ਼ੀਆਂ ਚੱਲਦੀਆਂ ਸੀ, ਅੱਜ ਵੀ ਹੈਗੀਆਂ। ਪਰ ਅੱਜ ਮੈਨੂੰ 84 ਤੋਂ ਬਾਅਦ ਦੁਨੀਆ, ਇੰਡੀਆ ਨੂੰ ਛੱਡ ਕੇ ਸਫ਼ਰ ਕਰਨ ਦਾ ਬਹੁਤ ਮੌਕਾ ਮਿਲਿਆ, ਸਪੈਸ਼ਲੀ ਕੈਨੇਡਾ ਦੇ ਕੋਨੇ 'ਚ ਬਹੁਤ ਫਰਕ ਪਿਆ ਜੀ, ਬਹੁਤ ਜ਼ਿਆਦਾ ਹੈ। ਠੀਕ ਹੈ, ਜਿਹੜੀ ਸਾਡੇ ਦੀ ਬੁੱਢੀ ਲੀਡਰ ਵੀ ਬੁੱਢੀ ਹੋ ਗਈ, ਹੁਣ ਉਹ ਸੋਚ ਨਹੀਂ ਰਹਿ ਗਈ, ਉਹ ਮੈਂ ਨਹੀਂ ਰਹਿ ਗਈ, ਮੈਂ ਮਰ ਗਈ ਹੈ ਜੀ ਹੁਣ। ਤੇ ਜਿਹੜੀ ਅਗਲੀ ਜਨਰੇਸ਼ਨ ਆ ਰਹੀ, ਤੁਸੀਂ ਕੈਨੇਡਾ ਝਾਤੀ ਮਾਰੋ, ਕਿੰਨੇ ਵਧੀਆ ਗੁਰਦੁਆਰੇ ਵਿੱਚ ਯੰਗ ਜਨਰੇਸ਼ਨ ਇੱਥੋਂ ਦੀ ਆਈ ਹੈ। ਔਰ ਰੀਸੈਂਟਲੀ ਚਲੋ ਹੈਲੀਫੈਕਸ ਗੁਰਦੁਆਰਾ ਲੱਗਾ ਖੋਲ੍ਹਣ ਜੀ, ਯੈਲੋ ਨਾਈਫ 'ਚ ਲੱਗਾ ਗੁਰਦੁਆਰਾ ਖੋਲ੍ਹਣ ਜੀ, ਥੋੜੇ ਜਿਹੇ ਪਰਿਵਾਰ ਆ, ਕਿੱਡੇ ਵਧੀਆ ਪਿਆਰ ਦੇ ਨਾਲ ਬੈਠ ਕੇ, ਤੇ ਜਿੰਨਾ ਉਹਨਾਂ ਨੂੰ ਭਰਮਾ ਹੰਗਾਰਾ ਕੈਨੇਡਾ ਲੈਵਲ 'ਚੋਂ ਮਿਲਿਆ। ਮੈਂ ਇੱਕ ਪੁਰਾਣੀ ਗੱਲ ਦੱਸਦਾ ਜੀ, ਇੱਥੇ ਸਾਰਨੀਆ ਸ਼ਹਿਰ ਆ ਜੀ, ਉੱਥੇ 13 ਜਾਂ 14 ਫੈਮਲੀਆਂ ਸੀਗੀਆਂ। ਠੀਕ ਹੈ, ਬਿਜ਼ਨਸਮੈਨ ਸੀ, ਪ੍ਰੋਫੈਸ਼ਨਲ ਸੀਗੇ, ਉਹਨੂੰ ਮਨ ਬਣਾ ਕੇ ਆਪਾਂ ਗੁਰਦੁਆਰਾ ਖੋਲੀਏ। ਠੀਕ ਹੈ, ਉਹ ਸਾਰਿਆਂ ਨੇ ਕਿਹਾ ਵੀ ਲੰਡਨ ਲਾਗੇ ਹੈਗਾ, ਵਿੰਜਰ ਵੀ ਆ, ਘੰਟੇ ਦੀ ਡਰਾਈਵ ਨਹੀਂ, ਆਪਾਂ ਉੱਥੇ ਜਾਇਆ ਕਰਾਂਗੇ। ਨਹੀਂ ਯਾਰ, ਆਪਾਂ ਇੱਥੇ ਬੈਠੇ ਬਣਾਉਣਾ। ਉੱਥੇ ਜੀ 14-13 ਫੈਮਲੀਆਂ ਸੀ। ਠੀਕ ਹੈ, 7 ਡਾਇਰੈਕਟਰ ਬਣਾਉਣੇ ਸੀ, ਤੇ ਉਹਨਾਂ ਨੂੰ ਡਾਇਰੈਕਟਰ ਬਣਾਉਣ ਨੂੰ ਬੰਦੇ ਨਹੀਂ ਲੱਭਦੇ। ਅੱਛਾ, ਇਸ ਹਾਲ ਭੈਣਾਂ ਨੂੰ ਬੇਨਤੀਆਂ ਕੀਤੀਆਂ, 7 ਮੈਂਬਰ ਕਮੇਟੀ ਬਣ ਗਈ। ਹੌਲੀ ਹੌਲੀ ਰਿਸੈਸ਼ਨ ਆ ਗਿਆ, ਉੱਥੋਂ ਸਾਰੇ ਬਾਹਰ ਆ ਗਏ। 65,000 ਦੀ ਚਰਚ ਖਰੀਦੀ ਸੀਗੀ, ਤੇ ਉਹ ਚਰਚ ਵੀ ਵੇਚ ਕੇ ਉੱਥੇ 1-2 ਫੈਮਲੀਆਂ ਰਹਿ ਗਈ ਸੀ, ਬਾਕੀ ਸਾਰੇ ਬਾਹਰ ਆ ਗਏ ਸੀਗੇ। ਮੇਰਾ ਕਹਿੰਦਾ ਭਾਬੀ, ਜਿੱਥੇ ਗੁਰਦੁਆਰੇ ਬਣੇ ਆ, ਬੰਦ ਵੀ ਹੋਏ ਆ, ਜਦੋਂ ਤੋਂ ਪਰਿਵਾਰ ਮੂੰਹ ਹੋ ਗਏ, ਕੋਈ ਰਿਹਾ ਨਹੀਂਗਾ। ਪਰ ਜਿਹੜਾ ਲੜਾਈ ਦਾ, ਜਿੰਨਾ ਚਿਰ ਸੰਗਤ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੀ, ਪ੍ਰਬੰਧਕਾਂ ਨੇ ਮਨਮਰਜ਼ੀਆਂ ਕਰਨੀਆਂ। ਬਿਲਕੁਲ ਠੀਕ ਹੈ, ਸੰਗਤ ਪਹਿਲਾਂ, ਪ੍ਰਬੰਧਕ ਬਾਅਦ ਚੋਂ ਜੀ। ਆਪਾਂ ਸਮਝਦੇ ਆ ਪ੍ਰਬੰਧਕ ਪਹਿਲਾਂ, ਸੰਗਤ ਬਾਅਦ ਚ।
ਸੰਗਤ ਚਾਹੇ ਸਭ ਕੁਝ ਕਰ ਸਕਦੀ ਹੈ। ਬਿਲਕੁਲ ਠੀਕ, ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਜੀ। ਜੀ ਹਾਂਜੀ। ਸੋ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਬ੍ਰੇਕ ਤੋਂ ਬਾਅਦ ਹੋਰ ਵੀ ਕਾਫੀ ਜਿਹੜੇ ਸਵਾਲ ਆ ਉਹਨਾਂ ਦੇ ਉੱਪਰ ਚਰਚਾ ਕਰਾਂਗੇ। ਬ੍ਰੇਕ ਤੋਂ ਬਾਅਦ ਆਪਾਂ ਜਲਦ ਹਾਜ਼ਰ ਹੁੰਦੇ ਹਾਂ। ਔਰ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਤੁਹਾਡੇ ਫਿਰ ਜਿਹੜੇ ਸਵਾਲ ਨੇ ਜਾਂ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਆ ਤਾਂ 905 790 9099 ਗੁਰਦੁਆਰੇ ਜਿਹੜੇ ਕਿ ਇੱਥੇ ਦੇ ਕੈਨੇਡਾ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਜਾਂ ਗੁਰਦੁਆਰਿਆਂ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਲੜਾਈਆਂ ਹੁੰਦੀਆਂ ਨੇ, ਗੋਲਕ ਦੀ ਰਾਜਨੀਤੀ ਹੁੰਦੀ ਹੈ, ਉਹਦੇ ਸੰਬੰਧਿਤ ਜੇ ਕਿਸੇ ਕਿਸਮ ਦਾ ਕੋਈ ਸਵਾਲ ਤੁਸੀਂ ਕਰਨਾ ਚਾਹੁੰਦੇ ਆ ਤਾਂ ਡਿਕਸੀ ਗੁਰੂ ਘਰ ਤੋਂ ਅੱਜ ਸਾਡੇ ਨਾਲ ਪ੍ਰਧਾਨ ਜੋ ਕਿ ਗੁਰਦੁਆਰਾ ਦੇ ਪ੍ਰਧਾਨ ਨੇ ਗੁਰਪ੍ਰੀਤ ਬੱਲ ਸਾਡੇ ਸਟੂਡੀਓ 'ਚ ਹਾਜ਼ਰ ਹੋਏ ਆ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ 905 790 9099 ਕਾਲ ਕਰਨ ਦੇ ਲਈ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ। मैं क्या आओ जी, मैं क्या बैठो जी, मैं क्या जी दो साडा साथ, आजो 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 बैठो टीवी दे पास, हसीए हसाइए जीतो नाल ते बल दे नाल ਅਸੀਂ ਖੜਾਵਾਂਗੇ ਤੁਹਾਡੇ ਸਾਰਿਆਂ ਦੇ ਦਿਲ ਦੀਆਂ ਕਮੀਆਂ जदों देखोगे विजन पंजाब ते ਜਮਲੀਆਂ। इंडियन कज़ीन ਦਾ ਸਵਾਦ ਹੁਣ ਕੈਨੇਡਾ 'ਚ? ਜੀ ਹਾਂ, ਇੰਡੀਅਨ ਕਜ਼ੀਨ ਦਾ ਸਵਾਦ ਮਿਲੇਗਾ ਵਿਨੀਪੈਗ ਮੈਨੀਟੋਬਾ ਦੇ ਸਿਰਫ ਤੇ ਸਿਰਫ ਕਲੇ ਅਵਨ ਈਸਟ ਇੰਡੀਅਨ ਰੈਸਟੋਰੈਂਟ ਦੇ ਵਿੱਚ। ਉਹ ਵੀ ਕਿਸੇ ਇੱਕ ਜਗ੍ਹਾ ਨਹੀਂ ਬਲਕਿ ਕਲੇ ਅਵਨ ਈਸਟ ਇੰਡੀਅਨ ਰੈਸਟੋਰੈਂਟ ਸਰਵਸ ਯੂ ਔਨ 3 ਲੋਕੇਸ਼ਨਸ। For memorable food and exceptional value, you can contact us at, you can also mail us at ਚਾਹੇ 7 ਸਮੁੰਦਰ ਪਾਰ ਦੀ ਹੋਵੇ ਖਬਰ, ਚਾਹੇ ਕਿਸੇ ਵੀ ਸਰਕਾਰ ਦੀ ਹੋਵੇ ਖਬਰ, ਹਰ ਸ਼ੈ ਤੱਕ ਜਾਂਦੇ ਹਾਂ, ਹਰ ਖਬਰ ਦੀ ਤਹਿ ਤੱਕ ਜਾਂਦੇ ਹਾਂ। ਪੰਜਾਬ ਦੀ ਟੀਸ, ਪੰਜਾਬ ਦਾ ਦਰਦ ਵੀ ਖੋਲ ਸੁਣਾਉਂਦੇ ਹਾਂ। ਹਰ ਖਬਰ ਦੀ ਲੈਂਦੇ ਹਾਂ ਖਬਰ, ਪ੍ਰੋਗਰਾਮ ਖਬਰਾਂ ਦੀ ਖਬਰ ਵਿੱਚ ਮੇਰੇ ਨਾਲ ਜਾਣੀ ਕਿ ਦੀਪਕ ਸ਼ਰਮਾ ਚਨਾਥਲ ਨਾਲ ਸ਼ਾਮੀ 8:30 ਵਜੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਵੇਖਣਾ ਨਾ ਭੁੱਲਣਾ ਖਬਰਾਂ ਦੀ ਖਬਰ। ਸੁਖਬੀਰ ਦੇ ਪੈਸਿਆਂ ਵਾਲੇ ਟਰੱਕ, ਕੈਪਟਨ ਦੀ ਸੱਚੀਆਂ ਕਿਤੇ ਪੱਕ ਠੱਕ, ਕਿੱਥੇ ਪਏ ਨੇ ਮੋਦੀ ਦੇ 15 ਲੱਖ। ਪੱਪੂ ਹੋਏਗਾ ਪਾਸ ਜਾਂ ਫਿਰ ਕਟੇਗੀ ਨੱਕ। ਸੰਗਰੂਰ ਵਾਲਾ ਮਾਨ ਤੇ ਠੋਕੋ ਤਾਲੀ ਵਾਲਾ ਸਿੱਧੂ ਕਿਵੇਂ ਤੋੜਦੇ ਨੇ ਵਿਰੋਧੀਆਂ ਦੇ ਲੱਕ। ਗਾਇਕਾਂ ਦੇ ਊਟ ਪਟਾਂਗ ਗੀਤਾਂ ਦੇ ਅਸਲ ਮਾਇਨੇ, ਕਾਨੂੰਨ ਦੇ ਰਖਵਾਲਿਆਂ ਤੇ ਲੀਡਰਾਂ ਨੇ ਕਿੱਥੇ, ਕਿਉਂ ਤੇ ਕਿਵੇਂ ਖਿਲਾਰੀ ਖੱਪ। ਸਮਾਜ 'ਚ ਵਾਪਰਦੇ ਹਰ ਮਸਲੇ ਦੀ ਉਧੇੜਾਂਗੇ ਪਰਤ ਤੇ ਕਰਾਂਗੇ ਟੀਕਾ ਟਿੱਪਣੀ ਆਪਣੇ ਉਲਟ ਪੁਲਟ ਨਜ਼ਰੀਏ ਦੇ ਨਾਲ। ਸਾਡੇ ਖਾਸ ਪ੍ਰੋਗਰਾਮ ਉਲਟ ਪੁਲਟ 'ਚ ਦੇਖਣਾ ਨਾ ਭੁੱਲਣਾ ਮੰਡੇ ਟੂ ਫਰਾਈਡੇ ਰਾਤੀ 10 ਵਜੇ ਓਨਲੀ ਔਨ ਵਿਜ਼ਨ ਪੰਜਾਬ ਟੀਵੀ। ब्रेक तो बाद फिर तो थोड़ा स्वागत है। तुसी देख रहे हो विजन पंजाब टीवी और प्रोग्राम का नाम है जो पेश कर रहे हैं विजन प्राइम टाइम शो। सोमवार तो लैके वीरवार वाले दिन तक तुहाडी सेवा च असीं हाज़र हुन्ने और इस प्रोग्राम का जो समा हुंदा है वो 7 ਤੋਂ 8 हुंदा है और जिथे तुसीं इस प्रोग्राम नूं अपने टीवी सैट उपर देखदे हो नाल दी नाल इस प्रोग्राम का तुसीं सीधा प्रसारण फेसबुक ते भी देख सकते हो और फेसबुक ते तुसीं सर्च करो विजन पंजाब टीवी कैनेडा और सारे प्रोग्राम जो भी असीं पेश कर रहे हैं जो हो गए हैं वो सारे लिंक उत्थे मौजूद है, तुसीं देख सकते हो। अज जो असीं विशा तुहाडी नज़र कर रहे हैं ਕੈਨੇਡਾ ਦੇ ਵਿੱਚ ਗੁਰਦੁਆਰੇ ਜਿਹੜੇ ਬਣੇ ਨੇ ਗੁਰਦੁਆਰਿਆਂ ਦੇ ਵਿੱਚ ਜਿਹੜੀਆਂ ਕਮੇਟੀਆਂ ਨੇ ਜਾਂ ਇਹ ਕਹਿ ਲਓ ਕਿ ਪ੍ਰਧਾਨਗੀ ਨੂੰ ਲੈ ਕੇ ਲੜਾਈਆਂ ਝਗੜੇ ਹੁੰਦੇ ਨੇ ਔਰ ਲੱਖਾਂ ਹੀ ਡਾਲਰ ਇਸ ਲੜਾਈਆਂ ਝਗੜਿਆਂ ਦੀ ਹੋੜ ਦੇ ਵਿੱਚ ਲੱਗ ਜਾਂਦੇ ਆ। ਚਾਹੇ ਉਹ ਵਕੀਲਾਂ ਨੂੰ ਕੇਸ ਲੜੇ ਜਾਂਦੇ ਆ, ਵਕੀਲਾਂ ਨੂੰ ਫੀਸਾਂ ਦਿੱਤੀਆਂ ਜਾਂਦੀਆਂ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਨਿੱਕ ਸੁੱਕ ਖਰਚੇ ਆ ਉਹ ਚਾਹੇ ਸੰਗਤਾਂ ਦਾ $1 ਹੈ, ਇੱਕ ਪੈਨੀ ਆ, $2 $5 ਡਾਲਰ ਉਹ ਸਾਰਾ ਚੜਾਵਾ ਜਿਹੜਾ ਉਹ ਬਜਾਏ ਸੰਗਤਾਂ ਦੇ ਉੱਪਰ ਲੱਗਣ ਦੀ ਬਜਾਏ ਉਹ ਕੇਸਾਂ ਦੇ ਵਿੱਚ ਵਕੀਲਾਂ ਨੂੰ ਦਿੱਤਾ ਜਾਂਦਾ ਹੈ। ਇਹਨਾਂ ਝਗੜਿਆਂ ਦੇ ਕੀ ਕਾਰਨ ਹੈ, ਕਿਉਂ ਹੁੰਦੇ ਆ, ਕੀ ਇਹ ਗੋਲਕ ਦੀ ਰਾਜਨੀਤੀ ਹੈ, ਕੀ ਇਹ ਪ੍ਰਧਾਨਗੀ ਨੂੰ ਲੈ ਕੇ ਜਾਂ
ਜਿਹੜੀਆਂ ਕੁਰਸੀਆਂ ਨੇ, ਕੁਰਸੀਆਂ ਦੀ ਖਿੱਚ ਆ ਜਾਂ ਕੁਰਸੀਆਂ ਨੂੰ ਛੱਡਣ ਦਾ ਜਿਹੜਾ ਲਾਲਚ ਆ ਵੀ ਅਸੀਂ ਕੁਰਸੀ ਨਹੀਂ ਛੱਡਣੀ, ਉਹਨੂੰ ਲੈ ਕੇ ਹੁੰਦੀਆਂ ਨੇ, ਉਹਦੇ ਉੱਪਰ ਚਰਚਾ ਹੋ ਰਹੀ ਹੈ। ਨਾਲ ਦੀ ਨਾਲ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਕਿ ਡਿਕਸੀ ਗੁਰਦੁਆਰਾ ਦੇ ਵਿੱਚ, ਜਿਹਨੂੰ ਅਸੀਂ ਓਨਟਾਰੀਓ ਖਾਲਸਾ ਦਰਬਾਰ ਵੀ ਕਹਿੰਦੇ ਆ, ਉਹਦੇ ਸਾਡੇ ਨਾਲ ਅੱਜ ਪ੍ਰਧਾਨ ਸਾਹਿਬ ਜੋ ਕਿ ਗੁਰਪ੍ਰੀਤ ਸਿੰਘ ਬੱਲ, ਉਹ ਸਾਡੇ ਨਾਲ ਆਏ ਨੇ ਔਰ ਉਹ ਇਸ ਮੈਸੇਜ ਨੂੰ ਤੁਹਾਡੇ ਤੱਕ ਲੈ ਕੇ ਆਏ ਹੈ ਕਿ ਜਦੋਂ ਤੁਸੀਂ ਪੰਜਾਬ ਦੇ ਵਿੱਚ ਆਪਣੇ ਬਜ਼ੁਰਗਾਂ ਦੀਆਂ ਜਾਂ ਆਪਣੇ ਪਿਆਰਿਆਂ ਦੀਆਂ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਫੁੱਲ ਪਾਉਣ ਜਾਣਾ ਕੀਰਤਪੁਰ ਸਾਹਿਬ ਜਾਂ ਹਰਿਦੁਆਰ ਸਾਹਿਬ ਜਾਂ ਜਿੱਥੇ ਵੀ, ਤਾਂ ਉਹ ਕੀਰਤਪੁਰ ਸਾਹਿਬ ਪਾਰਕ ਹੈ ਜਿਹੜਾ ਗੁਰਦੁਆਰਾ ਡਿਕਸੀ ਗੁਰੂ ਘਰ ਦੇ ਵਿੱਚ ਬਣਾਇਆ ਜਾ ਰਿਹਾ ਔਰ ਉਹਦਾ ਨੀਂਹ ਪੱਥਰ ਰੱਖ ਦਿੱਤਾ ਗਿਆ, ਉਹਦੀ ਸੇਵਾ ਚੱਲ ਰਹੀ ਆ, ਉਹਦੇ ਬਾਰੇ ਮੈਸੇਜ ਵੀ ਲੈ ਕੇ ਆਏ ਆ। ਹੋਰ ਪ੍ਰਧਾਨਗੀ ਨੂੰ ਲੈ ਕੇ ਜਾਂ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਲੈ ਕੇ ਵੀ ਸਵਾਲ ਅੱਜ ਪੁੱਛੇ ਜਾ ਰਹੇ ਆ। ਸੋ ਆਓ ਫਿਰ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਲ ਜੀ। ਸੋ ਬਲ ਸਾਹਿਬ, ਆਪਾਂ ਨਾਲ ਜਿਹੜਾ ਕੀਰਤਪੁਰ ਸਾਹਿਬ ਪਾਰਕ ਦੀ ਜਿਹੜਾ ਨੀਂਹ ਪੱਥਰ ਰੱਖਿਆ ਉਹਦੀ ਵੀ ਚਰਚਾ ਕਰਦੇ ਜਾਵਾਂਗੇ, ਕਿਵੇਂ ਇਹ ਸਾਰਾ ਸਿਸਟਮ ਚੱਲ ਰਿਹਾ, ਸੰਗਤਾਂ ਦਾ ਸਹਿਯੋਗ ਸਾਨੂੰ ਬਹੁਤ ਚਾਹੀਦਾ, ਉਹਦੇ ਵੀ ਚਰਚਾ ਕਰਾਂਗੇ। ਪਰ ਨਾਲ ਦੀ ਨਾਲ ਜਿਵੇਂ ਮੈਂ ਸਵਾਲ ਤੁਹਾਨੂੰ ਕੀਤਾ ਸੀਗਾ ਕਿ ਵੀ ਘੱਟ ਗਿਣਤੀ ਜਾਂ ਘੱਟ ਵਸੋਂ ਵਾਲੇ ਗੁਰਦੁਆਰਿਆਂ ਦੇ ਵਿੱਚ ਪ੍ਰਬੰਧਕਾਂ ਨੂੰ ਲੈ ਕੇ ਜਾਂ ਪ੍ਰਬੰਧਕੀ ਢਾਂਚੇ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਜਿਹੜੀਆਂ ਲੜਾਈ ਝਗੜੇ ਘੱਟ ਹੁੰਦੇ ਆ। ਇੱਕ ਗੱਲ ਹੋਰ ਜਿਹੜੀ ਨਾਲ ਮੈਂ ਉਹਦੀ ਐਡ ਕਰਨੀ ਚਾਹੁੰਦਾ, ਜਦੋਂ ਅਸੀਂ ਕਹਿੰਦੇ ਆ ਕਿ ਵੀ ਸਾਡੇ ਕਿਸੇ ਗੈਰ ਕੌਮ ਦੇ ਬੰਦੇ ਨੇ ਵੀ ਉਹਦੀ ਜਿਹੜੀ ਦਸਤਾਰ ਲਾਤੀ ਜਾਂ ਉਹਦੀ ਮਤਲਬ ਕੋਈ ਬੇਅਦਬੀ ਕੀਤੀ, ਤਾਂ ਸਾਨੂੰ ਉਸ ਦਾ ਜਦੋਂ ਕਹਿੰਦੇ ਵੀ ਸਾਨੂੰ ਲਹੂ ਸਾਡਾ ਉਬਾਲੇ ਮਾਰਦਾ। ਪਰ ਜਦੋਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਗੁਰਦੁਆਰੇ ਦੇ ਵਿੱਚ, ਹਾਲ ਦੇ ਵਿੱਚ ਸਾਡੇ ਹੀ ਲੋਕ, ਸਾਡੀ ਹੀ ਕੌਮ ਦੇ, ਸਾਡੇ ਹੀ ਆਪਣੇ ਭਾਈਚਾਰੇ ਦੇ ਵਿੱਚ ਜਦੋਂ ਇੱਕ ਦੂਜੇ ਦੀਆਂ ਪੱਗਾਂ ਲੈਂਦੀਆਂ ਨੇ ਜਾਂ ਉਛਾਲੀਆਂ ਜਾਂਦੀਆਂ, ਪ੍ਰਧਾਨਗੀ ਦਾ ਚੱਕਰ ਹੋਵੇ, ਚਾਹੇ ਕਮੇਟੀ ਦਾ ਚੱਕਰ ਹੋਵੇ ਜਾਂ ਹੋਰ ਵੀ ਆਪਣੀ ਕੋਈ ਹਉਮੈ ਦਾ ਚੱਕਰ ਹੋਵੇ, ਉਦੋਂ ਸਾਡੀਆਂ ਪੱਗਾਂ ਉਛਾਲੀਆਂ ਜਾਂਦੀਆਂ, ਉਦੋਂ ਫਿਰ ਇਹ ਚੀਜ਼ ਕਿਉਂ ਨਹੀਂ ਸਾਡਾ ਖੂਨ ਉਬਾਲੇ ਮਾਰਦਾ? ਇਹਦੇ ਬਾਰੇ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ। ਮੈਂ ਜੀ, ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਆਪਣਾ ਕੋਈ ਬਜ਼ੁਰਗ, ਨੌਜਵਾਨ ਬੱਚਾ, ਬੱਚੀ, ਅੰਮ੍ਰਿਤਧਾਰੀ ਬੱਚੇ ਬੱਚੀਆਂ ਬਹੁਤ ਹੈ ਜੀ, ਬਾਹਰ ਜਾਂਦੇ ਕਿਤੇ ਉਹਨਾਂ ਨਾਲ ਧੱਕਾ ਹੁੰਦਾ, ਡਿਸਕ੍ਰਿਮੀਨੇਸ਼ਨ ਹੁੰਦੀ ਆ ਜਾਂ ਉਹਨਾਂ ਦੀ ਦਸਤਾਰ ਨੂੰ, ਹੁਣ ਤਾਂ ਰਮਨ ਜੀ ਤੁਸੀਂ ਤਾਂ ਬਹੁਤ ਲੇਟ ਆਏ ਆ, ਅਰਲੀ ਕਹਿ ਲਓ 80s ਦੇ ਵਿੱਚ ਟੋਰਾਂਟੋ ਦੀ ਧਰਤੀ ਤੇ ਦਸਤਾਰਧਾਰੀ ਬਹੁਤ ਘੱਟ ਸਿੱਖ ਸੀਗੇ। ਜਦੋਂ ਬਾਹਰ ਜਾਂਦੇ ਸੀ, ਸਾਡੀ ਕੋਈ ਭੈਣ ਮਾਂ ਚੁੰਨੀ ਲੈ ਕੇ ਜਾਂਦੀ, ਸੂਟ ਪਾਇਆ ਹੁੰਦਾ ਸੀ, ਗੋਰੇ ਉਹਨਾਂ ਦੇ ਜਿਹੜੀ ਆ ਇਨਸਲਟ ਬੜੀ ਕਰਦੇ ਸੀ, ਦਸਤਾਰ ਹੱਥ ਨਾਲ ਪਿੱਛੋਂ ਚੱਕ ਦੇਣੀ, ਰੇਸਿਜ਼ਮ। ਹਾਂਜੀ, ਉਹ ਚਲੋ ਬੜੀ ਗੁਰੂ ਮਾਰੇ ਕਿਰਪਾ ਜੀ, ਉਹ ਤਾਂ ਬਹੁਤ ਲੰਬੀ ਸਟੋਰੀ ਹੈ ਜੀ, ਕੀ ਕੁਛ ਹੋਇਆ ਤੇ ਕਿੱਦਾਂ ਰੋਕਿਆ ਗਿਆ ਉਹਨਾਂ ਨੂੰ। ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਜੀ ਗੁਰਦੁਆਰੇ ਦੇ ਵਿੱਚ, ਠੀਕ ਹੈ, ਇਹ ਬਦਕਿਸਮਤੀ ਆ ਜਿਹੜੀਆਂ ਗੁਰਦੁਆਰੇ 'ਚ ਹੱਥੋਂ ਪਾਈ ਹੋਏ, ਪੱਗਾਂ ਲੱਥੀਆਂ, ਕਿਰਪਾਨਾਂ ਚੱਲੀਆਂ, ਇਹ ਤਾਂ ਮੈਂ ਜੀ ਜਿੰਨੀ ਕੁ ਮੇਰੀ ਸੋਚ, ਇੱਕ ਅਨਪੜ੍ਹ ਜਿਹਾ ਬੰਦਾ ਸੋਚ ਕੰਮ ਕਰਦੀ ਆ, ਇਹ ਹਉਮੈ ਦੇ ਮਾਰੇ ਲੋਕ ਹੈ ਜੀ। ਗੁਰੂ ਦਾ ਇਹਨਾਂ ਨੂੰ ਭਾਵ ਨਹੀਂ, ਗੁਰੂ ਨਾਲ ਪਿਆਰ ਨਹੀਂ, ਗੁਰੂ ਨੂੰ ਇੱਕ ਪਾਸੇ ਰੱਖ ਕੇ ਆਪਣੀ ਹਉਮੈ, ਮੈਂ ਵਾਲਾ ਬੰਦਾ ਕਦੀ ਕਾਮਯਾਬ ਨਹੀਂ ਹੁੰਦਾ। ਅਸੀਂ ਬਣ ਕੇ ਚੱਲਾਂਗੇ, ਪਿਆਰ ਨਾਲ ਰਵਾਂਗੇ। ਅਸੀਂ ਆਪਣੇ ਬੱਚਿਆਂ ਨੂੰ ਕੀ ਦੇ ਕੇ ਚੱਲੇ ਆ? ਬੱਚਿਆਂ ਦੇ ਇਤਿਹਾਸ ਜਦੋਂ ਲਿਖਣਾ, ਉਹਨੇ ਕਹਿਣਾ ਵੀ ਸਾਡੇ ਜਿਹੜੇ ਬੁੜੇ ਸੀਗੇ ਇਹਨੂੰ ਅਕਲ ਹੈ ਨਹੀਂ ਸੀ। ਇਹ ਜਿੰਨਾ ਆਪਾਂ ਸਿੱਖਾਂਗੇ, ਜਿੰਨਾ ਚੱਲਾਂਗੇ, ਵਧੀਆ ਬਣ ਕੇ ਮਿਸਾਲ ਕਾਇਮ ਕਰਾਂ। ਜੇ ਹੁਣ ਕਰੋਨਾ ਵੀ ਦੇਖੋ, ਸਿੱਖ ਭਾਸ਼ਾ ਦਾ ਨਾਂ ਕਿੱਡਾ ਉੱਚਾ ਗਿਆ, ਹਰ ਕੰਟਰੀ ਦੇ ਸੀਸ ਨੂੰ ਆਇਆ ਸਿੱਖਾ ਕੇ, ਹੈ ਜੀ। ਪਰ ਜਦੋਂ ਗੁਰਦੁਆਰੇ ਵਿੱਚ ਕੋਈ ਹੈਪਨ ਹੋ ਜਾਂਦਾ, ਇਹ ਗੁੱਸਾ ਹੈਗਾ ਕੋਈ ਸੈਕਿੰਡ ਦਾ, ਇੱਕ ਸੈਕਿੰਡ ਜੋ ਗੁੱਸਾ ਆਇਆ ਮੈਨੂੰ ਇਹਨਾਂ, ਪਰ ਗੱਲ ਉੱਥੇ ਆ ਜਾਂਦੀ ਆ, ਮੈਂ ਨਹੀਂ ਨਿਕਲਦੀ, ਉਹ ਮੈਂ ਜਦੋਂ ਵਿੱਚ ਰਹਿੰਦੀ ਬੜੀ, ਉਹ ਫਿਰ ਉੱਥੇ ਕੋਈ ਨਾ ਕੋਈ ਜੋ ਗਲਤ ਗੱਲ ਕਹਿ, ਬਿਆਨਬਾਜ਼ੀ, ਲੜਾਈ ਝਗੜਾ ਹੋ ਜਾਂਦਾ ਜੀ। ਇਹ ਇੱਕ ਮਾੜੀ ਗੱਲ ਹੈ। ਹਾਂਜੀ, ਔਰ ਮੰਦਭਾਗੀ ਘਟਨਾਵਾਂ ਇਹ ਹੁੰਦੀਆਂ ਵੀ ਰਹੀਆਂ। ਨਾਲ ਦੀ ਨਾਲ ਇੱਕ ਸਵਾਲ ਜਿਹੜਾ ਇਹ ਜੁੜਦਾ ਕਿ ਜਦੋਂ ਤੋਂ ਤੁਸੀਂ ਇਹ ਸੇਵਾ ਗੁਰੂ ਦੀ ਕਿਰਪਾ ਨਾਲ ਸੰਭਾਲੀ ਹੈ, ਤੁਹਾਡੇ ਕਾਰਜਕਾਲ ਦੌਰਾਨ, ਕਾਰਜਕਾਲ ਤਾਂ ਮੈਂ ਤਾਂ ਕਹਿ ਰਿਹਾ ਕਿ ਤੁਸੀਂ ਜਿਹੜੀ ਜਦੋਂ ਤੋਂ ਸੇਵਾ ਸੰਭਾਲੀ ਹੈ, ਤੁਹਾਡੀ ਨਜ਼ਰੇ ਜਾਂ ਤੁਹਾਡੀ ਕਮੇਟੀ ਦੇ ਵਿੱਚ ਇਸ ਤਰ੍ਹਾਂ ਦਾ ਕਦੇ ਕੋਈ ਹੈਪਨ ਹੋਇਆ ਹੋਵੇ ਤਾਂ? ਨਹੀਂ ਜੀ, ਕਦੇ ਨਹੀਂ। ਜਦੋਂ ਦੀ ਕਮੇਟੀ ਆਈ ਹੈ ਅਕਤੂਬਰ 15 ਤੋਂ ਲੈ ਕੇ, ਬੜੀ ਸਤਿਗੁਰਾਂ ਦੀ ਕਿਰਪਾ ਜੀ। ਬਾਕੀ ਇਹ ਜਿੱਥੇ ਵਿਚਾਰਾਂ ਦਾ ਟਕਰਾਅ ਨਾ ਹੋਵੇ ਜੀ, ਉਹ ਕਦੀ ਵੀ ਸੁਸਾਇਟੀ ਜਾਂ ਸੰਸਥਾ ਜਾਂ ਗਰੁੱਪ ਕਾਮਯਾਬ ਨਹੀਂ ਹੁੰਦਾ। ਵਿਚਾਰਾਂ ਦੀ ਜਿਹੜੀ ਦਲੀਲ ਨਾ ਹੋਵੇ, ਦਲੀਲ ਨਾਲ ਉਹ ਕਦੀ ਗਰੁੱਪ ਕਦੀ ਕਾਮਯਾਬ ਨਹੀਂ ਹੋ ਸਕਦਾ ਜੀ। ਹਾਂਜੀ, ਥੋੜਾ ਬਹੁਤਾ ਜਿਹੜਾ ਉਹ ਰਿੜਕਾ ਜ਼ਰੂਰ, ਇਹ ਵੀ ਜ਼ਰੂਰੀ ਹੈ, ਉਹ ਚਾਹੀਦਾ ਜੀ, ਉਹ ਜ਼ਰੂਰ ਚਾਹੀਦਾ। ਬਿਲਕੁਲ ਠੀਕ ਹੈ, ਉਹੀ ਹੈ ਵੀ ਜੇ ਰਿੜਕਾਂਗੇ ਤਾਂ ਹੀ ਮੱਖਣ ਨਿਕਲੇ। ਹਾਂਜੀ, ਬਿਲਕੁਲ ਜੀ। ਚਲੋ, ਸੋ ਅਗਲਾ ਜਿਹੜਾ ਮੇਰਾ ਸਵਾਲ ਇਹ ਆ ਕਿ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜਾ ਪਿਛਲੇ ਦਿਨੀ ਇੱਕ ਹੁਕਮਨਾਮਾ ਜਾਰੀ ਕੀਤਾ, ਜਿਹਨੂੰ ਆਪਾਂ ਕਹਿੰਦੇ ਆ ਕਿ ਵੀ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਹੁਕਮਨਾਮਾ ਜਾਰੀ ਕਰਤਾ ਤੇ ਸਾਡੀ ਸਾਰੀ ਕੌਮ ਨੂੰ, ਸਿੱਖ ਕੌਮ ਨੂੰ ਮੰਨਣਾ ਵੀ ਚਾਹੀਦਾ ਫਰਮਾਨ ਹੈ।
ਤਾਂ ਉਹ ਫਰਮਾਨ ਹੈ ਜਿਹੜਾ ਹੁਕਮਨਾਮਾ ਹੈ ਉਹ ਢੱਡਰੀਆਂ ਵਾਲਿਆਂ ਨੂੰ ਲੈ ਕੇ ਆ ਵੀ ਢੱਡਰੀਆਂ ਵਾਲਿਆਂ ਦਾ ਜਿਹੜਾ ਬਾਈਕਾਟ ਕਰ ਦੋ, ਉਹਨਾਂ ਦੇ ਕੋਈ ਦੀਵਾਨ ਨਹੀਂ ਲੱਗਣ ਦੇਣੇ ਜਾਂ ਉਹਨਾਂ ਦੇ ਉੱਪਰ ਬਹੁਤ ਸਾਰੀਆਂ ਹੋਰ ਗੱਲਾਂ ਜਿਹੜੀਆਂ ਕੀਤੀਆਂ ਗਈਆਂ। ਔਰ ਦੂਜੇ ਪਾਸੇ ਢੱਡਰੀਆਂ ਵਾਲਿਆਂ ਦਾ ਇਹ ਬਿਆਨ ਹੈ ਕਿ ਵੀ ਮੇਰਾ ਕਸੂਰ ਦੱਸੋ, ਮੈਂ ਡੰਡੌਤ ਕਰਕੇ ਮੈਂ ਤਾਂ ਆਉਂਗਾ ਤੇ ਮੈਂ ਮਾਫੀ ਮੰਗੂਗਾ। ਤੁਸੀਂ ਕੀ ਸਮਝਦੇ ਹੋ? ਕਿਉਂਕਿ ਜੇ ਮੈਂ ਜਥੇਦਾਰਾਂ ਦੀ ਗੱਲ ਕਰਾਂ ਤਾਂ ਕੈਨੇਡਾ ਦੇ ਵਿੱਚ ਤੁਸੀਂ ਸਾਡੇ ਜਥੇਦਾਰ ਹੋ ਨਾ ਜੀ, ਤਾਂ ਬੜੇ ਬੜੇ ਗੁਰਸਿੱਖ ਬੈਠੇ ਆ ਜੀ ਇੱਥੇ। ਇੱਕ ਤੁਹਾਡਾ ਫਰਜ਼ ਬਣ ਜਾਂਦਾ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਕਿ ਇੱਕ ਪਾਸੇ ਜਥੇਦਾਰ ਤੇ ਦੂਜੇ ਪਾਸੇ ਢੱਡਰੀਆਂ ਵਾਲਿਆਂ ਦਾ ਇਹ ਜਿਹੜੀ ਖਿੱਚੋਤਾਣ ਹੈ ਇਹ ਕੌਮ ਨੂੰ ਕਿੱਧਰ ਨੂੰ ਲੈ ਕੇ ਜਾ ਰਹੀ ਹੈ? ਦੇਖੋ ਜੀ, ਇੱਕ ਰਮਨ ਵੀਰੇ ਬਦਕਿਸਮਤੀ ਮੈਂ ਕਹਿ ਸਕਦਾ, ਅਕਾਲ ਤਖਤ ਉਹ ਤਾਂ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਆ ਜੀ, ਉੱਥੇ ਤਾਂ ਕੋਈ ਕੀਮਤੋਂ ਪਰੰਤੂ ਕਰ ਹੀ ਨਹੀਂ ਸਕਦਾ ਜੀ। ਬਿਲਕੁਲ। ਬੰਦੇ ਜਥੇਦਾਰ ਕਹਿ ਲਓ, ਹੈੱਡ ਗ੍ਰੰਥੀ ਕਹਿ ਲਓ, ਉਹ ਮਾੜੇ ਚੰਗੇ ਆਉਂਦੇ ਰਹਿੰਦੇ ਆ ਜੀ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਠੀਕ ਹੈ। ਜਿੱਥੇ ਅਕਾਲ ਦਾ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਬਾਹਰ ਪੈਰ ਰੱਖਦਾ ਸੀ, ਦੁਨੀਆ ਖਲੋਂਦੀ ਸੀ। ਠੀਕ ਹੈ। ਸਾਡਾ ਜਥੇਦਾਰ ਆ ਗਿਆ। ਬਿਲਕੁਲ। ਪਰ ਪਿਛਲੇ ਕੁਝ ਸਾਲਾਂ ਤੋਂ ਬਦਕਿਸਮਤੀ ਕੌਮ ਦੀ ਆ ਜੀ, ਬਹੁਤਾ ਪਿਛੋਕੜ ਚ 84 78 ਜਾਂ 47 ਵੇਲੇ ਤੇ ਇੱਥੇ ਬੜੀ ਲੰਬੀ ਗੱਲ ਆ, ਚਲੋ ਗੱਲਾਂ ਬੜੀਆਂ ਚਿੱਤੇ ਆ। ਮੈਂ ਤੁਹਾਨੂੰ ਦੱਸਦਾ ਵੀ 2003 ਜੀ, ਸੰਤ ਬਾਬਾ ਜਰਨੈਲ ਸਿੰਘ ਜੀ ਜੂਨ 84 ਨੂੰ ਸ਼ਹੀਦ ਹੋ ਗਏ ਜੀ। ਚਾਹੇ ਅੱਜ ਉਹ ਟਕਸਾਲ ਕਹਿ ਲਓ ਜੀ, ਜਾਂ ਅੱਜ ਢੱਡਰੀਆਂ ਵਾਲਾ ਭਾਈ ਸਾਹਿਬ ਨਾਲ ਟਕਰਾ ਤੇ ਚਾਹੇ ਟਕਸਾਲ ਦਾ, ਉਹ ਵੀ ਜਿਹੜੀ ਸਾਡੀ ਧਾਰਮਿਕ ਸੰਸਥਾ ਜੀ, ਉਹਨਾਂ ਬਣਾਉਣ ਨੂੰ ਸੈਂਚਰੀਆਂ ਲੱਗ ਜਾਂਦੀਆਂ, ਪਰ ਅੱਜ ਉਹ ਸਿੱਖ ਕੌਮ ਦੀ ਨਿਗਾਹ ਦੇ ਵਿੱਚ ਹੀ ਸਾਡੇ ਜਥੇਦਾਰ ਜੀ, ਉਹਨਾਂ ਦੇ ਉੱਪਰ ਕੁਐਸਚਨ ਮਾਰਕ ਲੱਗ ਗਿਆ। 2003 ਦੇ ਵਿੱਚ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਨੂੰ ਸ਼ਹੀਦ ਕਰਾਤਾ, ਕੌਮ ਦਾ ਇਹ ਮਹਾਨ ਸ਼ਹੀਦ ਆ ਜੀ, ਜਦੋਂ ਉਹਨਾਂ ਨੇ ਸ਼ਹੀਦ ਕਰਾਰ ਦੇ ਦਿੱਤਾ ਤੇ ਫਿਰ ਦਮਦਮੀ ਟਕਸਾਲ ਉਹਨੂੰ ਕਿਉਂ ਨਾ ਮੰਨੇ? ਬਿਲਕੁਲ। ਉਹ ਆ ਕੇ 5 ਚ ਮੰਨਦੇ ਆ ਤੇ 84 ਤੋਂ ਲੈ ਕੇ 2005 ਤਾਈਂ 21 ਸਾਲ ਹੋ ਗਏ ਉਹਦੀ ਸ਼ਹਾਦਤ ਰੁਲਤੀ, ਉਹ ਯੋਧੇ ਜਰਨੈਲ ਦੀ। ਉਸ ਤੋਂ ਬਾਅਦ ਲਾ ਲਓ ਤੁਸੀਂ ਜਥੇਦਾਰ ਸਾਹਿਬ ਜੋਗਿੰਦਰ ਸਿੰਘ ਵਧਾਤੀ ਜੀ। ਅੱਜ ਮੇਰੀ ਕੌਮ ਅੱਗੇ ਇੱਕ ਸਵਾਲ ਆ, ਆਪਾਂ ਇਹਨਾਂ ਮੁਲਕਾਂ 'ਚ ਜਾਗਦੇ ਬੈਠੇ ਆਪਾਂ। ਧਨਵੰਤ ਸਿੰਘ ਨਾਂ ਦਾ ਇੱਕ ਪ੍ਰਚਾਰਕ ਹੋਇਆ ਜੀ, ਉਹਦਾ ਡੇਰਾ ਗੁਰਦਾਸਪੁਰ 'ਚ ਵੀ ਆ ਤੇ ਨਵਾਂਸ਼ਹਿਰ ਲਾਗੇ ਵੀ ਆ ਜੀ। ਉਹਦੇ ਪਰ ਚਾਰजेस ਲੱਗੇ, ਉਹ ਕੋਈ ਲੜਕੀ ਛੇੜਨ ਦੇ ਰੇਪ ਤੇ ਜੀ। ਦੁਨਿਆਵੀ ਕੋਰਟ 'ਚ ਹੀ ਮੁਕੱਦਮਾ ਚੱਲ ਰਿਹਾ ਤੇ ਅਕਾਲ ਤਖਤ ਦੇ ਜਥੇਦਾਰ ਨੇ ਕੋਈ ਕੁਛ ਕਹਿੰਦਾ, ਜਿੰਨਾ ਚਿਰ ਮੈਂ ਆਪਣੀ ਅੱਖਾਂ ਨਾਲ ਨਹੀਂ ਦੇਖਦਾ ਮੈਂ ਤਾਂ ਕਹਿ ਨਹੀਂ ਸਕਦਾ ਜੀ ਵਿਧਾਤੀ ਸਾਹਿਬ ਨੂੰ ਸੋਨੇ ਚੜਾਤਾ ਜਾਂ ਪੈਸਾ ਚੜਾਤਾ, ਪਰ ਜਥੇਦਾਰ ਜੀ ਹੋਵੇ ਅਕਾਲ ਤਖਤ ਦਾ, ਚਾਹੇ ਉਹ ਕਾਰਜਕਾਰੀ ਸੀਗੇ, ਜਥੇਦਾਰ ਤਾਂ ਜਥੇਦਾਰ ਹੀ ਹੁੰਦਾ ਜੀ, ਉਹਨਾਂ ਨੇ ਉਹਨਾਂ ਨੂੰ ਬਰੀ ਕਰਤਾ। ਬਾਹਰ ਸਿੱਖ ਬੈਠਾ ਜਾਗਦਾ, ਉਹਦਾ ਸਿਰ ਨੀਵਾਂ ਹੋਇਆ ਵੀ ਆਹ ਸਾਡਾ ਜਥੇਦਾਰ ਇਹ ਕੰਮ ਕਰ ਰਿਹਾ ਤੇ ਉਸ ਧਨਵੰਤ ਸਿੰਘ ਨੂੰ ਕੋਰਟ ਨੇ 7 ਸਾਲ ਦੀ ਕੈਦ ਸੁਣਾਈ। ਹਾਂ, ਜਿਹੜੀ ਸਾਡੀ ਧਾਰਮਿਕ ਅਦਾਲਤ ਉਹਨੂੰ ਬਰੀ ਕਰ ਰਹੀ ਹੈ ਤੇ ਜਿਹੜੀ ਸਾਡੀ ਦੁਨਿਆਵੀ ਅਦਾਲਤ ਆ ਉਹਨੂੰ 7 ਸਾਲ ਦੀ ਸਜ਼ਾ ਸੁਣਾ ਰਹੀ ਹੈ। ਦੋਨੇ ਪਾਸੇ ਆਪੋਜ਼ਿਟ ਹੋ ਗਿਆ, ਪਰ ਕੌਮ ਕਨਫਿਊਜ਼ ਹੋ ਗਈ ਜੀ। ਉਹ ਜਥੇਦਾਰ ਦਾ ਜਿਹੜਾ ਰੁਤਬਾ ਏਡਾ ਉੱਚਾ ਸੀ ਉਹ ਘਟਣ ਲੱਗ ਪਿਆ ਜੀ। ਉਸ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਜੀ ਆ ਗਏ, ਉਹਨਾਂ ਨੇ ਤੁਹਾਡੇ ਸਾਹਮਣੇ ਉਹ ਸਾਧ ਰਾਮ ਰਹੀਮ ਕਿੱਡੇ ਵੱਡੇ ਉਹਨੇ ਗੁਨਾਹ ਕੀਤੇ ਜੀ। ਦਸਮ ਪਾਤਸ਼ਾਹ ਦਾ ਬਾਣਾ ਪਾ ਕੇ, ਮੈਂ ਲੰਮੀਆਂ ਗੱਲਾਂ 'ਚ ਨਹੀਂ ਜਾਣਾ ਉੱਥੇ ਜੀ, ਬਿਲਕੁਲ ਆਪਾਂ ਸੰਖੇਪ ਹੀ ਰੱਖਾਂਗੇ। ਹਾਂਜੀ, ਉਸ ਇਨਸਾਨ ਨੂੰ ਜਥੇਦਾਰ ਸਾਹਿਬ ਨੇ ਛੇਕ ਦਿੱਤਾ ਪੰਥ 'ਚੋਂ ਜੀ, ਮਾਫੀ ਦੇਤੀ ਸੀ ਪਹਿਲਾਂ ਹਾਂਜੀ ਜੀ, ਪਹਿਲਾਂ ਛੇਕ ਕੇ ਮੁੜ ਕੇ ਜਦੋਂ ਪ੍ਰੈਸ਼ਰ ਪਿਆ ਉਹੀ ਜਥੇਦਾਰ ਸਾਹਿਬ ਨੇ ਇਹਨੂੰ ਮਾਫੀ ਦੇ ਤੇ ਵਾਪਸ ਲੈ ਲਿਆ ਤੇ ਮੁੜ ਕੇ ਜਦੋਂ ਅਕਾਲ ਤਖਤ ਤੋਂ ਕੋਈ ਵੀ ਹੁਕਮਨਾਮਾ ਜਾਰੀ ਹੋ ਜਵੇ ਉਹ ਵਾਪਸ ਨਹੀਂ ਆਉਂਦਾ। ਬਿਲਕੁਲ ਠੀਕ। ਗੱਲ ਆ ਗਈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ, ਮੈਂ ਉਹਨਾਂ ਦਾ ਕੋਈ ਫੈਨ ਨਹੀਂ, ਮੈਂ ਉਹ ਇਨਸਾਨ ਹੈ। ਮੈਂ ਇੱਥੇ ਟੀਵੀ ਤੇ ਸੰਗਤ ਦੇ ਕਚਹਿਰੀ 'ਚ ਲੱਗਾ ਗੱਲ ਕਹਿਣ, ਜਦੋਂ ਭਾਈ ਰਣਜੀਤ ਸਿੰਘ ਜੀ ਪਿੱਛੇ 'ਚ ਆਏ ਲੋਕਾਂ 'ਚ ਤੋਂ 20 ਸਾਲ ਪਹਿਲਾਂ 15-20 ਸਾਲ ਜੀ, ਕੱਚੀਆਂ ਧਾਨਾਂ ਪੜ੍ਹਦੇ ਸਨ, ਸਿਰ ਤੇ ਕਲਗੀ ਵੀ ਲਾਉਂਦੇ ਸੀ, ਠੀਕ, ਮੱਥਾ ਵੀ ਟੇਕਦੇ ਸੀ। ਮੈਂ ਖੁਦ ਇਸੇ ਡਿਕਸੀ ਗੁਰਦਾ ਸਟੇਜ ਤੇ ਕਿਹਾ ਸੀ, ਸਿੱਖੋ ਜਾਗ ਜਾਓ, ਅੱਜ ਵੇਲਾ ਆ ਗਿਆ ਜਾਗਣ ਦਾ। 2 ਦਲੇਰ ਮਹਿੰਦੀ ਆ ਗਏ ਆ, ਇੱਕ ਪੰਜਾਬੀ ਗਾਣੇ ਗਾਉਂਦਾ
ਤੇ ਭਾਈ ਸਾਹਿਬ ਹੁਣੀ ਰਣਜੀਤ ਸਿੰਘ ਢੱਡਰੀਆਂ ਵਾਲਾ ਇਹ ਕੱਚੀ ਬਾਣੀ ਪੜ੍ਹਦੇ ਆ। ਆਉਣ ਵਾਲੇ ਸਾਡੇ ਬੱਚਿਆਂ ਦੇ ਬੱਚਿਆਂ ਨੇ ਕਹਿਣਾ ਵੀ ਜਿਹੜੀ ਅਸਲੀ ਬਾਣੀ ਆ ਉਹ ਗੁਰੂ ਗ੍ਰੰਥ ਸਾਹਿਬ ਨਹੀਂ ਆ ਜੀ। ਜਿਸ ਦਿਨ ਜੀ ਇਹੋ ਹੀ ਬੰਦੇ ਜਿਹੜੇ ਅੱਜ ਦੇ ਵੈਰ ਪਏ ਆ ਉਹ ਆਪਣੇ ਨਾਲ ਬਰਾਬਰ ਉਠਾਉਂਦੇ ਸੀ। ਉਹ ਸੰਤ ਵੀ ਕਹਿੰਦੇ ਸੀ, ਬਾਬਾ ਵੀ ਕਹਿੰਦੇ ਸੀ, ਕਹਿੰਦੇ ਇਧਰ ਦਾ ਬੰਦਾ ਹੀ ਕੋਈ ਨਹੀਂਗਾ। ਧਾਕੇ ਲਿਆਉਂਦੇ ਸੀ ਵੀ ਰਣਜੀਤ ਸਿੰਘ ਗੁਰਪ੍ਰੀਤ ਸਿੰਘ ਲਾ ਜਾਵੇ, ਰਮਨਦੀਪ ਕਹਿੰਦਾ ਸੀ ਮੇਰਾ ਲਾ ਜਾਵੇ। ਉਹ ਜਦੋਂ ਪਿੱਛੇ ਦੇਖਦੇ ਆ ਅੱਜ ਸਵਾਲ ਖੜੇ ਹੁੰਦੇ ਆ ਸਾਡੀ ਧਾਰਮਿਕ ਬੋਡੀ ਦੇ ਉੱਪਰ ਵੀ ਤੁਸੀਂ ਫੈਸਲਾ ਕਿਸ ਹਿਸਾਬ ਨਾਲ ਕੀਤਾ। ਜਦੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ 4-4.5 ਸਾਲ ਪਹਿਲਾਂ ਉਹਦੇ ਜੀਵਨ ਦੇ ਵਿੱਚ ਇੱਕ ਮੋੜ ਆਇਆ ਜੀ, ਬਿਲਕੁਲ ਪਰਿਵਰਤਨ ਹੋ ਗਿਆ, ਟੋਟਲੀ ਚੇਂਜ। ਈਵਨ ਖੁਦ ਮੈਂ ਹੈਰਾਨਿਆ, ਟ੍ਰਾਂਸਫਾਰਮੇਸ਼ਨ ਜਿਹਨੂੰ ਆਪਾਂ ਕਹਿ ਸਕਦੇ, ਕਾਇਆ ਕਲਪ। ਬਿਲਕੁਲ ਬਿਲਕੁਲ। ਜਦੋਂ ਉਹਨੂੰ ਸੁਣਿਆ ਵੀ ਅੱਜ ਇੱਕ ਬੰਦਾ 100,000 ਲੱਖਾਂ ਚ ਲੋਕ ਉਹਨੂੰ ਸੁਣਦੇ ਆ, ਤੇ ਜਦੋਂ ਉਹਨੂੰ ਦੇਖੀਦਾ ਸੁਣੀਦਾ, ਸਟੱਡੀ ਕਰੋ, ਤੁਹਾਨੂੰ ਵੀ ਦਿਮਾਗ ਦਿੱਤਾ ਪਰਮਾਤਮਾ ਨੇ ਵੀ ਉਹ ਕਹਿ ਕੀ ਰਿਹਾ। ਗੱਲ ਤਾਂ ਸੱਚੀ ਕਹਿ ਰਿਹਾ ਨਾ। ਜਿਹੜੇ ਗ੍ਰੰਥ, ਜਿਹਦੀ ਗ੍ਰੰਥ ਦੇ ਬੇਸ ਤੇ ਅੱਜ ਮੋਦੀ ਨੇ ਜੀ ਇਹ ਕਹਿਤਾ ਵੀ ਜਿਹੜੀ ਰਮਾਇਣ ਆ ਉਹ ਗੁਰੂ ਗੋਬਿੰਦ ਸਿੰਘ ਨੇ ਲਿਖੀ ਆ, ਕੀ ਸਿੱਖ ਮੰਨੂ? ਡੁੱਬ ਕੇ ਮੰਨਣ ਵਾਲੀ ਗੱਲ ਹੈ ਜੀ। ਜੇ ਇਕਬਾਲ ਸਿੰਘ ਜਥੇਦਾਰ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਨਾਂ ਦੀ ਲਵ ਕੁਸ਼ ਦੀ ਲਾ ਦਿਆ, ਸਾਡੇ ਜਥੇਦਾਰ ਕਿਉਂ ਨਹੀਂ ਬੋਲੇ? ਇਹ ਸਵਾਲ ਖੜੇ ਹਰ ਧਾਰਮਿਕ ਬੰਦੇ ਤੇ ਹੋਣੇ ਆ। ਅਸੀਂ ਕਿੰਨੇ ਮਾੜੇ ਆ, ਕਿੰਨੇ ਗਲਤ ਆ ਜੀ, ਗੁਰੂ ਜਾਣਦਾ, ਸੰਗਤਾਂ ਵੀ ਜਾਣਦੀਆਂ, ਪਰ ਅੱਜ ਹਰ ਸਿੱਖ ਦਾ ਧਿਆਨ ਉਹ ਜਥੇਦਾਰ ਨਾਲ ਵੀ ਕਰਨ ਕਿ ਰਿਹਾ, ਇੱਕ ਹਾਸੋ ਹੀ ਨਹੀਂ ਬਣ ਗਈ ਹੈ ਜੀ। ਉਹੋ ਹੀ ਟਕਸਾਲ ਜੀ, ਇੱਕ ਦੀਆਂ 4 ਬਣ ਗਈਆਂ। ਕਨਫਿਊਜ਼ ਕੌਣ ਹੋਇਆ? ਕੌਣ? ਆਮ ਸਿੱਖ। ਦਮਦਮ ਟਕਸਾਲ ਕਹਿਣ ਲੱਗਿਆ, ਮੂੰਹ ਭਰਦਾ ਦਮਦਮੀ ਟਕਸਾਲ, ਉਹ ਰੋਲ ਕੇ ਰੱਖਤੀ ਨਾ ਕੁਝ ਬੰਦਿਆਂ ਨੇ ਜੀ, ਹੈ ਜੀ। ਫਿਰ ਮੈਂ ਇਹ ਦਿਨ ਡਿਕਸ਼ੀ ਗੋਤਾ ਸਾਹਿਬ ਦੀ ਗੱਲ ਕਹੀ ਸੀ, ਅੱਜ ਵੀ ਇੱਥੇ ਸਾਰੀ ਸੰਗਤ ਨੂੰ ਕਹਿੰਦਾ, ਗੁਰੂ ਪਿਆਰੇ, ਜਿੰਨਾ ਚਿਰ ਆਪਾਂ ਜਿੱਥੇ ਜਿੱਥੇ ਟੀਵੀ ਦੀ ਆਵਾਜ਼ ਜਾ ਰਹੀ ਆ, ਆਪਾਂ ਜਾਗੇ ਨਾ, ਇੱਕ ਬਹੁਤ ਵੱਡੀ ਸੱਟ ਵੱਜਣੀ ਆ। ਚਾਹੇ ਭਾਈ ਰਣਜੀਤ ਸਿੰਘ ਦੇ ਵਿੱਚ ਅਸੀਂ ਤਾਂ ਅਜੇ ਤੱਕ ਕੋਈ ਮਾੜੀ ਗੱਲ ਦੇਖੀ ਨਹੀਂ। ਜੇ ਉਹਨੇ ਕੋਈ ਗੁਨਾਹ ਕੀਤਾ, ਤੁਸੀਂ ਲੋਕਾਂ ਦੀ ਕਚਹਿਰੀ 'ਚ ਲਿਆਓ, ਇਹ ਤਾਂ ਹੈ ਨਹੀਂ ਫਤਵਾ ਦੇ ਦੇਣਾ ਜੀ, ਹੈ ਜੀ। ਉਹ ਤੇ ਇਹ ਤਾਂ ਕੀ ਕਹਿੰਦੇ ਹੁੰਦੇ ਵੀ, ਮੈਂ ਅੱਖਾਂ ਨਹੀਂ ਯੂਜ਼ ਕਰਨਾ, ਵੀ ਹੁਕਮ ਹੀ ਹੈ ਕਿਸਮ ਦਾ ਵੀ ਤੇਰੀ ਕੋਈ ਵੀਡੀਓ ਨਾ ਦੇਖੇ, ਤੂੰ ਦੁਆ ਨਹੀਂ ਲਾਹਦਾ, ਤੂੰ ਆਹ ਨਹੀਂ ਕਰਦਾ। ਜਿਹੜਾ ਕੋਈ ਪ੍ਰਬੰਧਕ ਇਹਦਾ ਪ੍ਰੋਗਰਾਮ ਕਰੂਗਾ, ਉੱਥੇ ਲੜਾਈ ਹੋਈ ਤਾਂ ਪ੍ਰਬੰਧਕ ਦੀ ਜ਼ਿੰਮੇਵਾਰੀ ਆ। ਇਹ ਤਾਂ ਨਹੀਂ ਇੱਕ ਤਾਨਾਸ਼ਾਹੀ ਵਾਲਾ ਹੁਕਮ ਚਾੜ ਦਿੱਤਾ। ਹਾਂਜੀ, ਨਾ ਤਾਂ ਉਹਦੀਆਂ ਵੀਡੀਓ ਬੰਦ ਹੋਣੀਆਂ, ਉਹ ਜਿਹੜਾ ਬੰਦਾ ਨਹੀਂ ਸੀ ਸੁਣਦਾ ਉਹ ਵੀ ਸੁਣ ਲੱਗ ਪਿਆ, ਹੈ ਜੀ। ਉਹ ਹੁਣ ਗੱਲ ਕਰ ਰਿਹਾ ਵੀ ਜਿਹੜੇ ਗ੍ਰੰਥਾਂ ਦੇ ਵਿੱਚ ਵੀਰ ਜੀ ਇਹ ਲਿਖਿਆ ਜੀ, ਉਹ ਮੈਂ ਉਦੋਂ ਹੀ ਅੱਜ ਵੀ ਸੰਗਤ ਨੂੰ ਹੱਥ ਜੋੜ ਕੇ ਕਿਸੇ ਦਾ ਮਨ ਨਹੀਂ ਮੈਂ ਦਿਖਾਉਣਾ, ਪਲੀਜ਼ ਰੱਬ ਦਾ ਵਾਸਤਾ ਬੱਚਿਆਂ ਦਾ ਫਿਊਚਰ ਸੋਚੋ। ਉਹ ਜਿਹੜੀਆਂ ਵਾਦਗ੍ਰਸਤ ਕਿਤਾਬਾਂ ਉਹਨਾਂ ਨੂੰ ਇੱਕ ਪਾਸੇ ਰੱਖ ਦਿਓ, ਇੱਕ ਪਾਸੇ ਕਰ, ਬਿਲਕੁਲ ਠੀਕ ਹੈ। ਇਸ ਵੇਲੇ ਲੋੜ ਆ ਇਤਿਹਾਸ ਗਵਾਹ ਬਣਨਾ ਜੀ, ਉਹਨੇ ਆਪਾਂ ਨੂੰ ਮਾਫ ਨਹੀਂ ਕਰਨਾ ਜੇ ਆਪਾਂ ਆਪਣੀ ਹਉਮੈ ਜਿੱਦ ਬਚੀ ਰਹੇ। ਗੱਲ ਕਰਦੇ ਆਪਾਂ ਦਸਮ ਗ੍ਰੰਥ ਦੀ ਜੀ, ਉਹਦੇ ਵਿੱਚ ਜਿੰਨੀਆਂ ਚੰਗੀਆਂ ਚੀਜ਼ਾਂ ਹਰ ਟਾਈਮ ਤੇ ਹਰ ਵੇਲੇ ਇਸੇ ਸੋਚ ਤੇ ਪੈਰਾ ਦੇਈਦਾ ਵੀ ਪਲੀਜ਼ ਉਹਨੂੰ ਬਾਹਰ ਕੱਢ ਲਓ। ਠੀਕ ਹੈ। ਜੋ ਉਹਦੇ ਵਿੱਚ ਗਲਤ ਗੱਲਾਂ ਵਿਵਾਦਗਤ ਲਿਖੀਆਂ ਉਹਨਾਂ ਨੂੰ ਛੱਡ ਦਿਓ। ਠੀਕ ਹੈ। ਕਿੰਨੇ ਲਿਖਵਾਈਆਂ, ਕਿੱਥੋਂ ਆਈਆਂ, ਇਹ ਸਮਾਂ ਨਹੀਂ ਹੈ ਇਸ ਵੇਲੇ, ਪਰ ਸਾਨੂੰ ਤਾਂ ਦਿਸਦਾ ਜੋ ਸੁਰ ਸੰਭਾਲੀ ਆ ਸਾਡੇ ਲਈ ਸਿਰਫ ਗੁਰੂ ਗ੍ਰੰਥ ਸਾਹਿਬ ਸੀ ਜੀ, ਹੈ ਜੀ। ਜਿੰਨੇ ਸਾਡੇ ਪ੍ਰਚਾਰਕ ਆ ਸਿਰਫ ਗੁਰੂ ਦੀ ਬਾਣੀ ਨਾਲ ਜੁੜ ਜਾਣ, ਗੁਰੂ ਦਾ ਪ੍ਰਚਾਰ ਕਰਨ। ਮੈਂ ਗਰੰਟੀ ਦੇਣਾ ਜੀ, ਇਹ ਸਾਡੀ ਕੌਮ ਜਿਹੜੀ ਅੱਜ ਭੰਬਲ ਵਸੇ ਪਈ ਹੈ ਨਾ ਜੀ, ਇਹ ਮਹੀਨੇ ਚ ਸੈੱਟ ਗੁਰੂ ਨਾਲ ਜੁੜ ਕੇ ਤੁਰ ਪਊਗੀ ਜੀ। ਹਾਂਜੀ। ਸੋ ਅਗਲਾ ਜਿਹੜਾ ਸਵਾਲ ਇਹ ਵੀ ਆ ਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਬੜਾ ਚਰਚਾ ਦਾ ਮੁੱਦਾ ਵੀ ਬਣਿਆ ਹੋਇਆ ਔਰ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਿਹਾ, ਜਿੱਥੇ ਕਿਤੇ ਨਾ ਕਿਤੇ ਉਸ ਕੇਸ ਨੂੰ ਦਬਾਇਆ ਵੀ ਜਾ ਰਿਹਾ, 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੈ ਜਿਹੜੇ, ਉਹਨਾਂ ਦਾ ਪਤਾ ਹੀ ਨਹੀਂ ਲੱਗ ਰਿਹਾ ਵੀ ਉਹ ਗਏ ਕਿੱਧਰ ਨੂੰ। ਇੱਕ ਪਾਸੇ ਕਿਤੇ ਮਹਾਰਾਜ ਦੇ ਸਰੂਪ ਦੇ ਕਿਤੇ ਕੋਈ ਬੇਅਦਬੀ ਹੋ ਜੇ ਜਾਂ ਕਿਸੇ ਅੰਗ ਦੀ ਬੇਅਦਬੀ ਹੋ ਜੇ ਤਾਂ ਬਹੁਤ ਸਾਰੀਆਂ ਜਿਹੜੀਆਂ ਕਮੇਟੀਆਂ ਗਠਿਤ ਕੀਤੀਆਂ ਜਾਂਦੀਆਂ, ਬਹੁਤ ਸਾਰੇ ਜਿਹੜੀਆਂ ਇਨਵੈਸਟੀਗੇਸ਼ਨਸ ਕੀਤੀਆਂ ਜਾਂਦੀਆਂ। 328 ਦਾ ਮਾਮਲਾ, ਪਹਿਲਾਂ ਇਹ ਘੱਟ ਕਹਿੰਦੇ ਸੀ ਪਰ ਹੁਣ 328 ਜਿਹੜੇ ਸਰੂਪ ਆ ਗਾਇਬ ਹੋ ਗਏ। ਕਿੱਥੇ ਗਏ, ਕਿਵੇਂ ਗਏ, ਇਹਦੇ ਬਾਰੇ ਤੁਸੀਂ ਤੇ ਤੁਹਾਡੀ ਜਿਹੜੀ ਪੂਰੀ ਕਮੇਟੀ ਦੇ ਸਹਿਬਾਨ ਹੈ, ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ? ਇਸ ਗੱਲ ਤੇ ਜੀ ਹਰ ਸਿੱਖ ਦੁਨੀਆ ਜਿੱਥੇ ਵੀ ਬੈਠਾ ਜੀ, ਉਹਦਾ ਮੂੰਹ ਅਕਾਲ ਤਖਤ ਸਾਹਿਬ ਜਥੇਦਾਰ ਵਾਲਿਆ ਵੀ ਤੁਸੀਂ ਹੈਡ ਆ,
ਕੌਮ ਦੇ ਰਹਿਨੁਮਾਈ ਕਰ ਰਹੇ ਆ ਇਸ ਵੇਲੇ, ਠੀਕ ਹੈ। ਸਤਿਗੁਰਾਂ ਤੋਂ ਬਾਅਦ। ਪਰ ਮਸਲਾ ਇਹ ਆ ਵੀ ਤੁਸੀਂ ਚੁੱਪ ਕਰੇ ਬੰਦੇ ਦਾ ਕੱਢਤੇ 8 10 12 ਜਿਹੜੇ ਆ ਉਹਨਾਂ ਨੂੰ ਗਰੀਮਰ ਹੋਈ ਆ, ਪਰ ਉਹਨਾਂ ਦਾ ਕਸੂਰ ਕੀ ਆ? ਇਹ ਕਿਉਂ ਗਏ ਬਾਹਰ? ਇਹ ਵੇਚੇ ਕਿੱਥੇ? ਪੈਸੇ ਕਿੰਨੇ ਕਿੰਨੇ ਖਾਦੇ? ਪਿਛੋਕੜ 'ਚ ਜੇ ਖਾਂਦੇ ਰਹੇ ਆ ਤੇ ਜੇ ਹੁਣ ਵੀ ਖਾਦੇ, ਲੋਕਾਂ ਨੂੰ ਦੱਸ ਕੇ ਤੁਹਾਡਾ ਕੱਦ ਵੱਡਾ ਹੋਣਾ। ਚਾਹੇ ਸਾਡੇ ਹੈਡ ਗਿਣਤੀ ਆ ਜਿਹੜੇ 5 ਸਿੰਘ ਸਾਹਿਬਾਨ ਬੈਠਦੇ ਆ, ਤੁਸੀਂ ਲਿਆ ਕੇ ਬਣੋ ਅਕਾਲੀ ਫੂਲਾ ਸਿੰਘ, ਉਹਨਾਂ ਨੂੰ ਕਚਹਿਰੀ 'ਚ ਖੜਾ ਕਰੋ, ਇਹਨਾਂ ਨੇ ਆਹ ਕੰਮ ਗਲਤ ਕੀਤਾ, ਅੱਜ ਹੀ ਉਹ ਕਰਤੇ, ਉਹਨੂੰ ਫਾਇਰ ਕਰਤਾ। ਆਮ ਭੋਲੀ ਜਨਤਾ ਦੇਖੋ ਜੀ, ਬੰਦੇ ਬਾਹਰ ਕੱਢ ਲਏ, ਕੱਢਤੇ ਬਾਹਰ ਉਹਨੇ ਕਰਦੇ ਨਹੀਂ, ਇਹ ਕੰਮ ਨਹੀਂ। ਅਸਲੀ ਗੱਲ ਇਹ ਵੀ ਜਿਹੜੇ 328 ਸਿੱਖ ਕੌਮ ਦੀ ਜਾਨ ਕਿੱਥੇ ਸਾਡੇ ਸਰੂਪ ਗਏ, ਇਹਦੇ ਦੋਸ਼ੀ ਤੁਸੀਂ ਸਾਰੇ ਆ। ਮੈਂ ਤਾਂ ਇਹ ਕਹਿ ਸਕਦਾ ਜੀ। ਬਿਲਕੁਲ। ਪਰ ਤੂੰ ਇਹ ਵੀ ਦੇਖੋ ਬਲ ਸਾਹਿਬ, ਜਦੋਂ ਇਹ ਗਿਣਤੀ ਪਹਿਲਾਂ ਘੱਟ ਦੱਸੀ ਜਾਂਦੀ ਸੀ, ਫਿਰ ਵਿੱਚੋਂ ਹੀ ਗਿਣਤੀ ਵੱਧ ਹੋ ਗਈ, 167 ਹੋ ਗਈ, ਕਦੀ ਇੱਧਰ ਹੋ ਗਈ, ਕਦੀ ਇੱਧਰ ਹੋ ਗਈ, ਤਾਂ ਹੁਣ 328 ਆ। ਹੋ ਸਕਦਾ ਇੱਧਰ ਉੱਧਰ ਹੋਣਗੇ ਜੀ, ਪੱਕੀ ਗੱਲ ਆ। ਹਾਂਜੀ ਜੀ। ਸੋ ਅੱਗੇ ਹੋਰ ਇਹਦੇ ਨਾਲ ਹੀ ਮਸਲੇ ਨਾਲ ਜੁੜਿਆ ਹੋਇਆ ਕਿ ਕਿਉਂਕਿ ਕੈਨੇਡਾ ਵਾਈਡ ਆਪਾਂ ਗੱਲ ਕਰ ਰਹੇ ਹਾਂ, ਤਾਂ ਕੈਨੇਡਾ ਦੇ ਵਿੱਚ ਅਸੀਂ ਜਦੋਂ ਤੁਸੀਂ ਕਹਿੰਦੇ ਆ ਕਿ ਸਾਡੀ ਸਾਰੇ ਜਿੰਨੇ ਵੀ ਅਸੀਂ NRI ਭਰਾ ਬੈਠੇ ਹਾਂ, ਜਿੰਨੇ ਵੀ ਅਸੀਂ ਡਾਇਸਪੋਰਾ ਹੰਢਾ ਕੇ ਇੱਥੇ ਆਏ ਹਾਂ, ਤਾਂ ਸਾਰਿਆਂ ਦਾ ਧਿਆਨ ਹੁੰਦਾ ਕਿ ਅਕਾਲ ਤਖਤ ਸਾਹਿਬ ਤੋਂ ਜਿਹੜਾ ਵੀ ਹੁਕਮਨਾਮਾ ਜਾਰੀ ਹੁੰਦਾ ਜਾਂ ਜੋ ਵੀ ਉੱਥੇ ਕੋਈ ਗਤੀਵਿਧੀ ਹੁੰਦੀ ਹੈ, ਤਾਂ ਸਾਡਾ ਧਿਆਨ ਹੁੰਦਾ ਕਿ ਉਹ ਕੀ ਹੋ ਰਿਹਾ। ਤਾਂ ਹੁਣ ਜੋ ਕੁਝ ਹੋ ਰਿਹਾ, ਤਾਂ ਤੁਹਾਨੂੰ ਕੀ ਲੱਗਦਾ ਕਿ ਜਿਹੜੀ NRI ਭਰਾ ਅਸੀਂ ਬੈਠੇ ਆ, ਜਿਹੜੇ ਪ੍ਰਵਾਸ ਹੰਢਾ ਕੇ ਪ੍ਰਵਾਸੀ ਭਾਈਚਾਰਾ ਇੱਥੇ ਬੈਠਾ, ਔਰ ਸਾਡੀਆਂ ਅਗਲੀਆਂ ਜਿਹੜੀਆਂ ਪੀੜ੍ਹੀਆਂ ਜਨਰੇਸ਼ਨਸ ਹੈ, ਉਹਨਾਂ ਉੱਪਰ ਇਹ ਕਿਸ ਕਿਸਮ ਦਾ ਅਸਰ ਪਏਗਾ? ਔਰ ਦੂਜੇ ਪਾਸੇ ਜਦੋਂ ਆਪਾਂ ਕਹਿੰਦੇ ਆ ਕਿ ਵੀ ਜਦੋਂ ਸਿੱਖ ਕੌਮ ਹੈ ਜਾਂ ਸਿੱਖ ਜਿਹੜੇ ਸਾਡੇ ਭਾਈ ਹੈ, ਉਹ ਗੁਰਦੁਆਰਿਆਂ ਤੋਂ ਹਟ ਕੇ ਜਾਂ ਮਹਾਰਾਜ ਦੀ ਬਾਣੀ ਤੋਂ ਹਟ ਕੇ ਜਦੋਂ ਡੇਰਾਵਾਦ ਨੂੰ ਚੁਣਦੇ ਆ, ਤਾਂ ਉਹ ਸ਼ਾਇਦ ਸੁਭਾਵਿਕ ਵੀ ਹੋ ਸਕਦਾ। ਦੇਖੋ ਰਮਨਦੀਪ, ਗੱਲ ਉੱਥੇ ਆ ਗਈ ਆ, ਜਿਹੜੀ ਸਾਡੀ ਲੀਡਰਸ਼ਿਪ ਜੀ, ਚਾਹੇ ਉਹ ਧਾਰਮਿਕ ਆ ਤੇ ਚਾਹੇ ਪੋਲੀਟੀਕਲ ਸ਼੍ਰੋਮਣੀ ਅਕਾਲੀ ਦਲ ਆ, ਇਹਨਾਂ ਨੇ ਸਿੱਖ ਕੌਮ ਦੇ ਕੰਮਾਂ ਤੋਂ, ਸਿੱਖ ਕੌਮ ਤੋਂ ਮੁੱਖ ਮੋੜ ਲਿਆ। ਆਪਣੀ ਹਉਮੈ ਨੂੰ ਪੈ ਗਏ, ਕੱਲੀ ਪੋਲਿਟਿਕਸ ਰਹਿ ਗਈ ਬਸ। ਬਾਦਲ ਹੋਣੀ ਆ, ਉਹ ਆਪਣਾ ਜ਼ੋਰ, ਆਪਾਂ ਨਾ ਨਹੀਂ ਕਹਿੰਦੇ ਲੈਣਾ, ਤਾਂ ਗੁਰੂ ਜਾਣਦਾ, ਸੰਗਤਾਂ ਜਾਣਦੀਆਂ, ਪਰ ਉੱਥੇ ਮਜਬੂਰ ਆ ਲੋਕ, ਉਹਨਾਂ ਤੇ ਤਰਸ ਵੀ ਆਉਂਦਾ, ਪਿਆਰ ਵੀ ਆਉਂਦਾ। ਉਹ ਵਿਚਾਰੇ ਆਪਣੇ ਕੰਮਾਂ ਕਾਰਾਂ ਨੂੰ ਪਹਿਲ ਦਿੰਦੇ ਆ। ਇੱਥੇ ਆਪਾਂ ਯਾਦ ਬੈਠੇ ਆ, ਇੱਥੇ ਟੀਵੀ ਤੇ ਬੈਠੇ ਜਿਹੜੀ ਮਰਜ਼ੀ ਗੱਲ ਕਰੀਏ, ਸਾਡਾ ਹੱਕ ਆ, ਬਿਲਕੁਲ ਹਾਂਜੀ। ਉੱਥੇ ਵਿਚਾਰੇ ਹਰ ਚੀਜ਼ ਤੋਂ ਡਰਦੇ ਆ ਜੀ। ਜੋ ਗੱਲ ਅੱਜ ਬਾਹਰ ਸਿੱਖ ਬੈਠਾ, ਸਪੈਸ਼ਲੀ ਸਾਡੀ ਜਿਹੜੀ ਅਗਲੀ ਪੀੜ੍ਹੀ ਹੈ ਨਾ ਜੀ, ਮੇਰਾ ਹੁਣ ਜਿੱਦਾਂ ਅਸੀਂ ਕੰਮ ਕਰਦੇ ਹਾਂ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਨਾਲ, ਸਾਰੀ ਯੰਗ ਜਨਰੇਸ਼ਨ ਆ, ਜਕਾਰਾ ਗਰੁੱਪ ਹੈ ਅਮਰੀਕਾ ਦੇ ਵਿੱਚ ਜੀ, ਇਹ ਸਾਰੇ ਬੱਚੇ ਜਿਹੜੇ ਆ, ਇਹ ਉਧਰ ਦੀ ਪਰਵਾਹ ਨਹੀਂ ਕਰਦੇ, ਉਹ ਇੱਥੇ ਕੰਮ ਕਰ ਰਹੇ ਆ। ਠੀਕ। ਹੁਣ ਅੱਜ ਲਾ ਲਓ ਤੁਸੀਂ 4 ਤੇ 5 6 ਕਿੱਡਾ ਇਤਿਹਾਸਕ ਦਿਨ ਆ ਰਿਹਾ। ਕੌਮ ਦਾ ਮਹਾਨ ਯੋਧਾ ਜਸਵੰਤ ਸਿੰਘ ਖਾਲੜਾ, ਉਹ ਕਿਹਦੇ ਲਈ ਸ਼ਹੀਦ ਹੋਇਆ? ਕੌਮ ਲਈ। ਕਿ ਉਹ ਆਪਣੇ ਟੱਬਰ ਦੇ ਜੀ ਲੱਭਣ ਗਿਆ ਸੀ ਬਾਹਰ। 25 ਜਦੋਂ ਉਹਨੂੰ ਪਤਾ ਲੱਗਾ ਵੀ ਏਦਾਂ ਲਾਸ਼ਾਂ ਲੱਭ ਰਹੀਆਂ ਜੀ, ਉਸ ਨੇ ਅੰਮ੍ਰਿਤਸਰ ਜ਼ਿਲ੍ਹਾ ਤਰਨਤਾਰਨ ਦੇ ਇਹਨਾਂ 2-3 ਜ਼ਿਲ੍ਹਿਆਂ ਦੇ ਵਿੱਚ 25,000 ਲਵਾਰਸ ਲਾਸ਼ਾਂ ਦਾ ਪ੍ਰੂਫ ਇਕੱਠਾ ਕੀਤਾ, ਉਹਦਾ ਵਾਰਸ ਬਣਿਆ ਜੀ। ਉਹਦੀ 25ਵੀਂ ਬਰਸੀ ਆ ਰਹੀ ਆ, ਹੈ ਕਿਸੇ ਦੀ ਸਿਹਤ ਤੇ। ਔਰ ਇੱਕ ਗੱਲ ਹੋਰ ਇਹਦੇ ਨਾਲ ਆਪਾਂ ਐਡ ਕਰ ਦਈਏ, ਸਾਡੀ ਜਿਹੜੀ ਕਿ ਇੱਥੋਂ ਦੀ ਜਿਹੜੀ ਆਪਣੀ ਨਗਰ ਕੌਂਸਲ ਕਹਿ ਲਓ ਜਾਂ ਸਾਡੀ ਕੌਂਸਲ, ਹਾਂਜੀ ਸਿਟੀ ਆਫ ਬ੍ਰੈਂਪਟਨ, ਸਾਰੀ ਸਾਰਿਆਂ ਨੇ ਜੀ ਮਨਾਇਆ ਜਾ ਰਿਹਾ ਉਹਨਾਂ ਦਾ ਜੀ, ਜਿੰਨਾ ਧੰਨਵਾਦ ਕਰੀਏ। ਉਹਨਾਂ ਨੇ 6 ਸਤੰਬਰ ਦਾ ਦਿਨ ਰੈਕਗਨਾਈਜ਼ ਕੀਤਾ ਉਸ ਜਸਵੰਤ ਸਿੰਘ ਖਾਲੜੇ ਲਈ, ਔਰ ਬਹੁਤ ਵੱਡੀ ਗੱਲ ਹੈ। ਤੇ ਸਾਡੇ ਉੱਥੇ ਜਿਹੜੇ ਆ ਉਹ ਕੁਰਸੀਆਂ ਪਿੱਛੇ ਲੜੀ ਜਾਂਦੇ ਆ ਜਥੇਦਾਰ। ਮੈਨੂੰ ਲੱਗਦਾ ਬਲ ਸਾਹਿਬ, ਜੇ ਆਪਾਂ ਗੱਲ ਕਰੀਏ ਖਾਲੜਾ ਸਾਹਿਬ ਦੀ, ਤਾਂ ਖਾਲੜਾ ਹੋਣਾ ਦਾ ਜਿਹੜਾ ਭਾਈ ਖਾਲੜਾ ਹੋਣਾ ਦਾ, ਉੱਥੇ ਨਾਮ ਨਿਸ਼ਾਨ ਵੀ, ਗੱਲ ਵੀ ਨਹੀਂ, ਉੱਥੇ ਚਰਚਾ ਵੀ ਨਹੀਂ ਹੁੰਦੀ। ਪਰ ਸਾਡੇ ਅਸੀਂ ਜਿੰਨੇ ਵੀ ਅਸੀਂ ਭਾਈਚਾਰਾ ਇੱਥੇ ਬਾਹਰ ਬੈਠਾ, ਜਾਂ ਜੋ ਘੱਟੋ ਘੱਟ ਸਾਡੀ ਕੌਮ ਦੇ ਜਿਹੜੇ ਅਗਲੇ ਵਾਰਿਸ ਆ, ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਸਾਡੀ ਅਗਲੀ ਜਨਰੇਸ਼ਨ ਹੈ, ਉਹਨਾਂ ਅੰਦਰ ਇਹ ਚਾਨਣ ਮੁਨਾਰਾ ਬਣ ਕੇ ਸਿੱਧ ਹੋਏਗਾ ਕਿ ਇਹ ਵੀ ਇੱਕ ਮਾਨਵਤਾ ਦੀ ਸੇਵਾ ਦੇ ਲਈ ਬੰਦਾ ਕੁਰਬਾਨ ਹੋ ਗਿਆ। ਦੇਖੋ ਜੀ, ਜਦੋਂ ਉਹ ਇਸ ਕੰਮ ਲਈ ਤੁਰਿਆ ਸੀ, ਦਾਸ ਨੂੰ ਉਹਨੂੰ ਮਿਲਣ ਦਾ ਗਰੁੱਪ ਸਾਡੇ ਨੂੰ ਇੱਥੇ ਵਿੱਚ ਦਾ ਹਫ਼ਤਾ ਰਿਹਾ ਸਾਡੇ ਕੋਲ, ਬਹੁਤ ਗੱਲਾਂ ਪਤਾ ਸੁਣੀਆਂ, ਕੀਤੀਆਂ, ਲੰਮੀਆਂ ਕਹਾਣੀਆਂ ਆ। ਪਰ ਅੱਜ ਮੈਂ ਉਦੋਂ ਜਿੱਦਣ ਨੀਂਹ ਪੱਥਰ ਰੱਖਿਆ 5 ਪੈਰਾਂ ਦੇ ਰਹਿਨਮਾਈ ਥੱਲੇ, ਮੈਂ ਉੱਥੇ ਵੀ ਐਂਡ 'ਚ ਦਿਮਾਗ 'ਚ ਗੱਲ ਆ ਗਈ, ਬਾਬਾ ਲਿਆਉਣ ਵਾਲਾ ਗੱਲ। ਮੈਂ ਕਿਹਾ ਜੀ ਅੱਜ ਇਹ ਪਾਰਕ ਇਹ ਦੇਖੋ ਬਣ ਰਿਹਾ, ਪਰ ਸੋਚੋ ਜੀ ਪੰਜਾਬ ਦੀ ਧਰਤੀ ਜਾ ਕੇ ਜਿਹੜੇ 25,000 ਤਾਂ ਲਵਾਰਸਾਂ ਦਾ ਵਾਰਸ ਬਣ ਗਿਆ ਜਸਵੰਤ ਸਿੰਘ ਖਾਲੜਾ, ਪਰ ਜਿਹੜੇ ਸਾਡੇ ਲੱਖਾਂ ਧੀਆਂ ਪੁੱਤ ਮਾਵਾਂ ਭੈਣਾਂ ਬਜ਼ੁਰਗ ਵੀਰ ਜਿਹਨਾਂ ਦਾ ਪਤਾ ਨਹੀਂ ਲੱਗਾ, ਜੋ ਜਸਵੰਤ ਸਿੰਘ ਖਾਲੜਾ ਉਹਦਾ ਜੋ ਨਿਸ਼ਾਨਾ ਸੀ, ਅੱਜ ਮੈਂ ਹੱਥ ਜੋੜ ਕੇ ਸਾਰੀਆਂ ਸੰਗਤਾਂ ਨੂੰ ਕਹਿਣਾ ਵੀ ਅੱਜ ਉਹਨਾਂ ਲਵਾਰਸ ਦੇ ਵਾਰਸ ਆ ਖਲੋਤੇ ਆ।
वाह वाह, बहुत अच्छा है जी। ये संगतां नूं कहा सी, संगतां दे कोल ਇਹੋ ਭਰਮੇ ਹੰਗਾਰੇ 'ਚ ਵੀ ਮੈਂ ਇੱਕ ਨਾਲ ਛੋਟੀ ਵਿਚਾਰ ਕਰਦੇ ਆ। ਜਸਵੰਤ ਸਿੰਘ ਖਾਲੜੇ ਹੋਣਾ ਦੀ 25ਵੀਂ ਬਰਸੀ ਡਿਕਸੀ ਗੁਰਦੁਆਰਾ ਸਾਹਿਬ ਵਿਖੇ 4 ਸਤੰਬਰ ਨੂੰ ਅਖੰਡ ਪਾਠ ਸਾਹਿਬ ਰੱਖਣੇ ਆ ਤੇ 6 ਸਤੰਬਰ ਨੂੰ ਭੋਗ ਪੈਣੇ ਆ। ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਵੀ ਤੁਸੀਂ 6 ਸਤੰਬਰ ਨੂੰ ਜ਼ਰੂਰ ਹੋਮ ਹੁਮਾ ਕੇ ਪਹੁੰਚੋ, ਉਸ ਆਪਾਂ ਯੋਧੇ ਨੂੰ ਸ਼ਰਧਾਂਜਲੀ ਦੇਣੀ ਉਧਰ ਜੀ। ਕਰੋਨਾ ਮਹਾਮਾਰੀ ਦੇ ਦੌਰਾਨ ਬਲ ਸਾਹਿਬ ਜਿਹੜਾ ਗੁਰਦੁਆਰੇ ਸਾਹਿਬਾਨ ਨੂੰ ਜਦੋਂ ਆਪਾਂ ਕਹਿੰਦੇ ਕਿ ਸਾਰੀਆਂ ਧਾਰਮਿਕ ਸੰਸਥਾਵਾਂ ਜਿਹੜੇ ਜਿੰਨੇ ਵੀ ਸੀ ਜਿੱਥੇ ਵੀ ਕੋਈ ਜਾਂਦਾ ਜਿਹੜਾ ਆਪਣੀ ਆਸਥਾ ਰੱਖਦਾ ਤਾਂ ਉਹਨਾਂ ਨੂੰ ਇੱਕ ਕਹਿੰਦੇ ਵੀ ਉਹ ਇਸ ਸੋਸ਼ਲ ਡਿਸਟੈਂਸਿੰਗ ਕਰਕੇ ਥੋੜਾ ਬੰਦ ਕਰ ਦਿੱਤਾ ਗਿਆ ਸੀ ਵੀ ਨਹੀਂ ਜਾਣਾ ਚਾਹੀਦਾ। ਇਹ ਸ਼ਾਇਦ ਇਹ ਜ਼ਰੂਰੀ ਵੀ ਸੀ, ਪਰ ਜਦੋਂ ਇਹ ਓਪਨ ਹੋਇਆ ਤਾਂ ਜਦੋਂ ਇਹ ਸਾਰਾ ਹੁਣ ਚੱਲ ਰਿਹਾ ਤਾਂ ਕਿਸ ਤਰ੍ਹਾਂ ਦਾ ਸਹਿਯੋਗ ਆ ਸੰਗਤਾਂ ਦਾ? ਕਿਉਂਕਿ ਦੇਖੋ ਲੰਗਰ ਦੀ ਸੇਵਾ ਡਿਕਸੀ ਗੁਰਦੁਆਰੇ ਦੇ ਕਰੀਏ ਤਾਂ ਬਹੁਤ ਸਾਰੇ ਸਟੂਡੈਂਟਸ ਐ ਸਾਡੇ ਜਿਹੜੇ ਨਵੇਂ ਭਾਈਚਾਰੇ ਦੇ ਵਿੱਚ ਆਉਂਦੇ ਉਹਨਾਂ ਨੂੰ ਲੰਗਰ ਦੀ ਸੇਵਾ ਤੁਸੀਂ ਮੁਹੱਈਆ ਕਰਵਾਉਣੇ ਆ। ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਕਿਤੇ ਨਾ ਕਿਤੇ ਮੈਨੂੰ ਇਹ ਵੀ ਪਤਾ ਲੱਗਿਆ ਕਿ ਤੁਸੀਂ ਬਹੁਤ ਜ਼ਿਆਦਾ ਮਦਦ ਵੀ ਕਰਦੇ ਹੋ ਜਿਹੜੇ ਨਵੇਂ ਆਉਂਦੇ ਨੇ ਜਾਂ ਜਿਹਨੂੰ ਨਿਊ ਇਮੀਗ੍ਰੈਂਟਸ ਕਹਿ ਲਓ ਜਾਂ ਕੋਈ ਆਪਣੇ ਸਤਿਗੁਰੂ ਕਰਾਉਂਦੇ ਜੀ ਅਸੀਂ ਕੌਣ ਆ ਭਾਜੀ ਜੀ। ਹੁਣ ਜਿਹੜਾ ਇਹ ਸਵਾਲ ਮੇਰਾ ਇਹ ਆ ਵੀ ਇਹ ਮਾਇਆ ਰੂਪ ਦੇ ਵਿੱਚ ਜਿਹੜਾ ਇਹ ਵਿਵਸਥਾ ਇਹ ਪ੍ਰਬੰਧ ਹੈ ਇਹ ਕਿਵੇਂ ਸਰਵਾਈਵ ਕਰ ਰਹੇ ਹੋ ਤੁਸੀਂ ਤੇ ਔਰ ਤੁਹਾਡੀ ਜਿਹੜੀ ਅੱਜ ਜਿਹੜੀ ਇੱਕ ਮੈਸੇਜ ਆ ਜਿਹੜਾ ਤੁਹਾਡਾ ਸੰਦੇਸ਼ ਹੈ ਦਰਸ਼ਕਾਂ ਨੂੰ ਉਹ ਤੁਸੀਂ ਕੀ ਦੇਣਾ ਚਾਹੁੰਦੇ? ਪਹਿਲੀ ਗੱਲ ਜੀ ਕਰੋਨਾ ਇੱਕ ਬੜੀ ਭੈੜੀ ਮਹਾਮਾਰੀ ਆਈ ਆ ਸਾਰੀ ਦੁਨੀਆ ਦੇ ਉੱਪਰ ਜੀ। ਡਿਕਸੀ ਗੁਰਦੁਆਰਾ ਰਾਈਡ ਵਿੱਚ ਅਸੀਂ ਪ੍ਰਬੰਧਕਾਂ ਨਾਲ ਬੈਠ ਕੇ ਲੰਗਰ ਹਾਲ ਚਾਹ ਪਾਣੀ ਤੇ ਅਸੀਂ ਦੀਵਾਨ ਵੀ ਬੰਦ ਕਰਤਾ ਜੀ। ਲਾਈਵ ਸਧਾਰਨ ਪਾਠ ਚੱਲਦੇ ਸੀ, ਸੰਗਤ ਘਰ ਬੈਠੇ ਆਨੰਦ ਲਵੇ ਜੀ। ਸੰਗਤਾਂ ਆਉਂਦੀਆਂ ਸੀ ਬਾਹਰ ਮੱਥਾ ਟੇਕੀ ਜਾਂਦੇ ਸੀਗੇ ਤੇ ਅਸੀਂ ਲੰਗਰ ਟੇਕ ਆਊਟ ਰੱਖਿਆ ਸੀਗਾ। ਉਹ ਬਾਹਰ ਮੱਥਾ ਟੇਕ ਕੇ ਆਉਂਦੇ ਸੀ, ਚਾਹ ਵੀ ਬਾਹਰ ਰੱਖੀ ਹੁੰਦੀ ਸੀਗੀ, ਆਪਣੇ ਆਪ ਨੂੰ ਗਿਲਟੀ ਵੀ ਫੀਲ ਕਰਦੇ ਸੀ ਵੀ ਦੇਖੋ। ਪਰ ਗੱਲ ਮੈਂ ਉੱਥੇ ਜੀ ਪਹਿਲਾਂ ਕਹੀ ਜਿਹੜਾ ਬੰਦਾ ਸਮੇਂ ਦਾ ਹਾਣੀ ਬੰਦਾ ਕਦੀ ਕਾਮਯਾਬ ਨਹੀਂ ਹੁੰਦਾ। ਜੇ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਇੰਨਾ ਰੋਕਥਾਮ ਇਹ ਤਾਂ ਹੋਇਆ ਜੇ ਮੇਰੀਆਂ ਸੰਗਤਾਂ ਨੇ ਸਾਥ ਦਿੱਤਾ। ਬਿਲਕੁਲ ਇਹ ਸਾਥ ਨਾਲ ਦਿੰਦੇ ਸਾਥੋਂ ਨਹੀਂ ਹੋਣਾ ਕਿਉਂਕਿ ਸਾਡੇ ਅੰਦਰ ਗੁਰਦੁਆਰਾ ਸਾਹਿਬ ਦੇ ਅੰਦਰ ਸਾਡਾ ਸਟਾਫ ਵੀ ਰਹਿੰਦਾ ਜੀ। ਰਾਗੀ ਸਿੰਘ ਪਾਠੀ ਸਿੰਘ ਜਿਹੜੇ ਆ ਬਾਹਰੋਂ ਅਸੀਂ ਉਹ ਵਿਚਾਰੇ ਕਦੀ ਬਾਹਰ ਨਹੀਂ ਗਏ, ਬਾਹਰੋਂ ਅਸੀਂ ਅੰਦਰ ਨਹੀਂ ਹੋਣ ਦਿੰਦੇ। ਪਰ ਉਸ ਕਰੋਨਾ ਦੇ ਵਿੱਚ ਸਾਧ ਸੰਗਤ ਜੀ ਮੈਂ ਕਹਿੰਦਾ ਵੀ ਇਸ ਗੱਲ ਦੀ ਮੈਂ ਵਧਾਈ ਦਿੰਦਾ ਵੀ ਕਰੋਨਾ ਦੇ ਵਿੱਚ ਜਿੰਨੀ ਡਿਕਸੀ ਗੁਰਦੁਆਰਾ ਸਾਹਿਬ ਚੇਂਜਸ ਆਈ ਆ ਨਾ ਜੀ। ਜਿੱਦਣ ਗੁਰਦੁਆਰਾ ਸਾਹਿਬ ਹੁਣ ਖੋਲਣਾ ਸੀ ਹਰ 2 ਵੀਕ ਬਾਅਦ ਮੀਟਿੰਗ ਕਰਦੇ ਆ ਵੀ ਕਿੰਨਾ ਕੁ ਖੋਲੀਏ ਕੀ ਕਰੀਏ। ਜਦੋਂ ਗੁਰਦੁਆਰਾ ਖੋਲਿਆ ਅਸੀਂ 6 ਫੁੱਟ ਦੀ ਡਿਸਟੈਂਸ ਤੇ ਗੋਲਦਾਰੀ ਲਾਇਆ ਸੰਗਤ ਵਾਲੀ, ਕਿਸੇ ਨੂੰ 5 ਮਿੰਟ 10 ਮਿੰਟ ਹੁਣ ਖੁੱਲਾ ਟਾਈਮ ਬਹਿ ਸਕਦੇ, ਕੀਰਤਨ ਸੁਣ ਸਕਦੇ ਆ ਪਰ ਲੰਗਰ ਹਾਲ ਹਲੇ ਨਹੀਂ ਜਾ ਸਕਦੇ। ਠੀਕ ਹੈ ਉਹ ਉਧਰ ਹੀ ਲੰਗਰ ਪਾਣੀ ਲੈ ਕੇ ਘਰ ਨੂੰ ਸਕਦਾ ਜਿਹੜਾ ਇਹ ਕਹਿ ਲਓ ਕਿ ਵੀ ਲੰਗਰ ਇੱਕ ਕਿਸਮ ਦਾ ਪ੍ਰਸ਼ਾਦ ਦੇ ਰੂਪ ਚ ਪੈਕ ਕੀਤਾ ਹੋਇਆ ਔਰ ਤਿਆਰ ਕੀਤਾ ਤੇ ਉਹ ਪ੍ਰਸ਼ਾਦ ਦੇ ਰੂਪ ਦੇ ਵਿੱਚ ਲੰਗਰ ਆਪਣੇ ਘਰ ਲਿਜਾ ਘਰ ਲੈ ਜਾਂਦੇ ਜੀ। ਹੁਣ ਬੱਚੇ ਬਹੁਤ ਹੈ ਜੀ ਬਾਹਰ ਆਪਣੇ ਕੋਲ ਗਰਾਊਂਡ ਬੜੀ ਵੱਡੀ ਆ ਉੱਥੇ ਬੜੇ ਜਿੱਦਾਂ ਪਿੰਡ 'ਚ ਬੈਠ ਕੇ ਪੈਲੀ ਨਾਲ ਬਹਿ ਗੰਢੇ ਬਹਿ ਖਾਂਦੇ ਸੀ ਇਦਾਂ ਹੀ ਉੱਥੇ ਛਕਦੇ ਆ ਜੀ। ਸੰਗਤਾਂ ਵੀ ਛਕਦੀਆਂ ਗਾਰਬੇਜ ਸੁੱਟ ਕੇ ਤੇ ਆਪਣਾ ਜਿਹੜਾ ਉੱਥੇ ਘਰ ਨੂੰ ਜਾਂਦੇ ਆ। ਪਰ ਉੱਥੇ ਜਿਹੜੀ ਗੱਲ ਆ ਗਈ ਜੀ ਮਾਇਆ ਦੀ, ਮੇਰਾ ਖਿਆਲ ਵੀ ਇਹਨਾਂ ਨਾਰਥ ਅਮਰੀਕਾ ਦੇ ਵਿੱਚ ਠੀਕ ਹੈ ਛੋਟੇ ਸ਼ਹਿਰਾਂ ਜਿਹਦੇ ਪਹਿਲਾਂ ਗੱਲ ਕੀਤੀ ਸੀ ਹੋ ਸਕਦਾ ਵੀ ਗੁਰਦਿਆਂ ਨੂੰ ਵੱਡਿਆਂ ਗੁਰਦਿਆਂ ਜਿਹੜੀ ਸੰਗਤ ਹੈ ਨਹੀਂ ਬੜੀ ਦਿਆਲੂ ਆ। ਸਤਿਗੁਰਾਂ ਤੋਂ ਸੇਵਾ ਕਰਾਉਂਦੇ ਆ। ਡਿਕਸੀ ਗੁਰਦੁਆਰਾ ਚ ਮਾਲ ਜਿੰਨੇ ਵੀ ਗੁਰਦੁਆਰਾ ਸਾਹਿਬ ਹੁਣ ਨਾਲ ਬੜੀ ਵੱਡੀ ਲਿਸਟ ਆ ਸਾਰਿਆਂ ਸੰਗਤਾਂ ਨੇ ਸਮੇਂ ਦਰ ਸਮੇਂ ਬੜਾ ਸਹਿਯੋਗ ਦਿੱਤਾ ਦੇ ਰਹੀਆਂ। ਸਾਰਿਆਂ ਨਾਲੋਂ ਜ਼ਿਆਦਾ ਜੋ ਅੱਜ ਸਾਡੇ ਰਾਗੀ ਸਾਹਿਬਾਨ ਆ ਦੁੱਖ ਆਉਂਦਾ ਉਸ ਵੇਲੇ ਜਦੋਂ ਪੰਜਾਬ ਦੀ ਧਰਤੀ ਤੇ ਰਾਗੀ ਸਿੰਘ ਫੋਨ ਕਰਕੇ ਸਾਨੂੰ ਕਹਿੰਦੇ ਆ ਵੀ ਜਿਹੜੇ ਤਾਂ ਜਿੱਥੇ ਐਸਜੀਪੀ ਦੀ EMPLOYE ਆ ਉਹਨਾਂ ਨੂੰ ਪੈਸੇ ਮਿਲਦੇ ਆ। ਠੀਕ ਹੈ ਜਿਹੜੇ ਰਾਗੀ ਜਿੱਥੇ ਕਥਾਵਾਚਕ ਪ੍ਰਚਾਰਕ ਸਾਡੇ ਪਿੰਡਾਂ ਦੇ ਛੋਟੇ ਛੋਟੇ ਗੁਰਦੁਆਰੇ ਸੀ ਉਹਨਾਂ ਨੂੰ ਉੱਥੋਂ ਦੀ ਪ੍ਰਬੰਧਕ ਕਮੇਟੀ ਨੇ ਕਿਹਾ ਵੀ ਸੌਰੀ ਅਸੀਂ ਨਹੀਂ ਕਰ ਸਕਦੇ। ਕੱਲਾਂ ਆਉਣੀਆਂ ਅੱਜ ਵੀ ਉੱਥੇ ਚੜ੍ਹਦੀਗੜ੍ਹ ਟੀਵੀ ਤੇ ਮੈਂ 1 ਘੰਟਾ ਸੀ ਹੋਰ ਵੀ ਸਰਦਾਰ ਸਾਹਿਬ ਸੀ ਨਾਲ ਇਹੋ ਹੀ ਵੀ ਅਸੀਂ ਇੱਥੇ ਕੈਨੇਡਾ 'ਚ ਬੈਠੇ ਆਪਣੇ ਗੁਰਦੁਆਰੇ ਸੰਗਤ ਨੂੰ ਅਪੀਲ ਕਰਾਂਗੇ ਭਾਈ ਰੱਬ ਦਾ ਵਾਸਤਾ ਆਪਣੇ ਪਿੰਡ ਦੀ ਬਾਂਹ ਫੜੋ। ਪਿੰਡ ਦੇ ਵਿੱਚ ਜਿਹੜੇ ਰਾਗੀ 2 4 5 ਹੈਗੇ ਆ ਉਹਨਾਂ ਨੂੰ ਉਹਨਾਂ ਦਾ ਸਰਦਾ ਪੁੱਜਦਾ ਤੁਸੀਂ ਤਨਖਾਹ ਦਿਓ। ਉਹ ਅੱਜ ਕਿਤੇ ਮੁੱਖ ਨਾ ਮੋੜ ਜਾਣ। ਕਿੱਥੇ ਇਹ ਫਰਜ਼ ਬਣਦਾ ਸੀ ਸਾਡੀ ਐਜੀਪੀਸੀ ਦਾ ਸਾਡੇ ਜਥੇਦਾਰ ਸਾਹਿਬ ਦਾ ਇੰਨੇ 100 ਕਰੋੜ ਰੁਪਈਆ ਪੰਜਾਬ ਦੇ ਜਿੰਨੇ ਪ੍ਰਚਾਰਕ ਆ ਹਿੰਦੁਸਤਾਨ ਦੇ ਵਿੱਚ ਆ ਉਹਨਾਂ ਨੂੰ ਅਸੀਂ ਇੰਨੇ ਪੈਸੇ ਦਿਆਂਗੇ। ਅੱਜ ਸੱਚ ਜਾਣੋ ਗੱਲਾਂ ਸੁਣ ਕੇ ਦੁੱਖ ਹੁੰਦਾ ਰੋਣਾ ਆਉਂਦਾ ਉਹਨਾਂ ਦਾ। ਜਿਹੜੀ ਗੱਲ ਹੈ ਜੀ ਤੁਸੀਂ ਡਿਕਸੀ ਗੁਰਦੁਆਰੇ ਦੀ ਅੱਜ ਤੱਕ ਸੰਗਤਾਂ ਨੇ ਬਹੁਤ ਸਾਥ ਦਿੱਤਾ ਬਹੁਤ। ਅੱਜ ਵੀ ਮੈਂ ਜਿੱਦਣ ਪਰਸੋਂ ਨਹੀਂ ਪਤਾ ਰੱਖਿਆ ਅੱਜ ਵੀ ਆਪ ਜੀ ਦੇ ਟੀਵੀ ਦੇ ਥਰੂ ਗੁਰੂ ਪਿਆਰੇ ਖਾਲਸਾ ਜੀ ਮੈਂ ਬੇਨਤੀ ਕਰਦਾ ਹੁਣ ਜਿਹੜਾ ਪ੍ਰੋਜੈਕਟ ਹੈ ਬੜਾ ਵੱਡਾ ਪ੍ਰੋਜੈਕਟ ਹੈ ਆਪਣਾ ਇਹ ਜਿਹੜਾ ਕੀਰਤਪੁਰ ਪਾਰਕ ਦਾ ਇਹਦੇ ਵਿੱਚ ਤੁਸੀਂ ਜਿਸ ਤਰ੍ਹਾਂ ਸਾਨੂੰ 2015 ਤੋਂ ਲੈ ਕੇ ਅਕਤੂਬਰ ਤੋਂ ਅੱਜ ਤੱਕ
ਸਟੇਜ ਤੇ ਆ ਕੇ ਜਾਂ ਟੀਵੀ ਮੀਡੀਆ ਦੇ ਥਰੂ ਆ ਕੇ ਕਦੀ ਪੈਸੇ ਮੰਗਣ ਦੀ ਸਾਨੂੰ ਅਪੀਲ ਕਰਨ ਤੱਕ ਨਹੀਂ ਆਉਣ ਦਿੱਤਾ। ਤੁਸੀਂ ਪ੍ਰੋਜੈਕਟ ਦੇਖੇ, ਕਾਰਜ ਦੇਖੇ, ਸੇਵਾ ਕੀਤੀ। ਹੁਣ ਵੀ ਤੁਸੀਂ ਆ ਕੇ, ਠੀਕ ਹੈ ਨਿਕਲਣਾ ਹਲੇ ਔਖਾ ਕਰੋਨਾ ਕਰਕੇ, ਤੁਸੀਂ ਇਹ ਕਾਰਜ ਟੀਵੀਆਂ ਸਾਰਿਆਂ ਦੇਖ ਚੁੱਕੇ ਹੋ। ਗੁਰਦੁਆਰਾ ਸਾਹਿਬ ਆਓ, ਬਾਹਰ ਗਰਾਊਂਡ ਦੇ ਵਿੱਚ ਕੰਸਟਰਕਸ਼ਨ ਚੱਲਦੀ ਆ। ਆਪਣੇ 10 ਦੀ ਖੇਡ ਦੇ ਵਿੱਚ ਇਹ ਜਿਹੜਾ ਕਾਰਜ ਆ ਆਪਾਂ ਨੇਪਰੇ ਚਾੜੀਏ। ਹਾਂ, ਇਹ ਜਿਹੜਾ ਕਾਰਜ ਆ ਸਾਰਾ ਕੁਝ ਜੋ ਗਵਰਨਮੈਂਟ ਕਹੂਗੀ, ਬੂਟੇ ਵੀ ਜਿੰਨੇ ਦਰਖਤ ਲੱਗਣੇ ਆ, ਜੋ ਬਿਜਲੀ ਜਾਂ ਜੋ ਕੁਝ ਵੀ ਹੋਗਾ, ਆਪਾਂ ਕੁਝ ਨਹੀਂ ਕਰ ਸਕਦੇ। ਇਹ ਜੋ ਸਿਟੀ ਨੇ TRC ਨੇ ਅਪਰੂਵ ਕੀਤਾ ਉਹ ਬਣਨਾ ਸਾਰਾ ਉੱਥੇ। ਤੇ ਮੈਂ ਰਮਨ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਦਿੱਤਾ ਤੇ ਬੜੀ ਖੁਸ਼ੀ ਹੋਈ ਆ ਇੱਥੇ ਆਪ ਦੀਆਂ ਸੰਗਤਾਂ ਨਾਲ ਮਿਲ ਕੇ ਗੱਲਬਾਤ ਕਰਕੇ। ਅਸੀਂ ਤੁਹਾਡੀ ਕਚਹਿਰੀ 'ਚ ਬੈਠੇ ਆ, ਜਦੋਂ ਮਰਜ਼ੀ ਗੁਰਦੁਆਰਾ ਸਾਹਿਬ ਆਓ, ਅਸੀਂ ਹਰ ਗੱਲ ਦਾ ਜਵਾਬ ਦੇਣ ਨੂੰ ਤਿਆਰ ਆ। ਤੁਹਾਡੇ ਸੁਝਾਅ ਹਮੇਸ਼ਾ ਸਿਰ ਮੱਥੇ। ਸਾਡੇ ਕੋਲੋਂ ਕੰਮ ਕਰਦਿਆਂ ਕੋਈ ਗਲਤੀ ਹੋਈ ਹੋਵੇ, ਮਾੜਾ ਕੰਮ ਹੋਇਆ ਹੋਵੇ, ਸਾਡੀ ਝੋਲੀ ਪਾਇਓ ਤੇ ਸ਼ਾਬਾਸ਼ ਦਿਓ। ਜੇ ਸਾਤੋਂ ਕੰਮ ਹੋ ਰਿਹਾ, ਸਾਰੀ ਸਾਡੀ ਪ੍ਰਬੰਧਕ ਟੀਮ ਜਿਹੜੀ ਆ ਬਹੁਤ ਵਧੀਆ ਕੰਮ ਕਰ ਰਹੀ ਆ। ਸੰਗਤਾਂ ਦਾ ਕੋਈ ਸੁਝਾਅ, ਅਸੀਂ ਬੈਠੇ ਆ ਇੱਥੇ ਹੈਲਪ ਕਰਨ ਨੂੰ। ਜੀ ਬਹੁਤ ਬਹੁਤ ਸ਼ੁਕਰੀਆ ਬਲ ਸਾਹਿਬ, ਔਰ ਤੁਹਾਡਾ ਮੈਸੇਜ ਵੀ ਬਹੁਤ ਸੁਚੱਜੇ ਤੇ ਵਧੀਆ ਢੰਗ ਨਾਲ ਦਰਸ਼ਕਾਂ ਤੱਕ ਪਹੁੰਚ ਗਿਆ, ਸੰਗਤਾਂ ਤੱਕ ਪਹੁੰਚ ਗਿਆ। ਔਰ ਮੈਂ ਨਾਲ ਦੀ ਨਾਲ ਤੁਹਾਨੂੰ ਵੀ ਇਸ ਚੀਜ਼ ਦੀ ਜਿਹੜੀ ਵਧਾਈ, ਮੁਬਾਰਕਬਾਦ ਦਿੰਦਾ ਕਿ ਤੁਹਾਡੇ ਸੇਵਾ ਦੇ ਦੌਰਾਨ, ਜਿਹਨੂੰ ਆਪਾਂ ਕਹਿੰਦੇ ਕਿ ਪ੍ਰਧਾਨਗੀ ਦੇ ਦੌਰਾਨ, ਇਹ ਜਿਹੜਾ ਕੀਰਤਪੁਰ ਸਾਹਿਬ ਪਾਰਕ ਦੇ ਨੀਂਹ ਪੱਥਰ ਰੱਖਿਆ ਗਿਆ। ਔਰ ਉਮੀਦ ਕਰਦੇ ਹਾਂ, ਆਸ ਕਰਦੇ ਹਾਂ, ਅਰਦਾਸ ਕਰਦੇ ਹਾਂ ਮਹਾਰਾਜ ਦੇ ਚਰਨਾਂ 'ਚ ਕਿ ਵੀ ਜਲਦੀ ਇਹ ਕਨਸੈਪਟ ਹੈ, ਜਿਹੜਾ ਪ੍ਰੋਜੈਕਟ ਆ, ਇਹ ਨੇਪਰੇ ਚੜੇ ਔਰ ਸੰਗਤਾਂ ਇਸ ਦਾ ਭਰਪੂਰ ਲਾਹਾ ਲੈ ਸਕਣ। ਕੱਲੇ ਕੈਨੇਡਾ ਵਾਈਡ ਹੀ ਨਹੀਂ, ਮੈਂ ਕਹਿੰਦਾ ਅਮਰੀਕਾ ਜਾਂ ਇੱਧਰ ਉੱਧਰ ਹੋਰ ਵੀ ਸੰਗਤਾਂ ਆਉਣੀਆਂ ਚਾਹੁੰਦੀਆਂ ਤਾਂ ਉਹ ਵੀ ਇਸ ਚੀਜ਼ ਦਾ ਲਾਹਾ ਲੈ ਸਕਣ। ਮੈਂ ਅਖੀਰ 'ਚ ਗੱਲ ਕਰਦਾ, ਜਿਹੜੀ ਤੁਸੀਂ ਕਹਿੰਦੇ ਵੀ ਤੁਹਾਡੇ ਨਹੀਂ, ਮੈਂ ਇਹ ਗੱਲ ਐਗਰੀ ਨਹੀਂ ਕਰਦਾ, ਮੈਂ ਮਾਫੀ ਮੰਗਦਾ ਤੁਹਾਡੇ ਕੋਲੋਂ। ਸੰਗਤ ਨੂੰ ਇਹੀ ਆ ਵੀ 1973 ਤੋਂ ਲੈ ਕੇ ਜਿੰਨੇ ਸਾਡੇ ਪ੍ਰਬੰਧਕ ਆਏ ਆ ਜੀ, ਸਾਰਿਆਂ ਨੇ ਸਮੇਂ ਮੁਤਾਬਕ ਬਹੁਤ ਸੇਵਾ ਕੀਤੀ, ਬਹੁਤ ਜ਼ਿਆਦਾ। ਸਾਤੋਂ ਗੁਰੂ ਸੇਵਾ ਲਾ ਰਿਹਾ, ਗੁਰਦਾ ਦਾ ਮੁਹਾਰਾ ਥੋੜਾ ਚੇਂਜ ਹੋ ਗਿਆ, ਅੰਦਰ ਬਿਲਡਿੰਗ ਬਣ ਗਈ, ਲੰਗਰ ਹਾਲ ਵੱਡਾ ਬਣ ਗਿਆ, 3-4 ਹਾਲ ਦੀ ਪਾਲਕੀ ਬਣ ਗਈ। ਚਲੋ ਸਾਤੋਂ ਸੇਵਾ ਜੀ, ਰਾਗੀ ਸਾਹਿਬਾਨਾਂ ਦੇ ਕਮਰੇ ਬਣ ਗਏ, ਕਿਚਨ ਨਵੀਂ ਬਣ ਗਈ। ਮੇਰੇ ਕਹਿੰਦਾ ਬਾਬਾ ਵੀ ਪਿਛੋਕੜ ਜੋ ਦੇਖ ਲਿਆ ਕਿ ਛੋਟੇ ਜਿਹੇ ਘਰ ਤੋਂ ਜਿੱਥੇ ਤੱਕ ਆਇਆ ਵਾ, ਜਿੰਨੇ ਵੀ ਪ੍ਰਬੰਧਕ ਆਏ ਸਾਰੇ ਵਧਾਈ ਦੇ ਹੱਕਦਾਰ। ਮੇਰਾ ਸਾਰਿਆਂ ਦੇ ਸਿਰ ਝੁਕਦਾ, ਸਤਿਗੁਰੂ ਉਹਨਾਂ ਸਾਰਿਆਂ ਨੂੰ ਲੰਮੀ ਉਮਰ ਬਖਸ਼ਣ। ਤੇ ਨਾਲ ਮੈਂ ਆਪਣਾ ਸਪੈਸ਼ਲ ਧੰਨਵਾਦ ਆਪਣੇ ਜਿਹੜੇ ਸਾਡੇ ਰਾਗੀ ਸਾਹਿਬਾਨ ਨੇ ਅੰਦਰ ਪਾਠੀ ਵਾਲਾ ਜੀ ਦਾਸ, ਉਹਨਾਂ ਦਾ ਦੇਣ ਦੇ ਸਕਦਾ ਬਹੁਤ ਸੇਵਾ ਕੀਤੀ ਉਹਨਾਂ ਨੇ ਗੁਰਦੁਆਰਾ ਸਾਹਿਬ ਉਹਨਾਂ ਤੇ ਨਾਲ ਹੀ ਮੈਂ ਆਪਣੀ ਸਾਰੀ ਪ੍ਰਬੰਧਕ ਕਮੇਟੀ ਦਾ ਤਹਿ ਦਿਲ ਤੋਂ ਧੰਨਵਾਦ ਹੈ ਜੀ, ਜਿਨ੍ਹਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਕਦਮ ਨਾਲ ਕਦਮ ਚੱਲ ਕੇ ਤੱਕ ਆਏ ਆ। ਤੇ ਮੈਂ ਸਮੁੱਚੇ ਮੀਡੀਆ ਦਾ ਆਪਦੇ ਚੈਨਲ ਤੋਂ ਧੰਨਵਾਦ ਕਰਦਾ। ਮੀਡੀਆ ਤੋਂ ਬਗੈਰ ਅਸੀਂ ਕੁਝ ਨਹੀਂ। ਬਹੁਤ ਬਹੁਤ ਸ਼ੁਕਰੀਆ, ਮੀਡੀਆ ਸਾਡਾ ਬਹੁਤ ਸਾਥ। ਬਹੁਤ ਸ਼ੁਕਰੀਆ ਬਲ ਸਾਹਿਬ ਤੁਹਾਡਾ, ਤੁਸੀਂ ਮਾਣ ਬਖਸ਼ਿਆ। ਔਰ ਦਰਸ਼ਕਾਂ ਨੂੰ ਵੀ ਮੈਂ ਇੱਕ ਵਾਰੀ ਫਿਰ ਅਪੀਲ ਕਰ ਦੇਵਾਂ ਕਿ ਡਿਕਸੀ ਗੁਰਦੁਆਰਾ, ਜਿਹਨੂੰ ਅਸੀਂ ਓਨਟਾਰੀਓ ਖਾਲਸਾ ਦਰਬਾਰ ਵੀ ਕਹਿੰਦੇ ਆ, ਉਹਦੇ ਵਿੱਚ ਕੀਰਤਪੁਰ ਸਾਹਿਬ ਨਾਮ ਦਾ ਜਿਹੜਾ ਪਾਰਕ ਹੈ ਉਹ ਬਣ ਜਾ ਰਿਹਾ। ਉਹਦਾ ਕਨਸੈਪਟ ਕੀ ਹੈ ਕਿ ਜਦੋਂ ਅਸੀਂ ਆਪਣੇ ਪਿਆਰਿਆਂ ਦੀਆਂ ਜਾਂ ਬਜ਼ੁਰਗਾਂ ਦੀ, ਜੇ ਕਿਸੇ ਦੀ ਕੋਈ ਮੌਤ ਹੋ ਜਾਂਦੀ ਹੈ, ਉਸ ਤੋਂ ਬਾਅਦ ਅਸਥੀਆਂ ਅਸੀਂ ਜਿੰਨੀ ਉਨੀ ਦੇਰ ਆਪਾਂ ਸੰਭਾਲ ਕੇ ਰੱਖਦੇ ਜਿੰਨੀ ਦੇਰ ਅਸੀਂ ਇੰਡੀਆ ਨਹੀਂ ਜਾਂਦੇ ਜਾਂ ਕੀਰਤਪੁਰ ਸਾਹਿਬ ਜਾਂ ਹਰਿਦੁਆਰ ਨਹੀਂ ਪਹੁੰਚ ਜਾਂਦੇ। ਤਾਂ ਇਹ ਕਨਸੈਪਟ ਹੈ, ਜਿਹੜਾ ਇਹ ਪ੍ਰੋਜੈਕਟ ਹੈ ਕਿ ਗੁਰਦੁਆਰੇ ਦੇ ਵਿੱਚ ਦੀ ਇੱਕ ਜਿਹੜੀ ਹੈ ਸਾਈਡ ਤੋਂ ਕਰੀਕ ਲੰਘਦੀ ਹੈ, ਉੱਥੇ ਅਸਥੀਆਂ, ਜਿਹਨੂੰ ਅਸੀਂ ਫੁੱਲ ਪਾਉਣਾ ਕਹਿੰਦੇ ਆ ਜਾਂ ਅਸਥੀਆਂ ਜਲ ਪ੍ਰਵਾਹ ਕਰਨਾ ਕਹਿੰਦੇ ਆ, ਉਹ ਪ੍ਰੋਜੈਕਟ ਇਹ ਬਣ ਜਾ ਰਿਹਾ। ਉਹਦਾ ਨੀਂਹ ਪੱਥਰ ਰੱਖਿਆ ਗਿਆ। ਉਹਦੇ ਸੰਬੰਧਤ ਅੱਜ ਉਚੇਚੇ ਤੌਰ ਤੇ ਗੁਰਪ੍ਰੀਤ ਸਿੰਘ ਬਲ, ਜੋ ਕਿ ਪ੍ਰਧਾਨ ਨੇ ਡਿਕਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹ ਸਾਡੇ ਨਾਲ ਅੱਜ ਰੂਬਰੂ ਹੋਇਆ ਔਰ ਇਹਨਾਂ ਨੇ ਅਪੀਲ ਕੀਤੀ ਹੈ ਕਿ ਸੰਗਤਾਂ ਦਾ ਸਹਿਯੋਗ ਚਾਹੀਦਾ। ਸੰਗਤ ਸਹਿਯੋਗ ਦਿਓਗੇ ਵੀ, ਦਿੱਤਾ ਵੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਸ ਤਰ੍ਹਾਂ ਦੇ ਵਿਸ਼ਿਆਂ ਦੇ ਉੱਪਰ ਚਰਚਾ ਕਰਾਂਗੇ। ਕਿਸੇ ਕਿਸਮ ਦੀ ਅਗਰ ਤੁਹਾਨੂੰ ਲੱਗਦਾ ਹੋਵੇ ਕਿ ਅਸੀਂ ਹਰਟ ਹੋਏ ਹਾਂ ਜਾਂ ਤੁਹਾਨੂੰ ਲੱਗਿਆ ਕਿ ਸਾਨੂੰ ਠੇਸ ਪਹੁੰਚੀ ਹੈ ਤੁਹਾਡੀਆਂ ਭਾਵਨਾਵਾਂ ਨੂੰ ਸਾਡੀਆਂ ਗੱਲਾਂ ਕਰਕੇ ਜਾਂ ਸਾਡੇ ਗੈਸਟ ਕਰਕੇ ਜਾਂ ਸਾਡੇ ਸਵਾਲਾਂ ਜਵਾਬਾਂ ਕਰਕੇ, ਤਾਂ ਅਸੀਂ ਉਸ ਦੇ ਤੁਸੀਂ ਖਿਮਾ ਦੇ ਜਾਚਕ ਹੈ, ਕਿਉਂਕਿ ਹਰ ਆਪਣੇ ਜਿਹੜੇ ਵਿਚਾਰ ਹੁੰਦੇ ਨੇ ਹਰੇਕ ਵਿਅਕਤੀ ਨੂੰ ਰੱਖਣ ਦੀ ਇਜਾਜ਼ਤ ਹੈ, ਆਜ਼ਾਦੀ ਹੈ। ਤਾਂ ਸਾਡਾ ਸਹਿਮਤ ਜਾਂ ਅਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਜੀ ਜੀ ਇੱਕੋ ਛੋਟੀ ਜਿਹੀ ਗੱਲ ਐਡ ਕਰਨੀ ਹੈ। ਖਾਲਸਾ ਜੀ, ਮੈਂ ਆਪ ਜੀ ਨੂੰ ਦਿਮਾਗ ਵਿੱਚ ਗੱਲ ਆਈ ਆ, ਜਦੋਂ 1914-15 ਵਿੱਚ ਕਾਮਾ ਗਾਟਾ ਮਾਰੂ ਜਹਾਜ਼ ਆਇਆ ਸੀ ਕੈਨੇਡਾ ਦੀ ਧਰਤੀ ਤੇ, ਉਸ ਵੇਲੇ ਸਾਡੇ ਜੈਦਾਰ ਨੇ ਕਿਹਾ ਸੀ ਇਹ ਬੰਦੇ ਜਿਹੜੇ ਗਏ ਗਲਤ ਗਏ ਆ। ਮੈਂ ਐਡ ਕਰਾਉਣੀ ਵੀ ਸਮੇਂ ਸਮੇਂ ਕਿੰਨੀਆਂ ਗਲਤੀਆਂ ਕਰਦੇ ਗਏ ਆ, ਪਰ ਕੀ ਕਰੀਏ ਜੀ, ਇੱਥੇ ਹੱਥ ਖੜੇ ਆ ਜਾਂਦੇ ਆ ਗਏ। ਹਾਂਜੀ ਜੀ, ਸੋ ਬਹੁਤ ਬਹੁਤ ਸ਼ੁਕਰੀਆ ਬਲ ਸਾਹਿਬ, ਧੰਨਵਾਦ ਤੁਹਾਡਾ ਵੀ ਦਰਸ਼ਕੋ। ਔਰ ਸਮਾਂ ਬੜਾ ਅੱਗੇ ਲੰਘ ਚੁੱਕਿਆ ਔਰ ਇਸੇ ਦੇ ਨਾਲ ਹੀ ਪ੍ਰੋਗਰਾਮ ਨੂੰ ਇੱਥੇ ਵਿਰਾਮ ਦਿੰਦੇ ਹਾਂ। ਤੋਂ ਨਵੇਂ ਵਿਸ਼ੇ ਤੇ ਨਵੇਂ ਮਹਿਮਾਨ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਜਿਉਂਦੇ ਰਹੋ, ਵਸਦੇ ਰਹੋ, ਸ਼ਬਾ ਖੈਰ। ਸਤਿ ਸ਼੍ਰੀ ਅਕਾਲ।